ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਆਪ ਸਾਰਿਆਂ ਔਰ ਵੀਰਾਂ ਦਾ ਇਸ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਅਸਾਂ ਪਹਿਲੀ ਪੌੜੀ ਦੀ ਵਿਚਾਰ ਸਾਂਝੀ ਕੀਤੀ ਸੀ, ਅੱਜ ਦੂਜੀ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਕੱਲ ਅਸੀਂ ਵਿਚਾਰਿਆ ਸੀ ਕਿ ਸਚਿਆਰ ਹੋਣਾ ਸਾਡੀ ਜ਼ਿੰਦਗੀ, ਸਾਡੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ, ਚਾਹੇ ਉਹ ਰਾਜਨੀਤਿਕ ਨੇ, ਆਰਥਿਕ ਨੇ, ਸਮਾਜਿਕ ਨੇ, ਧਾਰਮਿਕ, ਵਪਾਰਕ ਸਮੱਸਿਆ ਨੇ ਜਾਂ ਸਾਡੀਆਂ ਵਿਵਹਾਰਿਕ ਸਮੱਸਿਆਵਾਂ ਨੇ। ਇਹਨਾਂ ਸਾਰਿਆਂ ਦਾ ਸੋਲੂਸ਼ਨ ਸੱਚ ਹੈ, ਸਚਿਆਰ ਹੋ ਜਾਣਾ ਹੈ। ਤੇ ਸਚਿਆਰ ਕਹਿੰਦੇ ਹਨ ਮਨ, ਬਚਨ ਔਰ ਕਰਮ ਕਰਕੇ ਜੋ ਸੱਚ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਸਚਿਆਰ ਕਿਹਾ ਜਾਂਦਾ ਹੈ। ਮਾਨਸਿਕਤਾ ਸੱਚੀ ਹੈ, ਜਿਸ ਦੇ ਬੋਲਾਂ ਵਿੱਚ ਸੱਚ ਹੈ, ਜਿਸ ਦੇ ਵਿਹਾਰ ਦੇ ਅੰਦਰ ਸੱਚ ਹੈ, ਜੋ ਅੰਦਰੋਂ ਬਾਹਰੋਂ ਇੱਕ ਹੈ, ਮਨ, ਬਚਨ, ਕਰਮ ਕਰ। ਨਾਲ ਗੁਰਦੇਵ ਪਾਤਸ਼ਾਹ ਜੀ ਨੇ ਸਚਿਆਰ ਹੋਣ ਦਾ ਸਾਧਨ ਦੱਸਿਆ ਸੀ ਕਿ ਜਿਵੇਂ ਕੁਝ ਲੋਕ ਨੇ ਤੀਰਥਾਂ ਆਦਿਕ ਤੇ ਨਹਾਉਂਦੇ ਨੇ, ਸਰੀਰ ਨੂੰ ਪਵਿੱਤਰ ਕਰਦੇ ਨੇ, ਤਾਂ ਐਵੇਂ ਸਚਿਆਰ ਨਹੀਂ ਹੋਇਆ ਜਾਂਦਾ। ਦੂਜਾ ਸਾਧਨ ਸੀ ਚੁੱਪ ਹੋਣ ਦਾ, ਸਮਾਧੀਆਂ ਲਾਉਣ ਦਾ, ਮੌਨ ਧਾਰਨ ਕਰਨ ਦਾ। ਤਾਂ ਮੌਨ ਧਾਰਨ ਕਰਨ ਨਾਲ, ਸਮਾਧੀਆਂ ਲਾਉਣ ਦੇ ਨਾਲ ਕਦੇ ਵੀ ਮਨੁੱਖ ਸਚਿਆਰ ਨਹੀਂ ਹੁੰਦਾ ਔਰ ਨਾ ਹੀ ਇਸ ਦੇ ਆਤਮਿਕ ਜੀਵਨ ਵਿੱਚ ਵਿਕਾਸ ਹੁੰਦਾ। ਤੀਜਾ ਸਾਧਨ ਸੀ ਕਿ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਬਹੁਤ ਸਾਰੇ ਪਦਾਰਥ ਇਕੱਠੇ ਕਰ ਲੈਣੇ, ਮਨ ਨੂੰ ਪਹਿਲਾਂ ਰਜਾ ਲੈਣਾ। ਤਾਂ ਇਹ ਸਾਧਨ ਵੀ ਠੀਕ ਨਹੀਂ ਹੈ, ਕਿਉਂਕਿ ਮਨ ਕਦੇ ਵੀ ਰੱਜਦਾ ਨਹੀਂ, ਸਗੋਂ ਹੋਰ ਵਿਕਾਰਾਂ ਦੇ ਅੰਦਰ ਭਟਕਦਾ ਹੈ। ਤ੍ਰਿਸ਼ਨਾ ਦੇ ਅਧੀਨ ਭੁੱਖਿਆ ਰਹਿਣ ਦੇ ਨਾਲ ਕਦੇ ਵੀ ਮਨ ਤ੍ਰਿਪਤ ਨਹੀਂ ਹੁੰਦਾ, ਚਾਹੇ ਜਿੰਨੇ ਮਰਜ਼ੀ ਪਦਾਰਥ ਸਾਡੇ ਕੋਲ ਆ ਜਾਣ, ਸੰਤੋਖ ਤੋਂ ਬਿਨਾਂ ਰੱਜ ਨਹੀਂ ਹੁੰਦਾ। ਚੌਥਾ ਸਾਧਨ ਸੀ ਲੋਕ ਚਲਾਕੀਆਂ ਵਰਤਦੇ ਨੇ। ਚਲਾਕੀਆਂ ਵਰਤਣ ਵਾਲਾ ਬੰਦਾ ਅੰਦਰੋਂ ਹੋਰ ਔਰ ਬਾਹਰੋਂ ਹੋਰ ਹੋਏਗਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਏ। ਤਾਂ ਚਲਾਕੀਆਂ ਵਰਤਣ ਦੇ ਨਾਲ, ਦੋਗਲੀ ਨੀਤੀ ਨਾਲ ਕਦੇ ਵੀ ਸਚਿਆਰ ਨਹੀਂ ਹੋਇਆ ਜਾ ਸਕਦਾ। ਤਾਂ ਗੁਰੂ ਜੀ ਨੇ ਆਪ ਸਵਾਲ ਕੀਤਾ ਹੈ, ਜੋ ਸਾਰੀ ਮਨੁੱਖਤਾ ਦਾ ਸਵਾਲ ਹੈ, ਕਿਵ ਸਚਿਆਰਾ ਹੋਈ ਹੈ, ਕਿ ਸਚਿਆਰ ਕਿਵੇਂ ਹੋਇਆ ਜਾ ਸਕਦਾ ਹੈ। ਤੇ ਉਸ ਦਾ ਉੱਤਰ ਦਿੱਤਾ ਸੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜਦੋਂ ਤੋਂ ਇਹ ਜੀਵ ਹੋਂਦ ਵਿੱਚ ਆਇਆ ਹੈ, ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ, ਅਦਿਸ ਦਾ ਆਕਾਰ ਹੋਂਦ ਵਿੱਚ ਆਇਆ ਹੈ, ਸ਼ੁਰੂ ਤੋਂ, ਧੁਰ ਤੋਂ ਹੀ, ਧੁਰ ਤੋਂ ਦਾ ਮਤਲਬ ਸ਼ੁਰੂ ਤੋਂ ਹੀ ਇਹ ਨੇਮ ਹੈ ਕਿ ਹੁਕਮ ਦੇ ਅੰਦਰ ਤੁਰਨ ਵਾਲਾ ਬੰਦਾ ਸਚਿਆਰ ਹੋ ਸਕਦਾ। ਤੇ ਹੁਕਮ ਬਾਰੇ ਅਸੀਂ ਵਿਚਾਰ ਕੀਤੀ ਸੀ ਕੱਲ। ਹੁਕਮ ਦਾ ਮਤਲਬ ਹੈ ਰਜ਼ਾ ਭਾਣਾ। ਰਜ਼ਾ ਭਾਣਾ, ਹੁਕਮ ਜਾਂ ਲੇਖ, ਇਹਦੇ ਵਾਸਤੇ ਅਸੀਂ ਵਰਤ ਸਕਦੇ ਹਾਂ ਸਿਸਟਮ ਜਾਂ ਕੁਦਰਤ ਦੀ ਨਿਯਮਾਵਲੀ, ਲਾ ਆਫ ਨੇਚਰ। ਹੁਣ ਇਹ ਹੁਕਮ ਕੀ ਹੈ, ਗੁਰਦੇਵ ਪਾਤਸ਼ਾਹ ਜੀ ਨੇ ਇਸ ਦੂਜੀ ਪੌੜੀ ਦੇ ਅੰਦਰ ਸਾਨੂੰ ਸਮਝਾਇਆ ਹੈ ਕਿ ਹੁਕਮ ਕੀ ਹੈ, ਹੁਕਮ ਦੇ ਅੰਦਰ ਕੀ ਕੁਝ ਹੋ ਰਿਹਾ ਹੈ। ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ। ਜਦੋਂ ਆਪ ਗਹੁ ਦੇ ਨਾਲ ਇਸ ਪਾਵਨ ਪੌੜੀ ਨੂੰ ਪੜ੍ਹੋਗੇ, ਵਿਚਾਰੋਗੇ, ਤਾਂ ਸਾਡੀ ਇੱਕ ਬਹੁਤ ਵੱਡੇ ਸਵਾਲ ਦਾ ਸੋਲੂਸ਼ਨ ਵੀ ਸਾਨੂੰ ਇੱਥੇ ਮਿਲ ਜਾਏਗਾ। ਜਿਵੇਂ ਆਮ ਲੋਕ ਮੰਨਦੇ ਨੇ ਨਾ ਕਿ ਕਿਸੇ ਦੀ ਕਿਸਮਤ ਚੰਗੀ ਹੁੰਦੀ ਹੈ ਤੇ ਉਹ ਸੁਖੀ ਔਰ ਸ਼ਾਂਤ ਹੋ ਜਾਂਦਾ ਹੈ, ਕਿਸੇ ਦੀ ਕਿਸਮਤ ਮਾੜੀ ਹੁੰਦੀ ਹੈ ਤਾਂ ਉਹਦੀ ਜ਼ਿੰਦਗੀ ਦੇ ਅੰਦਰ ਦੁੱਖ ਆਉਂਦੇ ਨੇ ਔਰ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਕਿਸਮਤ ਲਿਖੀ ਆਉਂਦੀ ਹੈ, ਕਿਸਮਤ ਤੋਂ ਬਿਨਾਂ ਕੁਛ ਨਹੀਂ ਮਿਲਦਾ। ਤਾਂ ਇੱਥੇ ਇਸ ਚੀਜ਼ ਦਾ ਸਵਾਲ ਵੀ ਸਾਨੂੰ ਮਿਲ ਜਾਏਗਾ ਜੇ ਅਸੀਂ ਬੜੇ ਠਰਮੇ ਔਰ ਬੜੇ ਪਿਆਰ ਦੇ ਨਾਲ ਵਿਚਾਰਨ ਦਾ ਯਤਨ ਕਰਾਂ। ਤਾਂ ਦੂਜੀ ਪੌੜੀ ਦੀ ਪਹਿਲੀ ਪੰਕਤੀ ਵਿੱਚ ਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਦਾ ਮਤਲਬ ਹੈ ਹੁਕਮ ਵਿੱਚ, ਆਕਾਰ ਦਾ ਮਤਲਬ ਜੋ ਵੀ ਆਕਾਰ ਹੈ, ਨਿੱਕੇ ਜਿਹੇ ਬੈਕਟੀਰੀਆ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਮਨੁੱਖ ਮਾਤਰ, ਪਸ਼ੂ ਪੰਛੀ, ਜੀਵ ਜੰਤ ਔਰ ਇਸ ਤੋਂ ਬਾਅਦ ਹਵਾ, ਪਾਣੀ,
धरती, आकाश, चंद्रमा, खंड मंडल, ब्रह्मांड, ये सब कुछ हुक्म दे अंदर हो रहा है। हुक्म का मतलब सिस्टम, हुक्म का मतलब ला ऑफ नेचर, कुदरत के जो बचवें नियम ने उन्हां दे अंदर ये आकार पैदा हो रहे। हुण असीं देखदे हां जिवें साडी पकड़ विच 4 खाणियां आईयां ने, अंडज, डेरज, सेतज, उत्कुज। ਤਾਂ ਇਹ ਚਾਰੇ ਹੀ ਖਾਣੀਆਂ ਕੁਛ ਨਿਯਮ ਨੇ, ਉਹਨਾਂ ਨਿਯਮਾਂ ਦੇ ਅੰਦਰ ਹੀ ਇਹ ਸਾਰੇ ਜੀਵ ਜੰਤ ਪੈਦਾ ਹੋ ਰਹੇ ਨੇ। ਜਿਵੇਂ ਮਨੁੱਖ ਹੈ ਤਾਂ ਕਰੀਬ 9-10ਵੇਂ ਮਹੀਨੇ ਬੱਚਾ ਜਨਮ ਲੈਂਦਾ ਹੈ, ਇਸੇ ਤਰ੍ਹਾਂ ਪਸ਼ੂ ਪੰਛੀ ਨੇ, ਉਹਨਾਂ ਦੇ ਜਨਮ ਦੇ ਨਿਯਮ ਨੇ। ਜੋ ਰੁੱਖ ਦਰਖਤ ਨੇ, ਉਹਨਾਂ ਦੇ ਉਤਪਤੀ ਦੇ ਕੁਛ ਨਿਯਮ ਨੇ। ਜੋ ਸਾਡੀਆਂ ਫਸਲਾਂ ਨੇ, ਉਹਨਾਂ ਦੇ ਨਿਯਮ ਨੇ। ਹਰ ਚੀਜ਼ ਕਿਸੇ ਨਿਯਮ ਦੇ ਅੰਦਰ ਪੈਦਾ ਹੋ ਰਹੀ ਹੈ। ਨਿਯਮ ਤੋਂ ਬਾਹਰ ਕੁਛ ਵੀ ਨਹੀਂ ਹੈ। ਹੁਣ ਕਈ ਲੋਕ ਇਹ ਵਿਚਾਰ ਦੇਣਗੇ ਕਿ ਅੱਜ ਕੱਲ੍ਹ ਟੈਸਟ ਟਿਊਬ ਬੇਬੀ ਨੇ, ਤਾਂ ਟੈਸਟ ਟਿਊਬ ਬੇਬੀ ਵੀ ਕਿਸੇ ਨਿਯਮ ਦੇ ਅੰਦਰ ਹੈ। ਉਹਨੂੰ ਡਾਕਟਰ ਲੋਕ ਐਕਸਪਲੇਨ ਕਰ ਸਕਦੇ ਨੇ। ਬਿਨਾਂ ਨਿਯਮ ਤੋਂ ਟੈਸਟ ਟਿਊਬ ਦੇ ਅੰਦਰ ਅਸੀਂ ਜੇ ਬੱਚੇ ਪੈਦਾ ਕਰਨੇ ਚਾਹੀਏ ਤਾਂ ਨਹੀਂ ਕਰ ਪਾਵਾਂਗੇ। ਕਹਿਣ ਤੋਂ ਭਾਵ ਕਿ ਹਰ ਚੀਜ਼ ਸਿਸਟਮ ਦੇ ਅੰਦਰ ਹੈ। ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਧਰਤੀ ਹੈ, ਤਾਰੇ ਨੇ, ਚੰਦਰਮਾ ਨੇ, ਇਹ ਸਭ ਕੁਝ ਅੰਦਰ ਨੇ, ਨਿਯਮ ਤੋਂ ਬਾਹਰ ਨਹੀਂ ਹੈ। ਜਿਵੇਂ ਵਿਗਿਆਨਿਕ ਲੋਕ ਬਿਗ ਬੈਂਗ ਦੀ ਥਿਊਰੀ ਪੇਸ਼ ਕਰਦੇ ਨੇ, ਕਿ ਬਿਗ ਬੈਂਗ ਦੀ ਥਿਊਰੀ ਨੂੰ ਜੋ ਲੋਕ ਮੰਨਣ ਵਾਲੇ ਨੇ, ਬਿਗ ਬੈਂਗ ਦੀ ਥਿਊਰੀ ਨੂੰ ਆਪ ਵਾਚੋਗੇ ਤਾਂ ਉਹਦੇ ਅੰਦਰ ਵੀ ਕੁਝ ਨਿਯਮ ਨੇ। ਉਹਨਾਂ ਨਿਯਮਾਂ ਦੇ ਅੰਦਰ ਹੀ ਇਹ ਸੰਸਾਰ ਪੈਦਾ ਹੋ। ਔਰ 3 ਚੀਜ਼ਾਂ ਹੋ ਰਹੀਆਂ ਨੇ, ਜਨਮ, ਜੀਵਨ ਔਰ ਮੌਤ, ਨਿਕਾਸ, ਵਿਕਾਸ ਔਰ ਵਿਨਾਸ਼। ਇਹ 3 ਚੀਜ਼ਾਂ ਨਿਯਮ ਦੇ ਅੰਦਰ ਨੇ। ਜੇ ਅਸੀਂ ਕੋਈ ਪੌਦਾ ਬੀਜਣਾ ਹੈ ਤਾਂ ਉਹ ਨਿਯਮ ਦੇ ਅੰਦਰ ਉਹਨੇ ਪੈਦਾ ਹੋਣਾ ਹੈ, ਨੇਮ ਦੇ ਅੰਦਰ ਉਸ ਦੀ ਪਾਲਣਾ ਹੋਏਗੀ ਔਰ ਨੇਮ ਦੇ ਅੰਦਰ ਆਖਿਰ ਉਸ ਦਾ ਵਿਨਾਸ਼ ਹੋ ਜਾਏਗਾ। ਨਿਯਮ ਵਿੱਚ ਪੈਦਾਇਸ਼ ਹੈ, ਤੇ ਜਿਸ ਦਿਨ ਅਸੀਂ ਪੈਦਾ ਹੁੰਦੇ ਹਾਂ ਨਾਲ ਹੀ ਸਾਡਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ। ਤੇ ਯਾਦ ਰੱਖਣਾ, ਜਦੋਂ ਬੰਦਾ ਪੈਦਾ ਹੁੰਦਾ ਹੈ ਜਾਂ ਕੋਈ ਰੁੱਖ ਦਰਖਤ ਪੈਦਾ ਹੁੰਦਾ ਹੈ, ਉਹਦਾ ਵਿਕਾਸ ਸ਼ੁਰੂ ਹੁੰਦਾ ਵਿੱਚ ਰੱਖਣੀ, ਵਿਨਾਸ਼ ਵੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਆਖਿਰ ਉਹ ਵਿਕਾਸ ਹੀ ਉਸ ਵੱਲ ਲੈ ਜਾਂਦਾ ਹੈ। ਜੇ ਅਸੀਂ ਪੈਦਾ ਨਾ ਹੁੰਦੇ ਤਾਂ ਅਸੀਂ ਬੱਚੇ ਵੀ ਨਹੀਂ ਸੀ ਬਣਨਾ। ਸਾਡਾ ਜਨਮ ਹੀ ਸਾਨੂੰ ਉਸਨੇ ਬਚਪਨ ਦਿੱਤਾ, ਨਾਲ ਹੀ ਵਿਕਾਸ ਸ਼ੁਰੂ ਹੋ ਗਿਆ। ਸਾਡਾ ਬਚਪਨ ਵੱਧਦਾ ਫੁੱਲ, ਸਾਨੂੰ ਪਤਾ ਵੀ ਨਹੀਂ ਲੱਗਾ ਅਸੀਂ ਜਵਾਨ ਹੋ ਗਏ, ਤੇ ਜਵਾਨੀ ਤੋਂ ਹੀ ਅਸੀਂ ਬੁਢੇਪੇ ਵੱਲ ਅਗਰਸਰ ਹੋ ਗਏ, ਤੇ ਇਹ ਬੁਢੇਪਾ ਆਖਿਰ ਇਹਦਾ ਅੰਤ ਆ ਜਾਣਾ ਹੈ। ਤਾਂ ਤਿੰਨੇ ਚੀਜ਼ਾਂ, ਜਨਮ, ਜੀਵਨ ਔਰ ਮੌਤ, ਨਿਕਾਸ, ਵਿਕਾਸ ਔਰ ਵਿਨਾਸ਼, ਇਹ ਹੁਕਮ ਦੇ ਅੰਦਰ ਹੈ। ਹੁਕਮ ਦਾ ਮਤਲਬ ਇਹ ਨਹੀਂ ਕਿ ਰੱਬ ਕਿਤੇ ਉੱਤੇ ਬੈਠਾ ਹੋਇਆ ਹੁਕਮ ਦੇ ਰਿਹਾ ਹੈ ਕਿ ਤੂੰ ਪੈਦਾ ਹੋ ਤੇ ਤੂੰ ਮਰ। ਹੁਕਮ ਦਾ ਮਤਲਬ ਹੈ ਇੱਕੋ ਵਾਰੀ ਨੇਮ ਬਣ ਚੁੱਕੇ ਨੇ, ਇੱਕੋ ਵਾਰੀ ਜੋ ਕੁਛ ਪਾਣਾ ਸੀ ਪਾ ਦਿੱਤਾ ਹੈ, ਜੋ ਕੁਛ ਪਾਇਆ ਏਕਾ ਵਾਰ। ਤੇ ਉਹ ਰੱਬ ਇਸ ਸੰਸਾਰ ਤੋਂ ਵੱਖਰਾ ਨਹੀਂ ਹੈ। ਇਹ ਚੀਜ਼ ਖਾਸ ਸਮਝਣ ਵਾਲੀ ਔਰ ਧਿਆਨ ਵਿੱਚ ਰੱਖਣ ਵਾਲੀ ਹੈ। ਉਹ ਆਪ ਇਸ ਕਾਇਨਾਤ ਦੇ ਅੰਦਰ ਸਮਾਇਆ ਹੋਇਆ ਹੈ। ਹੁਕਮੀ ਹੋਵਨ ਆਕਾਰ, ਪਰ ਅਗਲਾ ਬਚਨ ਕਰਦੇ ਨੇ, ਹੁਕਮ ਨਾ ਕਹਿਆ ਜਾਈ। ਹੁਕਮ ਬਾਰੇ ਕਿਹਾ ਨਹੀਂ ਜਾ ਸਕਦਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹੁਕਮ ਬਾਰੇ, ਕੁਦਰਤ ਦੇ ਨਿਯਮਾਂ ਬਾਰੇ ਗੱਲ ਨਹੀਂ ਕਰ ਸਕਦੇ, ਸਮਝ ਨਹੀਂ ਸਕਦੇ ਜਾਂ ਉਹਨਾਂ ਨੂੰ ਜਾਣ ਨਹੀਂ ਸਕਦੇ। ਅਸੀਂ ਜਾਣ ਸਕਦੇ ਹਾਂ, ਕੁਛ ਨਿਯਮਾਂ ਨੂੰ ਜਾਣਿਆ ਹੈ ਵਿਗਿਆਨਕਾਂ ਨੇ, ਡਾਕਟਰਾਂ ਨੇ, ਇੰਜੀਨੀਅਰ ਲੋਕਾਂ ਨੇ, ਆਮ ਮਨੁੱਖ ਮਾਤਰ ਨੇ ਸਮਝਿਆ ਹੈ ਨਾ ਸਾਰੀਆਂ ਚੀਜ਼ਾਂ ਨੂੰ ਜਾਣਿਆ ਹੈ। ਔਰ ਉਹਨਾਂ ਨਿਯਮਾਂ ਰਾਹੀਂ ਖੋਜਾਂ ਕਰਕੇ ਕਿੰਨਾ ਕੁਛ ਪੈਦਾ ਕੀਤਾ ਹੈ। ਅੱਗੇ ਬਹੁਤ ਕੁਛ ਵਿਕਾਸ ਹੋਏਗਾ, ਇਹਦਾ ਕੋਈ ਅੰਤ ਨਹੀਂ ਹੈ। ਇੱਥੇ ਹੁਕਮ ਨਾ ਕਹਿਆ ਜਾਈ ਦਾ ਮੀਨਿੰਗ ਇਹ ਹੈ ਕਿ ਹੁਕਮ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੇ ਅਸੀਂ ਕੁਦਰਤ ਦੇ ਨਿਯਮਾਂ ਦਾ ਅੰਤ ਪਾਈਏ, ਕੁਦਰਤ ਦੇ ਨਿਯਮਾਂ ਦਾ ਅੰਤ ਨਹੀਂ ਪਾ ਸਕਾਂਗੇ ਕਿ ਇੱਥੋਂ ਸਿਸਟਮ ਸ਼ੁਰੂ ਹੁੰਦਾ ਹੈ, ਇੱਥੇ ਜਾ ਕੇ ਮੁੱਕ ਜਾਂਦਾ ਹੈ, ਅਨੰਤ ਹੈ।
क्योंकि जिवें रब आप अनंत है, ਉਹਦਾ ਇਹ ਪਸਾਰਾ ਅਨੰਤ ਹੈ, ਅਨੰਤ ਰੂਪ ਹੋ ਕੇ ਪਸਰਿਆ ਹੈ, ਨਿਯਮ ਰੂਪ ਹੋ ਕੇ ਸੰਸਾਰ ਵਿੱਚ ਸਮਾਇਆ ਹੈ। ਸੰਸਾਰ ਅਨੰਤ ਹੈ ਤਾਂ ਇਸ ਸੰਸਾਰ ਦੇ ਜੋ ਨੇਮ ਨੇ, ਕਾਇਦੇ ਕਾਨੂੰਨ ਨੇ, ਕੁਦਰਤ ਦੇ ਨਿਯਮ ਨੇ, ਉਹ ਵੀ ਅਨੰਤ ਨੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਇਹ ਇੱਥੇ ਚੀਜ਼ ਸਮਝਣ ਵਾਲੀ ਹੈ ਕਿ ਇਹ ਹੁਕਮ, ਇਹ ਨਿਯਮ ਅਨੰਤ ਨੇ, ਤਾਂ ਇਸ ਦਾ ਮਤਲਬ ਜੋ ਖੋਜਾਂ ਨੇ ਉਹ ਵੀ ਅਨੰਤ ਹੋਣਗੀਆਂ। ਅਸੀਂ ਕਹਿੰਦੇ ਆ ਨਾ ਚਾਰ ਖਾਣੀਆਂ, ਪਰ ਚਾਰ ਖਾਣੀਆਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਮੰਨੀਆਂ ਜਾ ਰਹੀਆਂ ਸੀ। ਮਨੁੱਖ ਦੀ ਪਕੜ ਵਿੱਚ ਚਾਰ ਖਾਣੀਆਂ ਆਈਆਂ, ਚਾਰ ਬਾਣੀਆਂ ਆਈਆਂ। ਪਾਵਨ ਬਾਣੀ ਵਿੱਚ ਕਹਿੰਦੇ ਨੇ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ, ਕੀਤੀਆਂ ਸੁਰਤੀ, ਸੇਵਕ ਕੀਤੇ, ਨਾਨਕ ਅੰਤ ਨਾ ਅੰਤ। ਖਾਣੀਆਂ ਬਾਣੀਆਂ ਦਾ ਕੋਈ ਅੰਤ ਨਹੀਂ ਹੈ। ਪੈਦਾਇਸ਼ ਦੇ ਸਾਧਨ ਅਨੰਤ ਨੇ, ਅਨੰਤ ਹੋ ਸਕਦੇ ਨੇ। ਸਾਡੀ ਪਕੜ ਦੇ ਵਿੱਚ ਚਾਰ ਖਾਣੀਆਂ ਆਈਆਂ ਨੇ, ਤਾਂ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਜਾਂ ਗੁਰਬਾਣੀ ਸਿਰਫ ਚਾਰ ਖਾਣੀਆਂ ਦੀ ਪ੍ਰੋੜਤਾ ਕਰਦੀ ਹੈ, ਨਹੀਂ। ਕਿਉਂਕਿ ਚਾਰਾਂ ਦੀ ਗੱਲ ਕਹੀ ਜਾ ਰਹੀ ਸੀ, ਇਸ ਲਈ ਚਾਰ ਖਾਣੀਆਂ ਵਰਤਿਆ ਹੈ। ਪਰ ਗੁਰੂ ਜੀ ਦਾ ਆਪਣਾ ਮੰਨਣਾ ਹੈ ਕਿ ਅਨੰਤ ਖਾਣੀਆਂ ਨੇ, ਅਨੰਤ ਬਾਣੀਆਂ ਨੇ, ਅਨੰਤ ਪੈਦਾਇਸ਼ ਦੇ ਢੰਗ ਨੇ। ਹੁਕਮ ਦੇ ਅੰਦਰ ਸਭ ਕੁਝ ਹੋ ਰਿਹਾ ਹੈ, ਲੇਕਿਨ ਹੁਕਮ ਦਾ ਅੰਤ ਪਾਇਆ ਨਹੀਂ ਜਾਂਦਾ। ਤਾਂ ਇਹ ਚੀਜ਼ ਨੋਟ ਕਰ ਲਓ, ਜਦੋਂ ਵੀ ਹੁਕਮ, ਰਜਾ, ਭਾਣਾ ਜਾਂ ਲੇਖ ਸ਼ਬਦ ਆਵੇ ਤਾਂ ਉਹਦਾ ਮਤਲਬ ਹੁੰਦਾ ਹੈ ਸਿਸਟਮ, ਲਾ ਆਫ ਨੇਚਰ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਹੁਣ ਇਹਨੂੰ ਬੜੇ ਗਲਤ ਢੰਗ ਦੇ ਨਾਲ ਬਿਆਨ ਕਰਦੇ ਨੇ ਕੁਝ ਲੋਕ ਕਿ ਮੱਥੇ ਦੇ ਉੱਤੇ ਲੇਖ ਲਿਖੇ ਨੇ, ਉਹਨਾਂ ਲੇਖਾਂ ਨੂੰ ਮਿਟਾਇਆ ਨਹੀਂ ਜਾ ਸਕਦਾ, ਤੇ ਇਹਨੂੰ ਕਿਸਮਤ ਦੇ ਨਾਲ ਜੋੜਦੇ ਨੇ ਕਿ ਗੁਰੂ ਜੀ ਨੇ ਕਿਹਾ ਹੈ ਕਿਸਮਤ ਲਿਖੀ ਹੈ। ਨਾ, ਲੇਖ ਦਾ ਮਤਲਬ ਹੁਕਮ, ਭਾਣਾ, ਸਿਸਟਮ, ਕਿ ਜੋ ਕੁਦਰਤ ਦੇ ਅੰਦਰ ਨਿਯਮ ਬਣੇ ਨੇ, ਇਹਨਾਂ ਕੁਦਰਤੀ ਨਿਯਮਾਂ ਨੂੰ ਮਿਟਾਇਆ ਨਹੀਂ ਜਾ ਸਕਦਾ। ਕਿਵੇਂ ਨਹੀਂ ਮਿਟਾਇਆ ਜਾ ਸਕਦਾ? ਜਿਵੇਂ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ, ਸਿੰਪਲ ਜੀ ਮਿਸਾਲ, ਕਿ ਅਸੀਂ ਆਕਸੀਜਨ ਨਾਲ ਜਿੰਦਾ ਹਾਂ, ਇਹ ਲੇਖ ਲਿਖਿਆ ਹੈ ਨਾ, ਇਹ ਸਿਸਟਮ ਹੈ, ਇਹ ਹੁਕਮ ਹੈ, ਰਜਾ ਭਾਣਾ ਹੈ, ਕੁਦਰਤ ਦਾ ਨਿਯਮ ਹੈ। ਤਾਂ ਅਸੀਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਨਹੀਂ ਰਹਿ ਸਕਦੇ। ਪਾਣੀ ਦੇ ਵਿੱਚ ਵੜਨ ਦੇ ਨਾਲ ਜੇ ਤਰਨਾ ਨਹੀਂ ਆਉਂਦਾ ਤੇ ਬੰਦਾ ਡੁੱਬੇਗਾ, ਇਹ ਲੇਖ ਹੈ ਨਾ। ਤਾਂ ਅਸੀਂ ਡੁੱਬਾਂਗੇ ਜੇ ਤਰਨਾ ਨਹੀਂ ਆਉਂਦਾ ਤੇ। ਜੇ ਤਰਨਾ ਆਉਂਦਾ ਹੈ ਤੇ ਅਸੀਂ ਤੈਰ ਸਕਦੇ ਹਾਂ, ਜਿਹਨੂੰ ਤੈਰਨਾ ਨਹੀਂ ਆਏਗਾ ਡੁੱਬੇਗਾ। ਤਾਂ ਇਹ ਸਿਸਟਮ ਹੈ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ ਦਾ ਮਤਲਬ ਕਿ ਜੋ ਪ੍ਰਭੂ ਨੇ ਜਾਂ ਇਸ ਕੁਦਰਤ ਦੇ ਅੰਦਰ ਜੋ ਨਿਯਮ ਬਣਾਏ ਨੇ, ਬਣੇ ਨੇ, ਉਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ, ਉਹਨਾਂ ਤੋਂ ਬਾਹਰ ਜੀਵਿਆ ਨਹੀਂ ਜਾ ਸਕਦਾ। ਅਗਲਾ ਬਚਨ ਕਰਦੇ ਨੇ ਹੁਕਮੀ ਹੋਵਨ ਜੀ। ਇਹਨੂੰ ਜੀ ਨਹੀਂ ਪੜਨਾ। ਜਦੋਂ ਵੀ ਕਿਸੇ ਅਕਸ਼ਰ ਦੇ ਪਿੱਛੇ ਐੜਾ ਆਏ ਨਾ ਖਾਲੀ, ਤਾਂ ਉਹ ਜੋ ਪਹਿਲੇ ਅਕਸ਼ਰ ਨੂੰ ਲਗ ਮਾਤਰ ਲੱਗੀ ਹੁੰਦੀ ਹੈ, ਉਸ ਨੂੰ ਥੋੜਾ ਲੰਬਾ ਕਰ ਦੇਣਾ ਹੈ, ਐੜਾ ਆਪੇ ਹੀ ਭੁੱਲ ਜਾਏਗਾ। ਹੁਕਮੀ ਹੋਵਨ ਜੀ, ਐੜਾ ਆਪੇ ਹੀ ਭੁੱਲ ਜਾਂਦਾ ਹੈ। ਹੁਕਮੀ ਹੋਵਨ ਜੀ, ਜੀ ਦਾ ਮਤਲਬ ਜੀਵ ਜੰਤ, ਹੁਕਮੀ ਦਾ ਮਤਲਬ ਹੁਕਮਾਂ ਵਿੱਚ, ਨੇਮਾਂ ਦੇ ਅੰਦਰ, ਕੁਦਰਤ ਦੀ ਜਿਹੜੀ ਨਿਯਮਾਵਲੀ ਹੈ, ਉਸ ਨਿਯਮਾਵਲੀ ਦੇ ਅੰਦਰ ਜੀਵ ਜੰਤ ਪੈਦਾ ਹੋ ਰਹੇ ਨੇ। ਹੁਣ ਜੋ ਅੰਡਿਆਂ ਵਾਲੇ ਜੀਵ ਨੇ, ਮੰਨ ਲਓ ਸਪੋਜ਼ ਕਿ ਕਿਸੇ ਪੰਛੀ ਦੇ ਅੰਡੇ ਨੇ, ਤਾਂ ਉਸਨੇ ਉਹਨਾਂ ਅੰਡਿਆਂ ਦੇ ਉੱਤੇ ਬਹਿਣਾ ਹੈ, ਕਿੰਨੀ ਉਹਨੂੰ ਹੀਟ ਦੇਣੀ ਹੈ, ਇਹ ਉਹਨਾਂ ਪੰਛੀਆਂ ਨੂੰ ਗਿਆਨ ਹੈ। ਤੇ ਉਹਨਾਂ ਅੰਡਿਆਂ ਦੇ ਵਿੱਚੋਂ ਬੱਚੇ ਨਿਕਲਦੇ ਨੇ। ਤੇ ਜੇ ਕਿਸੇ ਪੰਛੀ ਦੇ ਅੰਡੇ ਨੂੰ ਫਰਿੱਜ ਦੇ ਵਿੱਚ ਰੱਖ ਦਿੱਤਾ ਜਾਏ ਉਸ ਨਿਯਮ ਤੋਂ ਉਲਟ, ਤਾਂ ਉਹ ਬੱਚਾ ਉਹਦੇ ਚੋਂ ਪੈਦਾ ਨਹੀਂ ਹੋਏਗਾ। ਤੇ ਜੇ ਉਸ ਅੰਡੇ ਨੂੰ ਗਰਮ ਪਾਣੀ ਵਿੱਚ ਉਬਾਲ ਦਿੱਤਾ ਜਾਏ ਕਿ ਮਤਲਬ ਹੀਟ ਹੀ ਦੇਣੀ, ਜਰਾ ਜਲਦੀ ਹੀਟ ਦੇ ਦਿਓ ਤੇ ਬੱਚਾ ਛੇਤੀ ਪੈਦਾ ਹੋ ਜਾਏ, ਤਾਂ ਐਵੇਂ ਨਾ ਹੋਣਾ। ਸਿਸਟਮ ਹੈ ਇੱਕ, ਉਸ ਸਿਸਟਮ ਦੇ ਅੰਦਰ ਹੀ ਅੰਡੇ ਚੋਂ ਬੱਚਾ ਪੈਦਾ ਹੋਏਗਾ। ਇਸੇ ਤਰ੍ਹਾਂ ਹਰ ਜੀਵ ਜੰਤ ਦਾ ਨਿਯਮ ਹੈ ਕੁਦਰਤ ਦਾ, ਉਸ ਕੁਦਰਤ ਦੇ ਨੇਮ ਦੇ ਅੰਦਰ ਇਹ ਜੀਵ ਜੰਤ ਪੈਦਾ ਹੋ ਰਹੇ ਨੇ। ਚਾਹੇ ਨਿੱਕਾ ਜਿਹਾ ਬੈਕਟੀਰੀਆ ਹੈ, ਚਾਹੇ ਵੱਡਾ ਸਾਰਾ ਹਾਥੀ ਹੈ, ਮਨੁੱਖ ਮਾਤਰ ਹੈ, ਪਸ਼ੂ ਪੰਛੀ ਨੇ, ਸਭ ਜੀਵ ਰੱਬੀ ਹੁਕਮ ਦੇ ਅੰਦਰ ਪੈਦਾ ਹੋ ਰਹੇ ਨੇ। ਹੁਕਮ ਦਾ ਮਤਲਬ ਸਿਸਟਮ,
ਹੁਕਮ ਦਾ ਮਤਲਬ ਲਾ ਆਫ ਨੇਚਰ, ਹੁਕਮ ਦਾ ਮਤਲਬ ਕੁਦਰਤ ਦੀ ਨਿਯਮਾਵਲੀ। ਹੁਕਮ ਮਿਲੇ ਵਡਿਆਈ। ਹੁਣ ਇਸ ਦੁਨੀਆ ਵਿੱਚ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਵਡਿਆਈ ਮਿਲਦੀ ਹੈ, ਜਿਨ੍ਹਾਂ ਨੂੰ ਬੜਾ ਵੱਡਾ ਮਾਣ ਮਿਲਦਾ ਹੈ। ਹੁਣ ਇਹ ਮਾਣ ਇਹ ਨਹੀਂ ਕਿ ਰੱਬ ਨੇ ਲਿਖ ਕੇ ਭੇਜਿਆ ਹੈ ਉੱਤੋਂ ਕਿ ਇਹਨੂੰ ਮਾਣ ਮਿਲੇਗਾ। ਜੇ ਤੇ ਐਵੇਂ ਹੈ ਰੱਬ ਨੇ ਲਿਖ ਕੇ ਭੇਜਿਆ ਹੈ, ਤਾਂ ਫਿਰ ਤਾਂ ਜਿਨ੍ਹਾਂ ਲੋਕਾਂ ਦੀ ਬੇਇੱਜ਼ਤੀ ਹੁੰਦੀ ਹੈ ਉਹਦਾ ਜ਼ਿੰਮੇਵਾਰ ਰੱਬ ਹੋਇਆ ਫਿਰ ਤਾਂ, ਕਿਉਂਕਿ ਉਹਨੇ ਮੇਰੀ ਕਿਸਮਤ ਵਿੱਚ ਲਿਖਿਆ ਨਹੀਂ ਮਾਣ, ਇਸ ਕਰਕੇ ਨਹੀਂ ਮਿਲੇਗਾ। ਫਿਰ ਤਾਂ ਜ਼ਿੰਮੇਵਾਰ ਰੱਬ ਹੋਇਆ ਸਾਡੀ ਬੇਇੱਜ਼ਤੀ ਦਾ, ਤਾਂ ਇੱਜ਼ਤ ਦਾ ਵੀ ਜ਼ਿੰਮੇਵਾਰ ਰੱਬ ਹੋਇਆ। ਪਰ ਐਸਾ ਨਹੀਂ ਹੈ। ਹੁਕਮ ਦਾ ਮਤਲਬ ਹੁਕਮ ਵਿੱਚ, ਹੁਕਮ ਦੇ ਦੁਆਰਾ, ਸਿਸਟਮ ਵਿੱਚ, ਕੁਦਰਤੀ ਨਿਯਮਾਂ ਵਿੱਚ ਕਿਸੇ ਨੂੰ ਵਡਿਆਈ ਮਿਲਦੀ ਹੈ। ਕਿਵੇਂ ਮਿਲਦੀ ਹੈ? ਦੇਖੋ, ਹਜ਼ਾਰਾਂ ਸਾਲਾਂ ਤੋਂ ਲੋਕ ਫਲ ਖਾ ਰਹੇ ਸਨ, ਹਜ਼ਾਰਾਂ ਸਾਲਾਂ ਤੋਂ ਖਾ ਰਹੇ ਸਨ। ਸੇਬ ਡਿੱਗਦੇ ਸਨ, ਅਮਰੂਦ ਡਿੱਗਦੇ ਸਨ, ਬੇਰ ਡਿੱਗਦੇ ਸਨ, ਲੋਕ ਚੁੱਕ ਕੇ ਖਾਂਦੇ ਸਨ, ਪੱਥਰ ਮਾਰ ਕੇ ਤੋੜਦੇ ਸਨ, ਖਾਂਦੇ ਸਨ। ਪਰ ਨਿਊਟਨ ਦੇ ਉੱਤੇ ਇੱਕ ਫਲ ਡਿੱਗਿਆ ਤੇ ਨਿਊਟਨ ਨੇ ਪਹਿਲੀ ਵਾਰ ਸੋਚਿਆ ਕਿ ਇਹ ਫਲ ਥੱਲੇ ਕਿਉਂ ਡਿੱਗਿਆ ਹੈ, ਰੁੱਖ ਨਾਲੋਂ ਟੁੱਟ ਕੇ ਉੱਤੇ ਨੂੰ ਕਿਉਂ ਨਹੀਂ ਉੱਡ ਗਿਆ, ਸੱਜੇ ਖੱਬੇ ਕਿਉਂ ਨਹੀਂ ਚਲਾ ਗਿਆ, ਆਕਾਸ਼ ਵੱਲ ਕਿਉਂ ਨਹੀਂ ਉੱਡ ਗਿਆ। ਪਹਿਲੀ ਵਾਰੀ ਸੋਚਿਆ। ਹਜ਼ਾਰਾਂ ਸਾਲਾਂ ਤੋਂ ਫਲ ਡਿੱਗ ਰਹੇ ਸਨ, ਬਹੁਤ ਲੋਕ ਫਲ ਖਾ ਰਹੇ ਸਨ, ਪਰ ਉਹਨੇ ਪਹਿਲੀ ਵਾਰ ਸੋਚਿਆ ਕਿ ਇਹ ਫਲ ਥੱਲੇ ਕਿਉਂ ਡਿੱਗਿਆ ਹੈ। ਤੇ ਜਦੋਂ ਸੋਚਿਆ, ਖੋਜ ਕੀਤੀ, ਤਾਂ ਉਹਨੂੰ ਪਤਾ ਲੱਗਾ ਕਿ ਧਰਤੀ ਦੇ ਅੰਦਰ ਆਕਰਸ਼ਣ ਸ਼ਕਤੀ ਹੈ, ਗ੍ਰੇਵਿਟੀ ਫੋਰਸ ਹੈ। ਧਰਤੀ ਹਰ ਸ਼ੈ ਨੂੰ ਆਪਣੇ ਵੱਲ ਖਿੱਚਦੀ ਹੈ। ਉਹਨੇ ਖੋਜ ਕੀਤੀ, ਉਹਦੇ ਇਹਨਾਂ ਸਿਧਾਂਤਾਂ ਤੇ ਬਹੁਤ ਸਾਰੇ ਖੋਜਾਂ ਹੋਰ ਕੀਤੀਆਂ ਗਈਆਂ। ਤਾਂ ਇਹ ਮਾਣ ਕਿਵੇਂ ਮਿਲਿਆ ਉਹਨੂੰ? ਵਡਿਆਈ ਮਿਲੀ ਨਾ ਨਿਊਟਨ ਨੂੰ ਮਿਲੀ ਕਿ ਗ੍ਰੇਵਿਟੀ ਫੋਰਸ ਤੱਕ ਖੋਜ ਕਰਤਾ ਨਿਊਟਨ ਹੈ। ਇਹ ਹੁਣ ਵਡਿਆਈ ਮੈਨੂੰ ਕਿਉਂ ਨਹੀਂ ਮਿਲੀ, ਤੁਹਾਨੂੰ ਕਿਉਂ ਨਹੀਂ ਮਿਲੀ, ਹੋਰ ਕਿਸੇ ਨੂੰ ਕਿਉਂ ਨਹੀਂ ਮਿਲੀ? ਕਿਉਂਕਿ ਉਹਨੇ ਖੋਜ ਕੀਤੀ ਹੈ ਨਾ। ਤਾਂ ਵਡਿਆਈ ਉਸ ਨੂੰ ਮਿਲੇਗੀ ਜੋ ਸਿਸਟਮ ਦੇ ਅੰਦਰ ਚੱਲੇਗਾ। ਜੇ ਕਿਸੇ ਬੰਦੇ ਨੂੰ, ਹੁਣ ਦੇਖੋ ਭਗਤ ਪੂਰਨ ਸਿੰਘ ਜੀ ਨੇ, ਉਹਨਾਂ ਨੂੰ ਵਡਿਆਈ ਮਿਲੀ, ਤਾਂ ਉਹਨਾਂ ਨੂੰ ਵਡਿਆਈ ਕਿਉਂ ਮਿਲੀ? ਉਹ ਵਡਿਆਈ ਸਾਨੂੰ ਕਿਉਂ ਨਹੀਂ ਮਿਲੀ? ਉਹਦਾ ਰੀਜ਼ਨ ਹੈ ਕਿ ਅਸੀਂ ਉਹ ਕੰਮ ਕੀਤਾ ਹੀ ਨਹੀਂ। ਸਿਸਟਮ ਹੈ ਨਾ ਕਿ ਜੋ ਕਿਸੇ ਦੀ ਸੇਵਾ ਕਰੇਗਾ, ਜੋ ਭਲਾ ਕਰੇਗਾ, ਉਸ ਬੰਦੇ ਨੂੰ ਵਡਿਆਈ ਮਿਲੇਗੀ। ਕਿ ਜੇ ਬੰਦਾ ਸਿਸਟਮ ਵਿੱਚ ਚੱਲਣ ਤੋਂ ਬਿਨਾਂ ਹੀ ਕਹੇ ਕਿ ਮੈਨੂੰ ਵਡਿਆਈ ਮਿਲੇ, ਮੇਰਾ ਮਾਣ ਕਰੋ, ਮੇਰਾ ਸਤਿਕਾਰ ਕਰੋ, ਤੇ ਮੰਗਿਆ ਵਡਿਆਈ ਥੋੜਾ ਮਿਲਦੀ ਹੈ। ਵਡਿਆਈ ਮਿਲਦੀ ਹੈ, ਹਰ ਇਨਸਾਨ ਨੂੰ ਮਿਲ ਸਕਦੀ ਹੈ, ਮੈਨੂੰ ਵੀ ਮਿਲ ਸਕਦੀ ਹੈ, ਤੁਹਾਨੂੰ ਵੀ ਮਿਲ ਸਕਦੀ ਹੈ, ਕਿਸੇ ਹੋਰ ਨੂੰ ਵੀ ਮਿਲ ਸਕਦੀ ਹੈ, ਲੇਕਿਨ ਸਿਸਟਮ ਦੇ ਅੰਦਰ ਮਿਲੇਗੀ, ਸਿਸਟਮ ਤੋਂ ਬਾਹਰ ਨਹੀਂ। ਤੁਸੀਂ ਆਪਣੇ ਪਰਿਵਾਰਾਂ ਵਿੱਚ ਵਿਚਰਦੇ ਹੋ, ਕਈ ਲੋਕ ਨੇ, ਉਹਨਾਂ ਨੂੰ ਰਿਸ਼ਤੇਦਾਰਾਂ ਵਿੱਚੋਂ, ਮਿੱਤਰਾਂ ਚੋਂ ਬਹੁਤ ਵਡਿਆਈ ਮਿਲਦੀ ਹੈ। ਲੋਕ ਪਿਆਰ ਕਰਦੇ ਨੇ, ਲੋਕ ਲੋਚਦੇ ਨੇ ਕਿ ਸਾਡੇ ਘਰ ਆਵੇ, ਸਾਡੇ ਨਾਲ ਗੱਲਬਾਤ ਕਰੇ, ਔਰ ਉਹਨਾਂ ਨੂੰ ਲੋਕ ਇਨਵਾਈਟ ਕਰਦੇ ਨੇ। ਵਡਿਆਈ ਮਿਲਦੀ ਹੈ ਨਾ, ਕਿਉਂ? ਕਿ ਉਹ ਕਿਸੇ ਸਿਸਟਮ ਨੂੰ ਫੋਲੋ ਕਰ ਰਹੇ ਨੇ। ਤੇ ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਰਿਸ਼ਤੇਦਾਰ, ਸੱਜਣ ਮਿੱਤਰ ਵੀ ਕਹਿੰਦੇ ਨੇ ਵੀ ਸਾਡੇ ਘਰ ਨਾ ਵੜੀ, ਸਗੋਂ ਦੂਜਿਆਂ ਨੂੰ ਵੀ ਕਹਿੰਦੇ ਨੇ ਵੀ ਵਿਆਹ ਸ਼ਾਦੀ ਤੇ ਉਹਨੂੰ ਕਿਹਨੂੰ ਬੁਲਾਉਣ ਲੱਗੇ ਹੋ ਮੁਸੀਬਤ ਨੂੰ, ਉਹਨੇ ਤੇ ਆਣ ਕੇ ਸਾਰਾ ਕੰਮ ਗੜਬੜ ਕਰ ਦੇਣਾ, ਤਾਂ ਉਹਦਾ ਨਿਰਾਦਰ ਹੋਇਆ ਨਾ। ਤਾਂ ਜੇ ਇਸ ਦੁਨੀਆ ਵਿੱਚ ਕੋਈ ਵਡਿਆਈ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਸਿਸਟਮ ਨੂੰ ਸਮਝਣਾ ਪਵੇਗਾ। ਦੇਖੋ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੂੰ ਰੱਬ ਜਿੰਨੀ ਵਡਿਆਈ ਮਿਲ ਰਹੀ ਹੈ, ਲੋਕ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਆਪ ਰੱਬ ਵਰਗੇ ਨੇ। ਕਿਉਂ ਮਿਲੀ ਹੈ ਵਡਿਆਈ? ਕਿਉਂਕਿ ਉਹ ਹੁਕਮ ਅਨੁਸਾਰ ਕਿੰਨੀ ਲੰਬੀ ਚੌੜੀ ਦੁਨੀਆ ਦੀ ਉਹਨਾਂ ਨੇ ਸੇਵਾ ਕੀਤੀ ਹੈ। ਲੋਕਾਂ ਨੂੰ ਇੱਕ ਨਵੀਂ ਵਿਚਾਰਧਾਰਾ ਦਿੱਤੀ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ। ਐਸੀ ਜ਼ਿੰਦਗੀ, ਐਸੀ ਸੋਚ ਜਿਸ ਨੇ ਪੂਰੇ ਵਿਸ਼ਵ ਨੂੰ ਬਦਲ ਦਿੱਤਾ, ਜੋ ਪੂਰੇ ਸੰਸਾਰ ਅੰਦਰ ਇੱਕ ਸੁਰਤਾ ਲਿਆਉਣ ਦੀ ਸ਼ਕਤੀ ਰੱਖਦੀ ਹੈ, ਜਿਨ੍ਹਾਂ ਦੀ ਵਿਚਾਰਧਾਰਾ
ਤੇ ਹੁਣ ਉਹਨਾਂ ਨੂੰ ਵਡਿਆਈ ਥੋੜੀ ਮਿਲੇਗੀ ਜਿਹੜੇ ਜਾਤੀਵਾਦ ਤੇ ਹੋਰ ਜੋ ਗੱਲਾਂ ਕਰਨਗੇ, ਵਡਿਆਈ ਨਹੀਂ ਨਾ ਮਿਲ ਸਕਦੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਕਿਉਂ? ਕਿਉਂਕਿ ਉਹਨਾਂ ਦੀ ਵਿਚਾਰਧਾਰਾ ਬਹੁਤ ਵੱਡੀ ਹੈ, ਮਹਾਨ ਹੈ। ਇਸ ਲਈ ਸਭ ਤੋਂ ਵੱਡੇ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡਾ ਗੁਰੂ ਹੈ। ਵਡਿਆਈ ਜਿਨ੍ਹਾਂ ਨੂੰ ਮਿਲੀ ਹੁਣ ਭਾਈ ਕਨ੍ਹਈਆ ਜੀ ਨੇ, ਵਡਿਆਈ ਕਿਉਂ ਮਿਲ ਰਹੀ ਹੈ? ਕਿਉਂਕਿ ਉਹ ਸਾਰਿਆਂ ਦੇ ਨਾਲ ਇੱਕ ਜੈਸਾ ਵਿਹਾਰ ਕਰ ਰਹੇ ਨੇ, ਸਿਸਟਮ ਦੇ ਅੰਦਰ, ਵਰਦੀਆਂ ਗੋਲੀਆਂ ਵਿੱਚ, ਚੱਲਦੇ ਤੀਰਾਂ ਅੰਦਰ, ਖੜਕਦੇ ਨੇਜ਼ਿਆਂ ਦੇ ਅੰਦਰ ਬਿਨਾਂ ਵਿਤਕਰੇ ਤੋਂ ਪਾਣੀ ਪਿਲਾ ਰਹੇ ਨੇ, ਬਿਨਾਂ ਵਿਤਕਰੇ ਤੋਂ ਮਰਮ ਪੱਟੀ ਲਗਾ ਰਹੇ ਨੇ। ਤਾਂ ਇਹ ਵਡਿਆਈ ਲੈਣ ਵਾਸਤੇ ਤਾਂ ਭਾਈ ਕਨ੍ਹਈਆ ਵਰਗਾ ਕੰਮ ਕਰਨਾ ਪਵੇਗਾ ਨਾ। ਹੁਣ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਜਾਂ ਹੋਰ ਸਿੰਘ ਸਿੰਘਣੀਆਂ ਨੇ, ਉਹਨਾਂ ਦੇ ਨਾਮ ਅਰਦਾਸ ਵਿੱਚ ਕਿਉਂ ਸ਼ਾਮਲ ਹੋ ਗਏ? ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿਤ ਸ਼ੀਸ਼ ਦਿੱਤੇ, ਸਾਡੇ ਨਾਮ ਸ਼ਾਮਲ ਕਿਉਂ ਨਹੀਂ ਹੋਏ? ਸਾਨੂੰ ਵਡਿਆਈ ਕਿਉਂ ਨਹੀਂ ਮਿਲੀ? ਕਿਉਂਕਿ ਅਸੀਂ ਇਸ ਸਿਸਟਮ ਨੂੰ ਫੋਲੋ ਹੀ ਨਹੀਂ ਕੀਤਾ। ਜਿਹੜਾ ਫੋਲੋ ਕਰੇਗਾ ਉਹਨੂੰ ਵਡਿਆਈ ਮਿਲੇਗੀ। ਇੱਕ ਬੱਚਾ ਸਕੂਲ ਵਿੱਚ ਬਹੁਤ ਚੰਗੇ ਨੰਬਰ ਲੈ ਕੇ ਆਉਂਦਾ ਹੈ ਤਾਂ ਉਹਨੂੰ ਵਡਿਆਈ ਮਿਲਦੀ ਹੈ ਕਿ ਇਸ ਪੂਰੇ ਸਕੂਲ ਚੋਂ ਫਸਟ ਆਇਆ ਹੈ। ਦੂਜੇ ਨੂੰ ਵਡਿਆਈ ਮਿਲਦੀ ਹੈ ਪੂਰੇ ਜ਼ਿਲ੍ਹੇ ਚੋਂ, ਤੀਜੇ ਨੂੰ ਵਡਿਆਈ ਮਿਲਦੀ ਹੈ ਪੂਰੇ ਸਟੇਟ ਚੋਂ, ਤੇ ਚੌਥੇ ਨੂੰ ਵਡਿਆਈ ਮਿਲਦੀ ਹੈ ਪੂਰੇ ਦੇਸ਼ ਚੋਂ। ਤਾਂ ਪਿੱਛੇ ਇੱਕ ਨਿੱਕੀ ਜਿਹੀ ਬੱਚੀ ਸੀ, ਉਹਦੀ ਹੈਂਡ ਰਾਈਟਿੰਗ ਇੰਨੀ ਸੁੰਦਰ ਹੈ ਕਿ ਪੂਰੀ ਦੁਨੀਆ ਦੇ ਵਿੱਚ ਉਹਦੀ ਹੈਂਡ ਰਾਈਟਿੰਗ ਬਹੁਤ ਸੁੰਦਰ ਹੈ, ਪੂਰੀ ਦੁਨੀਆ ਚੋਂ। ਤਾਂ ਉਹ ਵਡਿਆਈ ਤਾਂ ਹੀ ਮਿਲੀ ਨਾ, ਉਹਨੇ ਫੋਲੋ ਕੀਤੀ ਚੀਜ਼ ਨੂੰ। ਥੋੜੇ ਦਿਨ ਪਹਿਲਾਂ ਇੱਕ ਬੱਚੀ, ਮੇਰੇ ਖਿਆਲ 17 ਸਾਲ ਦੀ ਹੈ, ਉਹ ਇੱਕ ਇੰਟਰਵਿਊ ਦੇਣ ਗਈ ਹੈ ਜਿਸ ਨੂੰ 13 ਭਾਸ਼ਾਵਾਂ ਯਾਦ ਨੇ। 13 ਭਾਸ਼ਾਵਾਂ ਪੂਰੀਆਂ ਸਹੀ ਬੋਲਦੀ ਹੈ, ਐਨ ਉਹਨਾਂ ਭਾਸ਼ਾਵਾਂ ਵਰਗਾ ਉਚਾਰਨ ਕਰਦੀ ਹੈ, ਲੋਕਾਂ ਵਰਗਾ। ਜੈਪਨੀਜ਼ ਹੈਗੀ ਹੈ, ਜਾਂ ਇਟਾਲੀਅਨ ਹੈਗੀ ਹੈ, ਜਾਂ ਅਮਰੀਕਨ ਇੰਗਲਿਸ਼ ਹੈ, ਕੈਨੇਡੀਅਨ ਇੰਗਲਿਸ਼ ਹੈ, ਹਿੰਦੀ ਹੈ, ਹੋਰ ਬਹੁਤ ਸਾਰੀਆਂ 13 ਭਾਸ਼ਾਵਾਂ ਬੋਲਦੀ ਹੈ। ਤਾਂ ਉਹਨੂੰ ਵਡਿਆਈ ਮਿਲੀ। ਹੁਣ ਇਹ ਵਡਿਆਈ ਤਾਂ ਉਸੇ ਲੈਂਗੁਏਜ ਯਾਦ ਕਰੇਗਾ, ਜੇ ਉਹਦੇ ਤੋਂ ਅੱਗੇ ਜਾਣਾ ਹੈ ਤੇ 14 ਯਾਦ ਕਰਨੀਆਂ ਪੈਣਗੀਆਂ, ਜਿਹੜਾ ਯਾਦ ਕਰੇਗਾ ਉਹਨੂੰ ਮਿਲ ਜਾਏਗੀ। ਤਾਂ ਵਡਿਆਈ ਮਾਣ ਮੰਗਿਆ ਨਹੀਂ ਮਿਲਦਾ ਹੁਕਮ ਵਿੱਚ। ਤੇ ਹੁਕਮ ਦਾ ਮਤਲਬ ਇਹ ਨਹੀਂ ਕਿ ਉੱਤੋਂ ਲਿਖਿਆ ਆਇਆ ਹੈ, ਇਹ ਸੰਸਾਰ ਦੇ ਕੁਦਰਤ ਦੇ ਨੇਮ ਨੇ, ਇਹਨਾਂ ਨੂੰ ਹੁਕਮ ਕਹਿੰਦੇ ਨੇ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਅਗਲਾ ਬਚਨ ਕਰਦੇ ਨੇ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਹੁਕਮ ਦੇ ਅੰਦਰ ਕੋਈ ਉੱਤਮ ਹੈ ਤੇ ਕੋਈ ਨੀਚ ਹੈ, ਕੋਈ ਪੁੰਨੀ ਹੈ, ਕੋਈ ਪਾਪੀ ਹੈ, ਕੋਈ ਧਰਮੀ ਹੈ, ਕੋਈ ਅਧਰਮੀ ਹੈ, ਕੋਈ ਨਿਆਂਕਾਰੀ ਹੈ, ਕੋਈ ਅਨਿਆਂਕਾਰੀ ਹੈ, ਕੋਈ ਚੋਰ ਹੈ ਤੇ ਕੋਈ ਸਾਧ ਹੈ, ਕੋਈ ਦਾਨੀ ਹੈ ਤੇ ਕੋਈ ਲੁਟੇਰਾ ਹੈ। ਹੁਕਮ ਦੇ ਅੰਦਰ ਕੋਈ ਉੱਤਮ ਔਰ ਕੋਈ ਨੀਚ, ਚੰਗੇ ਔਰ ਮਾੜੇ, ਸਾਰੇ ਹੁਕਮ ਵਿੱਚ ਨੇ। ਹੁਣ ਅਸੀਂ ਇਹਨਾਂ ਚੀਜ਼ਾਂ ਦਾ ਨਜਾਇਜ਼ ਲਾਭ ਉਠਾਉਂਦੇ ਹਾਂ ਕਿ ਰੱਬੀ ਹੋ ਜੀ, ਰੱਬ ਨੇ ਲਿਖ ਕੇ ਭੇਜਿਆ ਹੈ, ਉਹ ਚੰਗਾ ਹੈ ਮਾੜਾ ਹੈ, ਰੱਬ ਨੇ ਕਿਸਮਤ ਲਿਖੀ ਹੈ। ਇਹਦਾ ਮਤਲਬ ਨੀਵੀਂ ਕਿਸਮਤ, ਨੀਵੀਂ ਬਿਰਤੀ ਜਿਹੜੀ ਹੈ ਰੱਬ ਨੇ ਲਿਖ ਦਿੱਤੀ ਹੈ। ਸ਼ਰਾਬਾਂ ਪੀਵੀ ਜਾਓ, ਡਾਕੇ ਮਾਰੀ ਜਾਓ, ਜੂਏ ਖੇਲੀ ਜਾਓ, ਰੱਬ ਨੇ ਲਿਖਿਆ। ਐਸਾ ਨਹੀਂ ਹੈ, ਕਿਸੇ ਦੇ ਉੱਤੋਂ ਲਿਖ ਕੇ ਨਹੀਂ ਆਉਂਦਾ। ਰੱਬ ਕਿਸੇ ਨੂੰ ਮਾੜਾ ਨਹੀਂ ਲਿਖਦਾ। ਕੋਈ ਮਾਂ-ਬਾਪ ਹੈ ਜਿਹੜਾ ਆਪਣੇ ਇੱਕ ਬੱਚੇ ਨੂੰ ਕਹੇ ਤੂੰ ਚੋਰੀਆਂ ਕਰ, ਡਾਕੇ ਮਾਰ, ਕਤਲ ਕਰ, ਸ਼ਰਾਬਾਂ ਪੀ, ਨਸ਼ੇ ਖਾ, ਤੇ ਦੂਜੇ ਨੂੰ ਕਹੇ ਵੀ ਤੂੰ ਧਰਮੀ ਬਣ? ਨਹੀਂ ਨਾ। ਮਾਂ-ਬਾਪ ਤਾਂ ਹਰ ਬੱਚੇ ਨੂੰ ਚੰਗਾ ਵੇਖਣਾ ਚਾਹੁੰਦਾ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ, ਪੂਰੀ ਦੁਨੀਆ ਰੱਬ ਸਾਂਝਾ ਪਿਤਾ ਹੈ ਤੇ ਉਹਦੀ ਸੰਤਾਨ ਹੈ, ਤਾਂ ਉਹ ਸਾਰਿਆਂ ਨੂੰ ਹੀ ਚੰਗਾ ਬਣਾਏਗਾ ਨਾ, ਸਾਰਿਆਂ ਨੂੰ ਸੁੱਖ ਦੇਵੇਗਾ ਨਾ, ਸਾਰਿਆਂ ਵਾਸਤੇ ਇੱਕੋ ਜਿਹੇ ਸਾਧਨ ਪੈਦਾ ਕਰੇਗਾ। ਤੇ ਉਸਨੇ ਕੀਤੇ ਵੀ ਨੇ। ਸੂਰਜ ਇਹ ਨਹੀਂ ਕਿ ਚੰਗਿਆਂ ਨੂੰ ਰੋਸ਼ਨੀ ਦੇ ਰਿਹਾ ਤੇ ਮਾੜਿਆਂ ਨੂੰ ਨਹੀਂ ਦਿੰਦਾ। ਅਮੀਰ ਦੇ ਮਹਿਲ ਵਿੱਚ ਚਾਨਣਾ ਦੇਵੇਗਾ ਤੇ ਗਰੀਬ ਦੀ ਝੁੱਗੀ ਵਿੱਚ ਨਹੀਂ ਦੇਵੇਗਾ। ਐਸਾ ਕੋਈ ਨਿਯਮ ਨਹੀਂ, ਸਭ ਵਾਸਤੇ ਬਰਾਬਰ ਮੌਕੇ, ਬਰਾਬਰ। ਉੱਤਮ ਔਰ ਹੁਕਮ ਵਿੱਚ ਹੈ। ਹੁਕਮ ਦਾ ਮਤਲਬ ਕੀ ਹੈ ਜੀ? ਬੋਲ ਕੇ ਦੱਸੋ ਆਪਣੇ ਅਨਮਿਊਟ ਹੋਣ ਤੋਂ ਬਿਨਾਂ ਹੀ। ਹੁਕਮ ਦਾ ਮਤਲਬ ਸਿਸਟਮ, ਨਿਯਮ। ਹੁਕਮ ਦਾ ਮਤਲਬ ਨਿਯਮ, ਲਾ ਆਫ ਨੇਚਰ। ਇਸ ਨੇਚਰ ਦੇ ਲਾ ਦੇ ਅੰਦਰ, ਹੁਕਮ ਦੇ ਅੰਦਰ ਕੋਈ ਉੱਤਮ ਹੈ। ਦੇਖੋ, ਜੇ ਚੰਗੇ ਬੋਲ ਬੋਲੋਗੇ, ਪਿਆਰੇ ਬੋਲ ਬੋਲੋਗੇ, ਮਿੱਠੇ ਬੋਲ ਬੋਲੋਗੇ, ਪਰ ਉਪਕਾਰ ਕਰੋਗੇ ਤਾਂ ਉੱਤਮ ਹੋ ਜਾਓਗੇ ਨਾ। ਇਹ ਸਿਸਟਮ ਹੈ।
ਤੁਹਾਨੂੰ ਉੱਤਮ ਕਿਹਾ ਜਾਏਗਾ, ਚੰਗੇ ਕਿਹਾ ਜਾਏਗਾ, ਧਰਮੀ ਕਿਹਾ ਜਾਏਗਾ। ਤੇ ਜੇ ਭਾਈ ਝੂਠ ਬੋਲੋਗੇ, ਕਤਲ ਕਰੋਗੇ, ਡਾਕੇ ਮਾਰੋਗੇ, ਈਰਖਾ ਕਰੋਗੇ, ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਓਗੇ ਤੇ ਤੁਸੀਂ ਨੀਚ ਹੋ ਜਾਓਗੇ। ਇਹ ਸਿਸਟਮ ਵਿੱਚ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ। ਸਿਸਟਮ ਵਿੱਚ ਹੁਣ ਮਰਜ਼ੀ ਸਾਡੀ ਆਪਣੀ ਹੈ ਵੀ ਉੱਤਮ ਬਣਨਾ ਕਿ ਨੀਚ ਬਣਨਾ ਹੈ। ਰੱਬ ਕਿਸੇ ਦਾ ਵੈਰੀ ਨਹੀਂ ਹੈ, ਅਸੀਂ ਆਪ ਆਪਣੇ ਵੈਰੀ ਹਾਂ। ਅਸੀਂ ਆਪ ਆਪਣੇ ਆਪ ਨੂੰ ਨੀਵਾਂ ਬਣਾ ਲਿਆ ਹੈ, ਕਿਉਂਕਿ ਅਸੀਂ ਨੇਮ ਉਹ ਫੋਲੋ ਕੀਤੇ ਨੇ ਜੋ ਥੱਲੇ ਨੂੰ ਜਾ ਰਹੇ ਨੇ। ਪੌੜੀਆਂ ਸਿਰਫ ਪੌੜੀਆਂ ਨੇ, ਪੌੜੀਆਂ ਨਾ ਥੱਲੇ ਜਾਂਦੀਆਂ ਨੇ ਨਾ ਉੱਤੇ ਜਾਂਦੀਆਂ ਨੇ। ਬੰਦਾ ਚਾਹੇ ਪੌੜੀਆਂ ਰਾਹੀਂ ਉੱਤੇ ਚਲਾ ਜਾਏ ਚਾਹੇ ਥੱਲੇ ਆ ਜਾਏ, ਪੌੜੀਆਂ ਤੇ ਪੌੜੀਆਂ, ਇੱਕ ਉੱਤੇ ਜਾ ਰਿਹਾ ਇੱਕ ਥੱਲੇ ਆ ਰਿਹਾ, ਉਹਦੀ ਮਰਜ਼ੀ। ਜੀਵਨ ਹੈ, ਇਹਦੇ ਵਿੱਚ ਗਿਰਾਵਟ ਵੀ ਹੈ, ਇਹਦੇ ਵਿੱਚ ਉਚਾਈ ਵੀ ਹੈ। ਕਾਮ, ਕ੍ਰੋਧ, ਲੋਭ ਆਦਿਕ ਦੀ ਗਲਤ ਵਰਤੋਂ ਕਰੋ, ਇਹ ਗਿਰਾਵਟ ਵਿੱਚ ਲੈ ਜਾਣਗੇ। ਇਹਨਾਂ ਦੀ ਸਹੀ ਵਰਤੋਂ ਕਰੋ, ਸਤ ਸੰਤੋਖ ਦੇ ਰੂਪ ਵਿੱਚ ਉੱਚੇ ਲੈ ਜਾਣਗੇ। ਮਰਜ਼ੀ ਹਰ ਇੱਕ ਦੀ ਸਿਸਟਮ ਹੈ, ਇਹਦੇ ਤੋਂ ਫਿਰ ਬਾਹਰ ਨਹੀਂ ਹੋਇਆ ਜਾ ਸਕਦਾ। ਕੰਮ ਕਰਨ ਲੱਗਿਆ ਬੰਦਾ ਬਿਲਕੁਲ ਆਜ਼ਾਦ ਹੈ, ਉਹਨੂੰ ਸਿਸਟਮ ਦੇ ਅੰਦਰ ਫਿਰ ਕਰਮ ਭੋਗਣਾ ਪਵੇਗਾ। ਤਾਂ ਹੁਕਮੀ ਉੱਤਮ ਨੀਚ ਕਾਇਨਾਤ ਦੇ ਜੋ ਬਜਵੇਂ ਨਿਯਮ ਨੇ, ਉਹਨਾਂ ਨਿਯਮਾਂ ਨੂੰ ਫੋਲੋ ਕਰਨ ਵਾਲੇ ਉੱਤਮ ਹੋ ਜਾਂਦੇ ਨੇ, ਤੇ ਜੋ ਉਹਨਾਂ ਨੂੰ ਫੋਲੋ ਨਹੀਂ ਕਰਦੇ ਉਹ ਨੀਚ ਹੋ ਜਾਂਦੇ ਨੇ। ਸਭ ਸਿਸਟਮ ਦੇ ਵਿੱਚ ਨੇ। ਔਰ ਜੇ ਕੋਈ ਉੱਤਮ ਹੈ ਜਾਂ ਨੀਚ ਹੈ, ਉਹ ਸਿਸਟਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਅਗਲਾ ਬਚਨ ਕਰਦੇ ਨੇ, ਹੁਕਮ ਲਿਖ ਦੁੱਖ ਸੁਖ ਪਾਈਏ ਹੈ। ਇਹ ਥੜਸੀ ਤੇ ਨੀਚ ਦੇ ਚੱਚੇ ਥੱਲੇ ਵੀ ਔਂਕੜ ਸੀ। ਇਹ ਇੱਕ ਵਚਨੀ ਸ਼ਬਦ ਨੇ, ਸਿੰਗੂਲਰ। ਤੇ ਅੱਗੇ ਹੁਕਮ ਲਿਖ ਦੁੱਖ ਸੁਖ ਪਾਈਏ ਹੈ, ਦੁੱਖ ਔਰ ਸੁਖ ਦਾ ਖੱਖਾ ਮੁਕਤਾ ਹੈ। ਇਹ ਪਲੂਰਲ ਨੇ, ਬਹੁਵਚਨ ਹੈ। ਬਹੁਤੇ ਸੁਖ ਬਹੁਤੇ ਦੁੱਖ ਹੁਕਮ ਦੇ ਅੰਦਰ ਹੀ ਲਿਖ ਕੇ ਸੁਖ ਔਰ ਦੁੱਖ ਪਾਏ ਜਾਂਦੇ ਹਨ ਜਾਂ ਪਾਈਦੇ ਹਨ। ਹੁਕਮ ਅੰਦਰ ਲਿਖ ਕੇ ਸੁਖ ਦੁੱਖ ਪਾਏ ਜਾਂਦੇ ਹਨ ਜਾਂ ਮਿਲਦੇ ਹਨ। ਲਿਖ ਕੇ, ਲਿਖੇ ਅਨੁਸਾਰ ਹੁਕਮ ਦੇ ਵਿੱਚ ਮਿਲਦੇ ਨੇ ਸੁਖ ਦੁੱਖ। ਹੁਣ ਇਹਦੀ ਵੀ ਅਸੀਂ ਵਰਤੋਂ ਕਰਨੇ ਆ ਕਿ ਰੱਬ ਨੇ ਲਿਖ ਕੇ ਭੇਜਿਆ ਹੈ ਸਾਡੇ ਮੱਥੇ ਤੇ ਕਿਸਮਤ, ਉਹਦੇ ਅਨੁਸਾਰ ਕੋਈ ਸੁਖੀ ਹੈ ਕੋਈ ਦੁਖੀ ਹੈ, ਕਿਸੇ ਦੀ ਕਿਸਮਤ ਚੰਗੀ ਹੈ ਕਿਸੇ ਦੀ ਮਾੜੀ ਹੈ। ਐਸਾ ਨਹੀਂ ਹੈ, ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਰੱਬ ਕਿਸੇ ਦੀ ਕਿਸਮਤ ਮਾੜੀ ਨਹੀਂ ਲਿਖਦਾ, ਰੱਬ ਕਿਸੇ ਦੀ ਕਿਸਮਤ ਚੰਗੀ ਨਹੀਂ ਲਿਖਦਾ। ਉਹ ਵਿਤਕਰੇ ਕਰਦਾ ਹੀ ਨਹੀਂ, ਉਹ ਹੈ ਹੀ ਨਿਰਵੈਰ ਹੈ। ਤਾਂ ਉਹ ਕਿਸੇ ਨਾਲ ਵੈਰ ਕਿਉਂ ਕਮਾਏਗਾ? ਉਹ ਹੈ ਹੀ ਦਿਆਲੂ ਹੈ, ਨਾਲੇ ਉਹਨੂੰ ਦਿਆਲੂ ਕਹਿ ਰਹੇ ਹੋ ਤੇ ਨਾਲ ਉਹਨੂੰ ਕਹਿ ਰਹੇ ਹੋ ਕਿ ਸਾਨੂੰ ਪੋਲੀਓ ਕਰ ਦਿੰਦਾ, ਨਾਲ ਕਹਿ ਰਹੇ ਹੋ ਕਿ ਸਾਨੂੰ ਦੁੱਖ ਦੇ ਰਿਹਾ। ਤਾਂ ਉਹ ਦਿਆਲੂ ਹੈ ਤਾਂ ਫਿਰ ਉਹ ਅਤਿਆਚਾਰੀ ਹੋਏਗਾ। ਇੱਕ ਹੋਏਗਾ ਨਾ, ਫਿਰ ਉਹ ਨਿਰਵੈਰ ਨਹੀਂ ਕਵਾਂਗੇ, ਫਿਰ ਤੇ ਪੱਖਪਾਤੀ ਹੋ ਗਿਆ ਨਾ ਸਾਡੀ ਤਰ੍ਹਾਂ। ਰੱਬ ਐਸਾ ਨਹੀਂ ਹੈ, ਸਾਡੇ ਵਰਗਾ ਨਹੀਂ ਵੀ ਉਹ ਪੱਖਪਾਤੀ ਹੈ ਜਾਂ ਉਹ ਵੈਰ ਕਮਾਉਂਦਾ ਨਾ। ਹੁਣ ਹੁਕਮ ਲਿਖ ਅਸੀਂ ਆਪ ਰਹੇ ਹਾਂ। ਕਿਵੇਂ ਲਿਖਿਆ ਜਾਂਦਾ ਹੈ, ਇਹ ਚੀਜ਼ ਨੂੰ ਅਸਾਂ ਧਿਆਨ ਨਾਲ ਸਮਝਣਾ। ਸਾਡੇ ਅੰਦਰ ਕੋਈ ਕਲਪਨਾ ਪੈਦਾ ਹੁੰਦੀ ਹੈ, ਵਿਚਾਰ ਪੈਦਾ ਹੁੰਦਾ ਹੈ, ਚੰਗਾ ਜਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕਿਹੜਾ ਵਿਚਾਰ ਪੈਦਾ ਹੋ ਰਿਹਾ। ਵਿਚਾਰ ਪੈਦਾ ਹੋਇਆ, ਉਸ ਵਿਚਾਰ ਨੂੰ ਅਸੀਂ ਫਿਰ ਵਿਚਾਰਿਆ, ਉਸ ਵਿਚਾਰ ਨੂੰ ਅਸੀਂ ਸ਼ਬਦੀ ਰੂਪ ਦਿੱਤਾ, ਬੋਲਾਂ ਨਾਲ ਬੋਲਿਆ, ਤੇ ਫਿਰ ਉਸ ਵਿਚਾਰ ਨੂੰ ਅਸੀਂ ਪ੍ਰੈਕਟੀਕਲੀ ਰੂਪ ਦਿੱਤਾ। ਉਹ ਜਿਹੜਾ ਕੰਮ ਸਾਡੇ ਮਨ ਵਿੱਚ ਵਿਚਾਰ ਆਇਆ ਉਹ ਅਸੀਂ ਕੰਮ ਕਰ ਦਿੱਤਾ। ਦੁਬਾਰਾ ਫਿਰ ਅਸੀਂ ਉਹ ਕੰਮ ਕੀਤਾ, ਫਿਰ ਕੀਤਾ। ਤਾਂ ਇਸ ਤਰ੍ਹਾਂ ਜਿਹੜੇ ਸਾਡੇ ਅੰਦਰ ਵਿਚਾਰ ਆਉਂਦੇ ਨੇ, ਸਾਡੇ ਅੰਦਰ ਸੰਸਕਾਰ ਬਣ ਗਏ। ਉਹਨਾਂ ਸੰਸਕਾਰਾਂ ਨੇ ਸਾਡਾ ਸੁਭਾਅ ਬਣਾ ਦਿੱਤਾ, ਚੰਗਾ ਜਾਂ ਮੰਦਾ। ਉਸ ਸੁਭਾਅ ਮੁਤਾਬਕ ਅਸੀਂ ਚੱਲ ਰਹੇ ਹਾਂ, ਜੀਵਨ ਜੀ ਰਹੇ ਹਾਂ, ਤੇ ਉਸ ਸੁਭਾਅ ਮੁਤਾਬਕ ਜੋ ਅਸੀਂ ਕਰਮ ਕਰਾਂਗੇ ਫਿਰ ਉਹਦਾ ਸਾਨੂੰ ਫਲ ਮਿਲੇਗਾ।
ਹੁਣ ਕਈਆਂ ਦਾ ਸੁਭਾਅ ਬੜਾ ਮਿੱਠਾ ਹੈ, ਬੜਾ ਪਿਆਰਾ ਹੈ, ਪਰ ਉਪਕਾਰ ਵਾਲਾ ਹੈ, ਉਹ ਕਦੇ ਕੌੜਾ ਬੋਲਦੇ ਹੀ ਨਹੀਂ। ਤੇ ਐਸੇ ਇਨਸਾਨ ਸੱਚੇ ਜਿਹੜੇ ਨੇ, ਸੱਚੇ ਆਚਰਨ ਵਾਲੇ ਨੇ, ਉਹ ਕਿਤੇ ਵੀ ਜਾਣਗੇ, ਜਿਸ ਵੀ ਜਗ੍ਹਾ ਤੇ ਜਾਣਗੇ, ਉਹਨਾਂ ਨੂੰ ਮਾਣ ਮਿਲੇਗਾ। ਲੇਕਿਨ ਦੂਜੇ ਨੇ ਜਿਨ੍ਹਾਂ ਦੇ ਬੋਲ ਮਾੜੇ ਨੇ, ਜਿਨ੍ਹਾਂ ਵਿੱਚ ਈਰਖਾ ਹੈ, ਜਿਨ੍ਹਾਂ ਵਿੱਚ ਹੰਕਾਰ ਹੈ, ਉਹ ਜਿੱਥੇ ਵੀ ਜਾਣਗੇ ਉਹਨਾਂ ਨੂੰ ਕੋਈ ਪਿਆਰ ਨਹੀਂ ਕਰੇਗਾ। ਅਗਲੀ ਗੱਲ, ਜੇ ਕਿਸੇ ਬੰਦੇ ਨੇ ਆਪਣਾ ਸੁਭਾਅ ਨਸ਼ਿਆਂ ਵਾਲਾ ਬਣਾ ਲਿਆ, ਅੱਜ ਇੱਕ ਪੈਗ ਲਾਇਆ, ਕੱਲ ਨੂੰ ਦੂਜਾ ਲਾਇਆ, ਫਿਰ ਹੌਲੀ ਹੌਲੀ 2 ਪੈਗ ਲਾਣੇ, ਫਿਰ 3, ਥੋੜੀ ਜਿਹੀ ਫੀਮ ਖਾ ਲਈ, ਫਿਰ ਹੌਲੀ ਹੌਲੀ ਪੱਕੇ ਆਦੀ ਹੋ ਗਏ, ਥੋੜਾ ਜਿਹਾ ਜਰਦਾ ਖਾ ਲਿਆ, ਹੌਲੀ ਹੌਲੀ ਪੂਰੀ ਖਾਣ ਲੱਗ ਗਏ। ਇਸ ਤਰ੍ਹਾਂ ਥੋੜੀ ਜਿਹੀ ਕਿਸੇ ਦੀ ਚੋਰੀ ਕੀਤੀ, ਅੱਜ ਪੈਨ ਕੀਤਾ ਚੋਰੀ, ਤੇ ਪੈਨ ਤੋਂ ਬਾਅਦ ਥੋੜੀ ਕਿਸੇ ਦੀ ਡੈਰੀ ਚੋਰੀ ਕਰ ਲਈ, ਫਿਰ 5 ਪਾਉਂਡ ਕੱਢ ਲਏ, ਫਿਰ ਹੌਲੀ ਹੌਲੀ ਚੋਰ ਬਣ ਗਿਆ ਨਾ। ਇਹ ਲੇਖ ਅਸੀਂ ਆਪ ਲਿਖ ਰਿਹਾ, ਇਹਨੂੰ ਕਹਿੰਦੇ ਨੇ ਲਿਖਣਾ। ਸੰਸਕਾਰ, ਸੁਪਨਾਵਾਂ, ਸਾਡੇ ਵਿਚਾਰ, ਜਿਵੇਂ ਦੇ ਵਿਚਾਰ ਅੰਦਰ ਆਉਂਦੇ ਨੇ, ਉਹ ਵਿਚਾਰ ਫਿਰ ਇੱਕ ਨਿਊਰੋਪਾਥ ਬਣ ਜਾਂਦਾ ਹੈ, ਸਾਡਾ ਸੁਭਾਅ ਬਣ ਜਾਂਦਾ ਹੈ, ਉਹਦੇ ਮੁਤਾਬਕ ਅਸੀਂ ਕਰਮ ਕਰਦੇ ਹਾਂ, ਉਹਨਾਂ ਕਰਮਾਂ ਮੁਤਾਬਕ ਸਾਨੂੰ ਸੁੱਖ ਜਾਂ ਦੁੱਖ ਮਿਲੇਗਾ। ਹੁਣ ਦੇਖੋ, ਇਹਨਾਂ ਦੇਸ਼ਾਂ, ਵਿਕਾਸਸ਼ੀਲ ਦੇਸ਼ ਨੇ, ਵਿਕਸਿਤ ਦੇਸ਼ ਨੇ, ਇੱਥੇ ਹਰ ਬੰਦਾ ਥੋੜੀ ਜਿਹੀ ਮਿਹਨਤ ਕਰੇ ਤੇ ਆਪਣਾ ਮਕਾਨ ਵੀ ਲੈ ਸਕਦਾ ਹੈ। ਥੋੜੀ ਮਿਹਨਤ ਕਰਕੇ ਹਰ ਬੰਦਾ ਆਪਣੀ ਰੋਟੀ ਪਾਣੀ ਠੀਕ ਢੰਗ ਦੇ ਨਾਲ ਖਾ ਸਕਦਾ ਹੈ। ਜੇ ਬਹੁਤੀ ਮਹਿੰਗੀ ਕਾਰ ਨਹੀਂ, ਥੋੜੀ ਸਸਤੀ ਲੈ ਲਏਗਾ। ਬਹੁਤਾ ਵੱਡਾ ਘਰ ਨਹੀਂ, ਥੋੜਾ ਛੋਟਾ ਘਰ ਲੈ ਲਏਗਾ, ਲੈ ਸਕਦਾ ਥੋੜੀ ਮਿਹਨਤ ਕਰਕੇ, ਜੇ ਘਰ ਦੇ ਜੀ ਮਿਹਨਤ ਕਰਨ। ਇੱਥੇ ਖਾਣ ਪੀਣ ਦੀ ਸਹੂਲਤਾਂ ਹਰ ਬੰਦੇ ਨੂੰ ਮਿਲੀਆਂ ਨੇ। ਲੇਕਿਨ ਇਹਨਾਂ ਦੇਸ਼ਾਂ ਵਿੱਚ ਵੀ ਬਹੁਤ ਸਾਰੇ ਹੋਮਲੈਸ ਲੋਕ ਨੇ ਨਾ। ਕੌਣ ਨੇ ਉਹ? ਰੱਬ ਨੇ ਥੋੜਾ ਹੋਮਲੈਸ ਬਣਾਇਆ, ਗਵਰਨਮੈਂਟ ਤੇ ਸਾਰਿਆਂ ਨੂੰ ਸਹੂਲਤਾਂ ਦੇ ਰਹੀ ਹੈ, ਪਰ ਉਹਨਾਂ ਨੇ ਆਪਣੇ ਲੇਖ ਹੀ ਐਸੇ ਲਿਖ ਲੈਣੇ, ਉਹ ਡਰੱਗੀ ਬਣ ਗਏ ਨੇ ਤੇ ਸੜਕਾਂ ਦੇ ਉੱਤੇ ਨਿੱਕਾ ਜਿਹਾ ਤੰਬੂ ਜਿਹਾ ਤਾਣ ਕੇ ਪਏ ਹੁੰਦੇ ਨੇ। ਨਾ ਉਹਨਾਂ ਨੂੰ ਰੱਬ ਨੇ ਐਵੇਂ ਕਿਹਾ ਹੈ, ਨਾ ਉਹਨਾਂ ਨੂੰ ਗਵਰਨਮੈਂਟ ਨੇ ਐਵੇਂ ਕਿਹਾ ਹੈ, ਨਾ ਹੀ ਕਿਸੇ ਨੇ ਉਹਨਾਂ ਦੀ ਕਿਸਮਤ ਮਾੜੀ ਲਿਖੀ, ਉਹਨਾਂ ਨੇ ਆਪ ਹੀ ਲੇਖ ਲਿਖ ਲੈਣੇ। ਇਹਨੂੰ ਕਹਿੰਦੇ ਨੇ ਲੇਖ ਲਿਖਣਾ। ਹੁਣ ਨੂੰਹ ਸੱਸ ਦੀ ਆਪਸ ਨਹੀਂ ਬਣਦੀ ਤੇ ਉਹਨਾਂ ਦੇ ਲੇਖ ਕਿਹਨੇ ਲਿਖੇ ਨੇ? ਰੱਬ ਨੇ ਥੋੜਾ ਲਿਖ ਕੇ ਭੇਜੇ। ਸੁਭਾਅ ਹੀ ਐਸਾ ਹੈ, ਚਾਹੇ ਸੱਸ ਦਾ ਜਾਂ ਨੂੰਹ ਦਾ, ਸਹੁਰੇ ਦਾ ਜਾਂ ਨੂੰਹ ਦਾ, ਧੀ ਦਾ ਜਾਂ ਜਵਾਈ ਦਾ, ਕਿਸੇ ਦਾ ਵੀ। ਜਦੋਂ ਸੁਭਾਅ ਐਸਾ ਬਣਾ ਲਿਆ ਤੇ ਫਿਰ ਉੱਥੇ ਮਾਣ ਕਿਵੇਂ ਮਿਲੇ? ਸੁੱਖ। ਇਹਨੂੰ ਕਹਿੰਦੇ ਨੇ ਲੇਖ ਲਿਖਣਾ। ਹੁਕਮ ਤੋਂ ਬਾਹਰ ਨਹੀਂ, ਹੁਕਮ ਲਿਖ, ਦੁੱਖ ਸੁੱਖ ਪਾਈ ਹੈ। ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ, ਮੀਨਸ ਸਿਸਟਮ ਦੇ ਅੰਦਰ, ਲਾ ਆਫ ਨੇਚਰ ਵਿੱਚ ਸੁੱਖ ਔਰ ਦੁੱਖ ਆਪਣੇ ਕੀਤੇ ਕਰਮਾਂ ਰਾਹੀਂ ਪਾਏ ਜਾਂਦੇ ਨੇ। ਮੰਨ ਲਓ ਸਾਡੇ ਘਰ ਕਲੇਸ਼ ਹੈ, ਮੇਰੀ ਔਰ ਘਰ ਵਾਲੀ ਦੀ ਨਹੀਂ ਬਣਦੀ, ਬੱਚਿਆਂ ਨਾਲ ਮੇਰੀ ਨਹੀਂ ਬਣਦੀ, ਤਾਂ ਉਹਦਾ ਦੋਸ਼ੀ ਕੌਣ ਹੈ? ਕੀ ਮੇਰੇ ਰਿਸ਼ਤੇਦਾਰ, ਮੇਰੇ ਦੋਸਤ ਜਾਂ ਤੁਸੀਂ? ਨਾ, ਸਾਡਾ ਪਰਿਵਾਰ ਦੋਸ਼ੀ ਹੈ। ਉਹਦੇ ਵਿੱਚ ਮੇਰੀ ਨੂੰਹ ਹੋਵੇ, ਪੁੱਤਰ ਹੋਵੇ, ਮੈਂ ਹੋਵਾਂ, ਮੇਰੀ ਘਰ ਵਾਲੀ ਹੋਵੇ, ਪੋਤਰੀ ਹੋਵੇ, 4-5 ਅਸੀਂ ਜੋ ਜੀ ਹਾਂ, ਅਸੀਂ ਦੋਸ਼ੀ ਹਾਂ, ਕਿਉਂਕਿ ਅਸੀਂ ਆਪਣੇ ਘਰ ਦਾ ਸਿਸਟਮ ਹੀ ਨਹੀਂ ਸੈੱਟ ਕੀਤਾ। ਅਸੀਂ ਬੋਲ ਇੱਕ ਦੂਜੇ ਨਾਲ ਬੋਲ ਰਹੇ ਹਾਂ ਗਲਤ, ਸਾਡਾ ਇੱਕ ਦੂਜੇ ਉੱਤੇ ਵਿਸ਼ਵਾਸ ਹੀ ਨਹੀਂ ਹੈ। ਨਿੱਕੀ ਜਿਹੀ ਕੋਈ ਗੱਲ ਕਹਿੰਦਾ, ਅਗਲਾ ਗਲਾਸ ਮਾਰਦਾ, ਉਹ ਚੁੱਕ ਕੇ ਪਰੇ। ਥੋੜੀ ਜਿਹੀ ਗੱਲ ਕਹੀ, ਇੱਕ ਨੇ ਥਾਲੀ ਪਰੇ ਸੁੱਟ ਦਿੱਤੀ। ਤੇ ਸਿਸਟਮ ਕਿਹਨੇ ਬਣਾਇਆ? ਅਸੀਂ ਬਣਾਇਆ ਨਾ। ਉਹਦੇ 'ਚ ਤੁਹਾਡਾ ਕਾਹਦਾ ਦੋਸ਼? ਜੇ ਹੁਣ ਮੈਂ ਕਹਾਂ ਮੇਰੇ ਸਹੁਰਿਆਂ ਦਾ ਦੋਸ਼ ਹੈ, ਜਾਂ ਕੋਈ ਕਵੇ ਕਿ ਸਾਡੇ ਸਹੁਰਿਆਂ ਦਾ, ਉਹਨਾਂ ਨੇ ਤੇ ਤੁਹਾਨੂੰ ਧੀ ਦੇ ਦਿੱਤੀ। ਹੁਣ ਸੈਟਿੰਗ ਤੇ ਤੁਸੀਂ ਆਪ ਕਰਨੀ ਨਾ, ਜਿਹੜੇ ਲੇਖ ਦਾ ਫਲ ਮਿਲਦਾ। ਤਾਂ ਗੁਰੂ ਜੀ ਕਹਿੰਦੇ ਨੇ, ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈ ਹੈ। ਸਿਸਟਮ ਦੇ ਅੰਦਰ, ਕੁਦਰਤ ਦੇ ਬਜਵੇਂ ਨੇਮ ਦੇ ਅੰਦਰ ਇਹ ਸੁੱਖ ਔਰ ਦੁੱਖ ਨੇ, ਤੇ ਇਹ ਤੁਹਾਡੇ ਆਪਣੇ ਕੀਤੇ ਕਰਮਾਂ ਦੇ ਨੇ, ਤੁਹਾਡੇ ਬੋਲਾਂ ਦੇ ਨੇ, ਤੁਹਾਡੇ ਬਿਹੇਵੀਅਰ ਦੇ ਨੇ। ਚਾਹੇ ਸੁੱਖ ਨੇ ਜਾਂ ਦੁੱਖ ਨੇ, ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋ। ਮੈਂ ਖੁਦ ਜ਼ਿੰਮੇਵਾਰ। ਅਗਲਾ ਬਚਨ ਕਰਦੇ ਨੇ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਨਾ ਦਾ ਮਤਲਬ ਕਈ, ਬਖਸ਼ੀਸ ਦਾ ਮਤਲਬ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ। ਕਈ ਲੋਕ ਨੇ ਜੋ ਬਖਸ਼ਿਸ਼ ਦੇ ਪਾਤਰ ਬਣ ਗਏ, ਉਹਨਾਂ ਤੇ ਬਖਸ਼ਿਸ਼ ਹੋ ਗਈ। ਇੱਕ ਹੁਕਮੀ ਸਦਾ ਭਵਾਈਆਂ, ਭਵਾਈਆਂ ਦਾ ਮਤਲਬ ਭਟਕਾਏ ਜਾਂਦੇ ਨੇ, ਇੱਕ ਹੁਕਮ ਦੇ ਅੰਦਰ ਭਟਕਾਏ ਜਾ ਰਹੇ ਨੇ। ਹੁਣ ਅਸੀਂ ਇਹਨੂੰ ਵੀ ਐਵੇਂ ਐਕਸਪਲੇਨ ਸਾਡੇ ਵੀਰਾਂ ਨੇ
ਕੀਤਾ ਹੈ, ਆਪ ਸਮਝਿਆ ਹੈ, ਅਸੀਂ ਦੋਸ਼ ਮੁਕਤ ਹਾਂ। ਇੱਥੇ ਵੀ ਦੋਸ਼ੀ ਅਸੀਂ ਰੱਬ ਨੂੰ ਦੇ ਦਿੰਦੇ ਹਾਂ ਕਿ ਰੱਬ ਨੇ ਇੱਕ ਦੇ ਉੱਤੇ ਬਖਸ਼ਿਸ਼ ਕਰ ਦਿੱਤੀ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪੁਆਈ ਹੈ ਤੇ ਇੱਕ ਨੂੰ ਰੱਬ ਨੇ ਪਟਕਾ ਦਿੱਤਾ। ਤੇ ਦੋਸ਼ੀ ਕੌਣ ਹੋਇਆ? ਅਸੀਂ ਤੇ ਬਿਲਕੁਲ ਸੁਪਰਪੂਰਨ ਹੋਏ, ਅਸੀਂ ਤੇ ਚੰਗੇ ਭਲੇ ਹੋਏ, ਰੱਬ ਨੇ ਪਟਕਾਤਾ। ਜੇ ਮੈਂ ਗੁਰਦੁਆਰਿਓਂ ਜੁੱਤੀਆਂ ਚੁੱਕ ਲਿਆ ਤੇ ਰੱਬ ਨੇ ਕਿਹਾ ਮੈਨੂੰ ਭਾਈ ਮੂਰ ਸਿੰਘ ਜੁੱਤੀ ਚੁੱਕ ਲੈ, ਕਿਉਂਕਿ ਮੈਂ ਤੇ ਉਹਦੇ ਹੁਕਮ ਵਿੱਚ ਆ, ਮੈਨੂੰ ਉਹਨੇ ਹੁਕਮ ਦਿੱਤਾ ਜੁੱਤੀ ਚੁੱਕ। ਤਾਂ ਇਹਦਾ ਮਤਲਬ ਰੱਬ ਜੁੱਤੀ ਚੋਰ ਹੋਇਆ ਕਿ ਉਹਦੇ ਮੇਰੇ ਨਾਲ ਕਮਿਸ਼ਨ ਨੇ ਵੀ 4 ਜੋੜੇ ਚੁੱਕ ਲਈ, 3 ਤੂੰ ਰੱਖ ਲਈ, 2 ਮੈਨੂੰ ਦੇ ਦੀ, ਤੈਨੂੰ ਫੜਿਆ ਨਹੀਂ ਜਾਣ ਦੇ। ਪ੍ਰੋਬਲਮ ਆ ਗਈ ਨਾ। ਤਾਂ ਇੱਕ ਨਾ ਹੁਕਮੀ ਬਖਸ਼ੀਸ਼, ਹੁਕਮ ਦਾ ਮਤਲਬ ਸਿਸਟਮ, ਜੋ ਸਿਸਟਮ ਨੂੰ ਫੋਲੋ ਕਰੇਗਾ ਉਹਦੇ ਤੇ ਬਖਸ਼ਿਸ਼ ਹੋ ਜਾਏਗੀ। ਜੇ ਬਖਸ਼ਿਸ਼ ਵਾਲੇ ਸਿਸਟਮ ਨੂੰ ਫੋਲੋ ਕਰੋਗੇ ਤੇ ਬਖਸ਼ਿਸ਼ ਹੋ ਜਾਏਗੀ। ਇਹਨੂੰ ਆਪਾਂ ਛੋਟੀ ਜਿਹੀ ਮਿਸਾਲ ਦੇ ਨਾਲ ਸਮਝਦੇ ਹਾਂ। ਇੱਕ ਪਿਤਾ ਦੇ 2 ਬੱਚੇ ਨੇ, ਉਹਨਾਂ ਨੂੰ ਸਕੂਲ ਤੱਕ ਛੱਡਣ ਵਾਸਤੇ ਡਰਾਈਵਰ ਜਾਂਦਾ ਹੈ ਮਰਸ਼ ਦੀ ਕਾਰ ਵਿੱਚ, ਇੱਕੋ ਹੀ ਕਾਰ ਹੈ, ਇੱਕੋ ਹੀ ਘਰੋਂ ਨਿਕਲਦੇ ਨੇ, ਇੱਕੋ ਹੀ ਡਰਾਈਵਰ, ਇੱਕ ਹੀ ਸਕੂਲ ਦੇ ਅੰਦਰ ਪੜ੍ਹ ਰਹੇ ਨੇ, ਫੀਸ ਦੋਵਾਂ ਦੀ ਬਰਾਬਰ ਹੈ, ਖਾਣ ਪੀਣ ਵਾਸਤੇ ਸਾਰੀਆਂ ਸਹੂਲਤਾਂ ਬਰਾਬਰ ਨੇ। ਪਰ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਬਹੁਤ ਹੁਸ਼ਿਆਰ ਨਿਕਲ ਗਿਆ, ਉਹ ਡਾਕਟਰ ਬਣ ਗਿਆ, ਤੇ ਦੂਜਾ ਪੜ੍ਹਿਆ, ਸਕੂਲ ਫੇਲ ਹੋ ਗਿਆ, ਅਮਲੀ ਬਣ ਗਿਆ, ਮੰਡੀਰ ਦੇ ਵਿੱਚ ਰਲ ਗਿਆ, ਮੰਡੀਰ ਨਾਲ ਰਲ ਕੇ ਕਿਸੇ ਦੀ ਲੱਤ ਤੋੜਤੀ, ਕਤਲ ਕਰਤਾ, ਜੇਲ੍ਹ ਵਿੱਚ ਪਿਆ ਹੈ। ਹੁਣ ਪਿਓ ਤੇ ਇੱਕ ਦੇ ਬੱਚੇ ਨੇ ਸਕੂਲ ਇੱਕ ਵਿੱਚ ਜਾ ਰਹੇ ਨੇ, ਇੱਕ ਬੜਾ ਮਹਾਨ ਹੋ ਗਿਆ, ਇੱਕ ਬੜਾ ਪਾਪੀ ਹੋ ਗਿਆ। ਰੀਜ਼ਨ ਹੁਣ ਰੱਬ ਨੇ ਥੋੜਾ ਬਣਾ ਦਿੱਤਾ ਹੈ। ਪਿਓ ਨੇ ਸਕੂਲ ਇਸ ਵਾਸਤੇ ਥੋੜੀ ਭੇਜਿਆ ਸੀ ਕਿ ਬੱਚਾ ਡਾਕੂ ਬਣ ਜਾਏ ਨਾ, ਪਿਓ ਨੇ ਇਸ ਕਰਕੇ ਭੇਜਿਆ ਸੀ, ਕੁਝ ਫੀਸ ਭਰੀ ਕਿ ਇਹ ਮੇਰੇ ਬੱਚੇ ਦੋਵੇਂ ਮਹਾਨ ਬਣਨ, ਪਿਓ ਦੀ ਭਾਵਨਾ ਤੇ ਇਹ ਹੈ। ਪਰ ਅੱਗੇ ਹੁਕਮੀ, ਇੱਕ ਨਾ ਹੁਕਮੀ ਬਖਸ਼ੀਸ਼, ਹੁਕਮ ਦੇ ਅੰਦਰ ਇੱਕ ਤੇ ਬਖਸ਼ਿਸ਼ ਹੋ ਗਈ, ਉਹਨੇ ਸਿਸਟਮ ਨੂੰ ਫੋਲੋ ਕੀਤਾ, ਅਧਿਆਪਕ ਦੀ ਗੱਲ ਧਿਆਨ ਨਾਲ ਸੁਣੀ, ਸਕੂਲ ਦੀ ਵਰਦੀ ਪਾ ਕੇ ਗਿਆ, ਟਾਈਮ ਨਾਲ ਜਾਂਦਾ ਰਿਹਾ, ਸਕੂਲ ਟੀਚਰ ਦਾ ਲੈਕਚਰ ਸੁਣਿਆ, ਹੋਮਵਰਕ ਕੀਤਾ, ਕਲਾਸ ਤਰ ਕਲਾਸ ਪਾਸ ਹੁੰਦਾ, ਉਹਨੇ ਸਿਸਟਮ ਨੂੰ ਫੋਲੋ ਕੀਤਾ, ਉਹਦੇ ਤੇ ਬਖਸ਼ਿਸ਼ ਹੋ ਗਈ, ਉਹ ਡਾਕਟਰ ਬਣ ਗਿਆ। ਤੇ ਦੂਜੇ ਨੇ ਉਸ ਹੁਕਮ ਨੂੰ ਫੋਲੋ ਨਹੀਂ ਕੀਤਾ, ਦੂਜੇ ਨੇ ਦੂਜਾ ਸਿਸਟਮ ਫੋਲੋ ਕੀਤਾ, ਉਹ ਭਟਕਦਾ ਫਿਰ ਬਰਬਾਦ ਹੋ ਗਿਆ। ਇਹਨੂੰ ਕਹਿੰਦੇ ਨੇ ਹੁਕਮ, ਸਿਸਟਮ। ਇਹ ਹੈ ਲਿਖਣਾ, ਉਹਨੇ ਆਪਣੀ ਕਿਸਮਤ ਆਪ ਲਿਖੀ ਤੇ ਉਹਨੇ ਮਾੜੀ ਕਿਸਮਤ ਆਪਣੀ ਆਪ ਲਿਖੀ। ਬਿਲ ਗੇਟਸ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ, ਉਹ ਕਹਿੰਦਾ ਵੀ ਜੇ ਤੁਸੀਂ ਗਰੀਬ ਪੈਦਾ ਹੋਏ ਹੋ ਤੇ ਤੁਹਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ, ਕਿਉਂਕਿ ਮਾਂ-ਬਾਪ ਨੇ ਜਨਮ ਦਿੱਤਾ ਹੈ, ਗਰੀਬ ਘਰ ਵਿੱਚ ਪੈਦਾ ਹੋ ਗਏ, ਇਹਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ। ਪਰ ਉਹ ਕਹਿੰਦਾ ਵੀ ਜੇ ਤੁਸੀਂ ਗਰੀਬ ਮਰਦੇ ਹੋ ਤੇ ਫਿਰ ਤੁਹਾਡਾ ਦੋਸ਼ ਹੈ। ਗਰੀਬ ਪੈਦਾ ਹੋਏ ਦੇ ਵਿੱਚ ਤੁਹਾਡਾ ਦੋਸ਼ ਨਹੀਂ, ਪਰ ਜੇ ਤੁਸੀਂ ਮਿਹਨਤ ਕਰਨੀ ਚਾਹੀਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਉਹ ਨੇ, ਕਈ ਉਹ ਨੇ ਜੋ ਸਿਸਟਮ ਨੂੰ ਫੋਲੋ ਕਰਕੇ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ। ਇੱਕ ਹੁਕਮੀ ਸਦਾ ਭਵਾਈਆਂ ਹੈ, ਭਵਾਈਆਂ ਦਾ ਮਤਲਬ ਭਟਕਾਏ ਜਾਂਦੇ ਨੇ, ਯਾਨੀ ਕਿਵੇਂ ਭਟਕਾਏ ਜਾਂਦੇ ਨੇ, ਉਹ ਏਮਲੈਸ ਨੇ, ਉਹਨਾਂ ਦੀ ਜ਼ਿੰਦਗੀ ਦਾ ਕੋਈ ਏਮ ਨਹੀਂ ਹੈ। ਉਹ ਉਸ ਕਿਸ਼ਤੀ ਵਰਗੇ ਨੇ ਜਿਸ ਕਿਸ਼ਤੀ ਵਿੱਚ ਬੰਦਾ ਬਿਠਾ ਦਿੱਤਾ ਹੈ, ਸਮੁੰਦਰ ਵਿੱਚ ਛੱਡ ਦਿੱਤਾ ਹੈ, ਕਿਸ਼ਤੀ ਦੇ ਅੰਦਰ ਨਾ ਮਲਾਹ ਹੈ, ਨਾ ਚੱਪੂ ਨੇ, ਨਾ ਇੰਜਨ ਹੈ। ਹੁਣ 2 ਲਹਿਰਾਂ ਆਉਂਦੀਆਂ ਨੇ ਇੱਧਰ ਨੂੰ, 2 ਲਹਿਰਾਂ ਇੱਧਰ ਨੂੰ, ਆਖਿਰ ਉਹ ਘੁੰਮਣ ਘੇਰੀ ਦੇ ਵਿੱਚ ਫਸ ਕੇ ਕਿਤੇ ਡੁੱਬ ਜਾਂਦੀ ਹੈ, ਬੰਦਾ ਵੀ ਡੁੱਬ ਜਾਂਦਾ ਹੈ। ਤੇ ਜਿਸ ਨੇ ਆਪਣਾ ਏਮ ਨਿਸ਼ਚਿਤ ਕੀਤਾ ਹੈ, ਕਿਸ਼ਤੀ ਵਿੱਚ ਚੱਪੂ ਨੇ, ਇੰਜਣ ਮਲਾਹ ਹੈ, ਉਹ ਵੱਧ ਰਿਹਾ, ਇਹਨੂੰ ਕਹਿੰਦੇ ਨੇ ਭਟਕਾਣਾ ਔਰ ਇਹਨੂੰ ਕਹਿੰਦੇ ਨੇ ਬਖਸ਼ਿਸ਼। ਆਪ ਗੋਲ ਨਿਸ਼ਚਿਤ ਕਰੋ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਤੁਹਾਡਾ ਗੋਲ ਕੀ ਹੈ। ਆਪਣਾ ਗੋਲ ਫਿਕਸ ਕਰੋ ਕਿ ਤੁਹਾਡਾ ਗੋਲ ਕੀ ਹੈ।
ਉਸ ਗੋਲ ਵਾਸਤੇ ਦਿਨ ਰਾਤ ਕੰਮ ਕਰੋ। ਇਹਨੂੰ ਕਹਿੰਦੇ ਨੇ ਬਖਸ਼ਿਸ਼। ਤੇ ਉਸ ਗੋਲ ਨੂੰ ਪਾ ਲਓ, ਉਸ ਗੋਲ ਨੂੰ ਪਾ ਲਓ। ਪਰ ਦੂਜਾ ਇੱਕ ਐਸਾ ਹੈ ਜਿਸ ਦਾ ਕੋਈ ਗੋਲ ਨਹੀਂ। ਜਿਵੇਂ ਤੁਸੀਂ ਸੜਕ ਦੇ ਉੱਤੇ ਕਈ ਪਾਗਲ ਬੰਦੇ ਵਿਚਾਰੇ ਫਿਰਦੇ ਦੇਖੇ ਹੋਣਗੇ, ਤਰਸ ਆਉਂਦਾ ਹੈ ਨਾ ਉਹਨਾਂ ਤੇ। ਤੁਰੇ ਜਾ ਰਹੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਕਿੱਧਰ ਤੁਰੇ ਜਾ ਰਹੇ ਆ, ਬੋਲ ਰਹੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਕੀ ਬੋਲ ਰਹੇ, ਕੱਪੜੇ ਪਾਏ ਨੇ ਪਰ ਪਤਾ ਨਹੀਂ ਕੀ ਪਾਏ ਨੇ, ਖਾ ਰਹੇ ਨੇ ਪਰ ਪਤਾ ਨਹੀਂ ਕੀ ਖਾ ਰਹੇ ਨੇ। ਇਸੇ ਤਰ੍ਹਾਂ ਇੱਕ ਬੰਦਾ ਤੁਰਿਆ ਤੇ ਜਾ ਰਿਹਾ ਹੈ ਪਰ ਉਹਨੂੰ ਪਤਾ ਨਹੀਂ ਜਾ ਕਿੱਧਰ ਰਿਹਾ ਹੈ, ਮੇਰਾ ਗੋਲ ਹੈ, ਮੇਰੇ ਬੋਲਾਂ ਦਾ ਰਿਜ਼ਲਟ ਕੀ ਨਿਕਲੇਗਾ, ਜੈਸੀ ਮੈਂ ਜ਼ਿੰਦਗੀ ਜੀ ਰਿਹਾ ਆਉਣ ਵਾਲੇ ਟਾਈਮ ਵਿੱਚ ਮੇਰੀਆਂ ਪੀੜ੍ਹੀਆਂ ਦਾ ਹਾਲ ਕੀ ਹੋਏਗਾ। ਜੇ ਅਸੀਂ ਆਪਣੇ ਕਲਾਸ ਵਾਲੇ ਵੀਰ ਇਹ ਸੋਚੀਏ ਕਿ ਪੰਥਕ ਤੌਰ ਤੇ ਜੋ ਗੁਰੂ ਨਾਨਕ ਦੇਵ ਨੇ ਸਾਨੂੰ ਸਿੱਖੀ ਦੇ ਸਿਧਾਂਤ ਦਿੱਤੇ ਨੇ, ਜੇ ਉਹਨਾਂ ਨੂੰ ਅਸੀਂ ਫੋਲੋ ਨਾ ਕੀਤਾ, ਆਉਣ ਵਾਲੇ ਟਾਈਮ ਦੇ ਅੰਦਰ ਸਾਡੀ ਸਿੱਖੀ ਦਾ, ਪੰਥ ਦਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਹਾਲ ਹੋਏਗਾ। ਗੋਲ ਹੀ ਕੋਈ ਨਹੀਂ। ਇਹਨੂੰ ਕਹਿੰਦੇ ਨੇ ਭਟਕਣਾ। ਇਹ ਹੁਕਮ ਦੇ ਅੰਦਰ ਹੈ, ਸਿਸਟਮ ਦੇ ਅੰਦਰ ਹੈ। ਤਾਂ ਜਿਹੜਾ ਸਿਸਟਮ ਨੂੰ ਫੋਲੋ ਕਰੇਗਾ ਉਹ ਗੋਲ ਤੇ ਪਹੁੰਚ ਜਾਏਗਾ, ਤੇ ਜਿਹੜਾ ਸਿਸਟਮ ਨੂੰ ਫੋਲੋ ਨਹੀਂ ਕਰੇਗਾ ਭਟਕਦਾ ਰਹੇਗਾ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਣ ਗੁਰੂ ਜੀ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਦਾ ਮਤਲਬ ਸਭ ਕੋਈ। ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਖੰਡ, ਮੰਡਲ, ਬ੍ਰਹਿਮੰਡ, ਅਨੰਤ ਆਕਾਸ਼ ਗੰਗਾਵਾਂ, ਮਨੁੱਖ ਮਾਤਰ, ਪਸ਼ੂ ਪੰਛੀ, ਜੀਵ ਜੰਤ, ਵਨਸਪਤੀ, ਅਗਨੀ, ਹਵਾ, ਪਾਣੀ ਆਦਿ ਦਿਸਦਾ ਅਣਦਿਸਦਾ ਜਗਤ ਸਭ ਕੁਝ ਹੁਕਮ ਦੇ ਅੰਦਰ ਹੈ, ਸਿਸਟਮ ਦੇ ਵਿੱਚ ਹੈ। ਬਾਹਰ ਹੁਕਮ ਨਾ ਕੋਈ, ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਇਹ ਚੀਜ਼ ਨੂੰ ਸਮਝ ਲੈਣਾ। ਇੱਥੇ ਇੱਕ ਬਹੁਤ ਵੱਡੀ ਸਾਨੂੰ ਨਸੀਹਤ ਮਿਲੇਗੀ। ਸਾਡਾ ਬਹੁਤ ਸਾਰਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਹੁੰਦਾ ਹੈ, ਅਸੀਂ ਉਸ ਚੀਜ਼ ਤੋਂ ਬਚਾਂਗੇ। ਹੁਣ ਦੇਖੋ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਂ ਬਾਪ ਤੋਂ ਬਿਨਾ ਬੱਚਾ ਨਹੀਂ ਨਾ ਪੈਦਾ ਹੁੰਦਾ, ਸਿਸਟਮ ਹੈ। ਮਾਂ ਵਿੱਚ, ਪਿਤਾ ਵਿੱਚ ਕੋਈ ਕਮੀ ਹੈ, ਉਸ ਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਸਾਨੂੰ ਕਿਹਾ ਜਾਂਦਾ ਹੈ ਕਿ ਫਲਾਂ ਥਾਂ ਤੇ ਬਾਬਾ ਹੈ, ਤੁਸੀਂ ਬਾਬੇ ਕੋਲ ਮੱਥਾ ਟੇਕ ਕੇ ਆਓ, ਸੇਬ ਦੇਵੇਗਾ ਤੇ ਤੁਹਾਡੇ ਵੱਲ ਪੁੱਤਰ ਹੋਏਗਾ। ਕੀ ਐਸਾ ਹੋ ਸਕਦਾ ਹੈ? ਜੇ ਐਵੇਂ ਹੋ ਸਕਦਾ ਹੈ ਕਿ ਕੋਈ ਬਾਬਾ ਵਰ ਦੇ ਕੇ ਪੁੱਤਰ ਦੇ ਸਕਦਾ ਹੈ, ਹੋਗੇ ਹੁਕਮੇ ਅੰਦਰ ਸਭ ਕੋ। ਸਭ ਕੋ ਦਾ ਮਤਲਬ ਹਰ ਕੋਈ ਸਿਸਟਮ ਵਿੱਚ ਹੈ। ਕਿ ਬਾਬੇ ਦੇ ਵਰ ਦੇ ਨਾਲ ਸਿਸਟਮ ਬਦਲ ਜਾਏਗਾ? ਕੀ ਕੋਈ ਜੋਤਸ਼ੀ ਸਿਸਟਮ ਨੂੰ ਬਦਲ ਸਕਦਾ ਹੈ? ਨਹੀਂ ਬਦਲ ਸਕਦਾ, ਕਿਉਂਕਿ ਹਰ ਕੋਈ ਸਿਸਟਮ ਵਿੱਚ ਹੈ। ਹੁਣੇ ਵੀ ਜੰਤਰ ਮੰਤਰ, ਪਰ ਸਰਾਫ, ਜੋਤਿਸ਼ ਆਦਿਕ ਨੇ, ਇਹਨਾਂ ਦੇ ਨਾਲ ਕਿਸੇ ਦੀ ਕਿਸਮਤ ਨੂੰ ਬਦਲਣ ਦੇ ਦਾਅਵੇ ਨਿਰਮੂਲ ਔਰ ਝੂਠੇ ਨੇ। ਔਰ ਕਰੋਨਾ ਮਹਾਮਾਰੀ ਨੇ ਬਹੁਤ ਕੁਝ ਸਪਸ਼ਟ ਕਰ ਦਿੱਤਾ ਹੈ। ਅੱਜ ਕਿੱਥੇ ਨੇ ਵਰ ਦੇਣ ਵਾਲੇ, ਜਿਹੜੇ ਬੱਚੇ ਦੇ ਸਕਦੇ ਨੇ ਕਿਸੇ ਨੂੰ, ਸਕਦੇ ਨੇ ਸਮੱਸਿਆ ਦਾ ਹੱਲ 24 ਘੰਟਿਆਂ ਵਿੱਚ, ਸਮੱਸਿਆ ਦਾ ਹੱਲ। ਕਿੰਨੇ ਅਖਬਾਰ ਭਰੇ ਨੇ, ਔਰ ਹਾਲੇ ਵੀ ਭਰੇ ਨੇ। ਐਨੇ ਲੋਕ ਮੂਰਖ ਨੇ, ਹਾਲੇ ਵੀ ਉਹਨਾਂ ਤੇ ਵਿਸ਼ਵਾਸ ਕਰ ਰਹੇ ਨੇ। ਬੰਦਾ ਪੁੱਛੇ ਵੀ ਕਰੋਨਾ ਤੋਂ ਵੱਡੀ ਕਿਹੜੀ ਸਮੱਸਿਆ ਹੋਏਗੀ? ਤੁਸੀਂ ਯਾਰ ਲਓ 10-20 ਲੱਖ ਰੁਪਇਆ, ਕਰੋੜ 2 ਕਰੋੜ ਰੁਪਇਆ, ਸਾਰੇ ਦੇਸ਼ ਤੇ ਤੁਹਾਨੂੰ ਅਮੀਰ ਬਣਾ ਦੇਣਗੇ, ਤੁਸੀਂ ਕਰੋਨਾ ਦੂਰ ਕਰੋ। ਔਰ ਇੱਕ ਬੰਦਾ ਪਿੱਛੇ ਕਹਿ ਰਿਹਾ ਸੀ, ਅਸੀਂ ਅਰਦਾਸ ਕਰਦੇ ਹਾਂ ਕਿ ਰੱਬ ਕਿਸੇ ਵਿਗਿਆਨਿਕ ਦੇ ਦਿਮਾਗ ਦੇ ਅੰਦਰ ਇਹ ਚੀਜ਼ ਪਾਏ ਵੀ ਉਹ ਵੈਕਸੀਨ ਖੋਜੇ, ਤੇ ਫਿਰ ਕੱਲ ਨੂੰ ਕਹਿਣਗੇ ਜੀ ਅਸੀਂ ਉਹ ਕਿਹਾ ਸੀ ਤਾਂ ਹੋਈ। ਬੰਦਾ ਪੁੱਛੇ ਵੀ ਤੂੰ ਆਪਣੇ ਲਈ ਕਿਉਂ ਨਹੀਂ ਕਰਦਾ ਵੀ ਮੇਰੇ ਦਿਮਾਗ ਦੇ ਵਿੱਚ ਪਾ ਤੇ ਮੈਂ ਵੈਕਸੀਨ ਬਣਾਵਾਂ। ਸਿਸਟਮ ਬਾਹਰ ਹੁਕਮ ਨਾ ਕੋਏ, ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਜੇ ਅਸੀਂ ਇਸ ਚੀਜ਼ ਨੂੰ ਸਮਝ ਲਈਏ ਔਰ ਇਸ ਚੀਜ਼ ਤੇ ਅਮਲ ਕਰੀਏ ਤਾਂ ਅੱਜ ਜਿਹੜੀ ਆਰਥਿਕ ਔਰ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ ਧਰਮ ਦੇ ਨਾਮ ਤੇ, ਅੱਜ ਬੰਦ ਹੋ ਜਾਏਗਾ। ਤੁਸੀਂ ਆਜ਼ਾਦ ਹੋ ਜਾਓਗੇ ਇਹਨਾਂ ਚੀਜ਼ਾਂ ਤੋਂ। ਪਿੱਛੇ ਇੱਕ ਜੋਤਸ਼ੀ ਦੀ ਡੈਥ ਹੋਈ ਹੈ, ਜਿਹੜਾ ਮਤਲਬ ਲੋਕਾਂ ਦੇ ਭਵਿੱਖ ਦੱਸਦਾ ਸੀ, ਲੇਕਿਨ ਉਹਦੀ ਆਪਣੀ ਡੈਥ ਹੋ ਗਈ ਹੈ ਬਿਮਾਰੀ ਨਾਲ। ਉਹਨੂੰ ਆਪ ਨਹੀਂ ਪਤਾ ਕਿ ਮੈਂ ਬਿਮਾਰੀ ਨਾਲ ਮਰਨਾ ਹੈ।
ਜੇਕਰ ਐਸਾ ਹੁੰਦਾ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਕਈ ਲੋਕ ਸੱਟੇ ਦੇ ਨੰਬਰ ਦੱਸਦੇ ਨੇ, ਲਾਟਰੀਆਂ ਦੇ ਨੰਬਰ ਦੱਸਦੇ ਨੇ ਕਿ ਉਹ ਬਾਬਾ ਜੀ ਲਾਟਰੀ ਦੇ 51 ਰੁਪਏ ਲੈ ਕੇ ਕਰੋੜ ਰੁਪਏ ਲਾਟਰੀ ਦਾ ਨੰਬਰ ਦਿੰਦੇ ਨੇ। ਬੰਦਾ ਪੁੱਛੇ ਵੀ ਬੇਵਕੂਫ ਹੋਏਗਾ ਕਿ ਤੁਹਾਡੇ ਤੋਂ 51 ਲੈ ਕੇ ਤੇ ਤੁਹਾਨੂੰ ਕਰੋੜ ਰੁਪਇਆ ਆਪ ਪਾ ਲਵੇ ਲਾਟਰੀ, ਤੇ ਉਸ ਕਰੋੜ ਦੇ ਵਿੱਚੋਂ 20-30 ਲੱਖ ਰੁਪਇਆ ਆਪ ਰੱਖ ਲੈ, ਜੇ ਏਡਾ ਦਾਨੀ ਬਾਕੀ ਵੰਡ ਦੇਵੇ। ਪਰ ਉਹ 51 ਲੈ ਰਿਹਾ, ਉਹਨੂੰ ਪਤਾ ਹੋਣਗੇ ਮੂਰਖ ਮੇਰੇ ਕੋਲ ਆਉਣਗੇ। ਔਰ ਇਹ ਸਾਰਾ ਧੰਦਾ ਆਮ ਲੋਕਾਂ ਦੀ ਅਗਿਆਨਤਾ ਦੇ ਉੱਤੇ ਚੱਲਦਾ ਹੈ। ਤੇ ਜੇ ਲੋਕ ਗੁਰੂ ਸਾਹਿਬ ਜੀ ਦੀ ਇਸ ਪਾਵਨ ਬਾਣੀ ਨੂੰ ਪੜ੍ਹਨ, ਇਹਨੂੰ ਸਮਝਣ, ਇਹਦੇ ਤੇ ਅਮਲ ਕਰਨ, ਤੇ ਲੁੱਟ ਖਸੁੱਟ ਬੰਦ ਹੋ ਜਾਏਗੀ, ਹੁਕਮ ਦਾ ਸਮਝ ਆ ਜਾਏਗਾ, ਸਿਸਟਮ ਦੀ ਸਮਝ ਆ ਜਾਏਗੀ। ਹੁਕਮ ਕੀ ਹੈ? ਸਿਸਟਮ, ਰਜਾ ਭਾਣਾ, ਕੁਦਰਤ ਦੇ ਨੇਮ ਕੋਈ ਨਹੀਂ ਬਦਲ ਸਕਦਾ। ਪਿੱਛੇ ਇੱਕ ਬਾਬਾ ਸੀ ਤੇ ਉਹ ਦੁੱਧ ਇਕੱਠਾ ਕਰਨ ਵਾਸਤੇ ਆਇਆ, ਤੇ ਉਹ ਕਿਸੇ ਦੀ ਮੱਝ ਮਰ ਗਈ ਸੀ, ਤੇ ਕਹਿੰਦੇ ਬਾਬਾ ਜੀ ਕਿਰਪਾ ਕਰੋ ਸਾਡੀ ਮੱਝ ਆ ਜਾਏ, ਕੋਈ ਬਚਨ। ਉਹ ਕਹਿੰਦਾ ਬੀਬੀ ਜੇ ਮੇਰੇ ਬਚਨਾਂ ਦੇ ਨਾਲ ਮੱਝ ਆਉਂਦੀ ਹੁੰਦੀ, ਮੇਰੀ ਆਪਣੀ ਮੱਝਾਂ ਆਪ ਗਲਾਸੀ ਗਲਾਸੀ ਮੰਗਦਾ ਫਿਰਦਾ। ਲੋਕ ਬਾਬਿਆਂ ਕੋਲ ਜਾ ਰਹੇ ਨੇ, ਬਾਬਾ ਜੀ ਸਾਡੇ ਮੁੰਡੇ ਦਾ ਵਿਆਹ ਨਹੀਂ ਹੁੰਦਾ, ਕੋਈ ਅਰਦਾਸ ਕਰੋ। ਮੈਂ ਕਿਹਾ ਬਾਬੇ ਦਾ ਆਪਣਾ ਨਹੀਂ ਹੋਇਆ। ਸਿਸਟਮ ਹੈ, ਹੁਕਮੇ ਅੰਦਰ ਸਭ ਕੋ ਦਾ ਮਤਲਬ ਸਭ ਕੋਈ, ਵੱਡੀ ਤੋਂ ਵੱਡੀ ਹਸਤੀ, ਅਮੀਰ ਗਰੀਬ, ਕੀੜੀ ਤੋਂ ਲੈ ਕੇ ਹਾਥੀ ਤੱਕ, ਖੰਡ ਮੰਡਲ ਬ੍ਰਹਿਮੰਡ, ਹਰ ਚੀਜ਼ ਸਿਸਟਮ ਦੇ ਅੰਦਰ ਹੈ, ਲਾ ਆਫ ਨੇਚਰ ਵਿੱਚ ਹੈ। ਬਾਹਰ ਹੁਕਮ ਨਾ ਕੋਏ, ਹੁਕਮ ਤੋਂ, ਸਿਸਟਮ ਤੋਂ ਬਾਹਰ ਕੁਛ ਨਹੀਂ ਹੋ ਸਕਦਾ, ਨਾ ਕੋਈ ਹੈ। ਜੇ ਹੈ ਤੇ ਦੱਸੋ, ਕਰ ਸਕਦਾ ਹੋਏ ਤੇ ਦੱਸੋ। ਜੇ ਕੋਈ ਬੰਦਾ ਕਹਿੰਦਾ ਨਾ ਜੀ ਫਲਾਂ ਬਾਬੇ ਦੇ ਤੇ ਕਰਾਮਾਤ ਹੈ, ਉਹਦੇ ਵਿੱਚ ਰਿੱਧੀਆਂ ਸਿੱਧੀਆਂ ਨੇ, ਤੇ ਉਹਨੂੰ ਕਹੋ ਵੀ ਹੱਥ ਇੰਜ ਕਰਕੇ ਪਾਈਆ ਮਿੱਟੀ ਬਣਾ ਦੇਵੇ। ਇੱਥੇ ਮੈਂ ਚਾਬੀ ਰੱਖ ਦੇਣਾ, ਆਪਣੀ ਕੋਈ ਵੀ ਮੋਟਰਸਾਈਕਲ ਜਾਂ ਕਮਰੇ ਦੀ ਚਾਬੀ ਰੱਖ ਦੇਣਾ, ਪੂਰੀ ਦੁਨੀਆ ਦੇ ਜਾਦੂਗਰ ਆ ਜਾਣ, ਪੂਰੀ ਦੁਨੀਆ ਦੇ ਕਾਲੇ ਇਲਮ ਵਾਲੇ ਬੰਗਾਲੀ ਜਾਦੂਗਰ, ਤੇ ਮੈਂ ਜਿੱਥੇ ਰੱਖਾਂ ਉਸ ਚਾਬੀ ਨੂੰ ਹਵਾ ਦੇ ਵਿੱਚ 3 ਮਿੰਟ ਲਈ ਇੰਜ ਲਟਕਾ ਦੇਣ ਮੰਤਰ ਨਾਲ, ਮੈਂ 5 ਲੱਖ ਰੁਪਇਆ ਕੈਸ਼ ਨਾਮ ਦਿਆਂ। ਹੈ ਨਹੀਂ, ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਹਾਂ, ਕੁਦਰਤੀ ਜੇ ਬੜੀ ਵੱਡੀ ਪਾਵਰ ਵਾਲੀ ਚੁੰਬਕ ਰੱਖੋਗੇ ਤੇ ਉਸ ਚਾਬੀ ਨੂੰ ਤਾਂ ਖਿੱਚ ਸਕਦੀ ਹੈ। ਮੰਤਰ ਜੰਤਰ ਨਹੀਂ, ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੇ ਮਨ ਮਾਨਿਆ। ਇਹ ਜੰਤਰ ਮੰਤਰ ਤੰਤਰ ਪਖੰਡ ਨੇ, ਪਰ ਵਿਸ਼ਵਾਸ ਹੋਏਗਾ ਬਾਣੀ ਤੇ ਤਾਂ ਹੀ ਹੈ ਨਾ। ਇਸ ਲਈ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਕੋਈ ਹੁਕਮ ਤੋਂ ਬਾਹਰ ਨਹੀਂ। ਜਿਹੜੇ ਐਸਾ ਕਹਿੰਦੇ ਨੇ ਨਾ ਕਿ ਹੁਕਮ ਤੋਂ ਬਾਹਰ ਕੁਛ ਕਰ ਸਕਦੇ ਆ, ਤੇ ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ, ਉਹਨੂੰ ਚੁੱਕ ਕੇ ਕਿਸੇ ਜੋਤਸ਼ੀ ਨੂੰ, ਬਾਬੇ ਨੂੰ, ਮੇਰੇ ਵਰਗੇ ਨੂੰ ਸਮੁੰਦਰ ਦੇ ਵਿੱਚ ਸੁੱਟੋ, ਨਾਲ ਹੀ ਗੋਤੇ ਖਾ ਕੇ ਮਰ ਜਾਣਾ। ਕਿਉਂਕਿ ਸਿਸਟਮ ਹੈ ਨਾ, ਜਿਹਨੂੰ ਤਰਨਾ ਨਹੀਂ ਆਉਂਦਾ ਮਰੇਗਾ, ਚਾਹੇ ਮੈਂ ਆ, ਤੁਸੀਂ ਹੋ, ਜਾਂ ਕੋਈ ਹੋਰ ਹੈ। ਹਰ ਬੰਦਾ ਇਸ ਸਿਸਟਮ ਵਿੱਚ ਹੈ। ਜੇ ਕਿਸੇ ਟਾਟਾ ਬਿਰਲਾ ਨੂੰ ਵੀ ਸੁੱਟੋਗੇ ਤੇ ਸਮੁੰਦਰ ਵਿੱਚ, ਜੇ ਤਰਨਾ ਨਹੀਂ ਆਉਂਦਾ ਤੇ ਉਹ ਵੀ ਡੁੱਬਣਗੇ, ਝੋਂਪੜੀ ਵਾਲਾ ਵੀ ਡੁੱਬੇਗਾ, ਉਹ ਵੀ ਡੁੱਬਣਗੇ, ਕਿਉਂਕਿ ਨਿਯਮ ਹੈ, ਸਾਰੇ ਨਿਯਮ ਵਿੱਚ, ਤੇ ਨਿਯਮ ਤੋਂ ਬਾਹਰ ਕੁਝ ਨਹੀਂ ਹੈ। ਹੁਣ ਅਖੀਰਲਾ ਬਚਨ ਕਰਦੇ ਨੇ, ਨਾਨਕ ਹੁਕਮੇ ਜੇ ਬੁੱਝੈ। ਜੇ ਕੋਈ ਇਸ ਹੁਕਮ ਨੂੰ ਬੁੱਝ ਲਵੇ, ਜਾਣ ਲਵੇ, ਸਮਝ ਲਵੇ, ਔਰ ਇਸ ਹੁਕਮ ਨੂੰ ਅਪਣਾ ਲਵੇ। ਹੁਕਮ ਮੀਨਸ ਲਾ ਆਫ ਨੇਚਰ, ਕੁਦਰਤ ਦਾ ਸਿਸਟਮ। ਜੇ ਕੋਈ ਇਹਨੂੰ ਜਾਣ ਲਵੇ, ਜੇ ਕੋਈ ਇਹਨੂੰ ਸਮਝ ਲਵੇ, ਜੇ ਕੋਈ ਇਹਨੂੰ ਅਪਣਾ ਲਵੇ, ਤਾਂ ਹਉਮੈ ਕਹਿ ਨਾ ਕੋਈ। ਫਿਰ ਕੋਈ ਹਉਮੈ ਨਹੀਂ ਕਵੇਗਾ ਕਿ ਮੈਂ ਕਰ ਸਕਦਾ ਹੁਕਮ ਤੋਂ ਬਾਹਰ ਕੁਛ, ਕੋਈ ਨਹੀਂ ਕਵੇਗਾ। ਕੋਈ ਬਾਬਾ ਇਮੋਸ਼ਨਲ ਬਲੈਕਮੇਲ ਨਹੀਂ ਕਰੇਗਾ ਕਿ ਮੈਂ ਤੁਹਾਡੇ ਭੂਤ ਦੂਰ ਕਰ ਦਿਆਂਗਾ, ਭੂਤ ਹੈ ਹੀ ਨਹੀਂ। ਕੋਈ ਨਹੀਂ ਫਿਰ ਮਕਾਨ ਮੰਤਰ ਨਾਲ ਬਣਾ ਦਿਆਂਗਾ, ਬਣ ਹੀ ਨਹੀਂ ਸਕਦਾ। ਫਿਰ ਕੋਈ ਕਹੇਗਾ ਹੀ ਨਹੀਂ। ਜਦੋਂ ਹੁਕਮ ਦੀ ਸਮਝ ਆ ਜਾਏਗੀ, ਸਿਸਟਮ ਦੀ ਸਮਝ ਆ ਜਾਏਗੀ ਕਿ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਤਾਂ ਹਉਮੈ ਕਹੇ ਨਾ ਕੋਈ। ਕੋਈ ਨਹੀਂ ਕਹੇਗਾ ਕਿ ਮੈਂ ਐਸਾ ਕਰ ਸਕਦਾ ਹਾਂ, ਕੋਈ ਇਹ ਦਮ ਨਹੀਂ ਮਾਰੇਗਾ। ਔਰ ਫਿਰ ਹੰਕਾਰ ਦੀ ਗੱਲ ਕੋਈ ਨਹੀਂ ਕਰੇਗਾ, ਉਹਦੇ ਅੰਦਰ ਹਉਮੈ ਨਹੀਂ ਰਵੇਗੀ। ਦੇਖੋ, ਹਉਮੈ ਦੇ 2 ਰੂਪ ਨੇ ਜਿਹੜੇ ਗਲਤ ਨੇ, ਰੋਗ ਨੇ। ਹਉਮੈ ਦੀ ਰੋਗ ਹੈ ਇਨਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ। ਇਹ ਦੋਵੇਂ ਹਉਮੈ ਦੇ ਰੂਪ ਨੇ।
एकता यह है कि मैं कुछ भी नहीं कर सकता, हीन भावना। ऐसा नहीं प्यारिया, तू कर सकता है, सिस्टम ਨੂੰ ਫੋਲੋ ਕਰੇ ਤੇ ਤੂੰ ਬਹੁਤ ਕੁਝ ਕਰ ਸਕਦਾ ਹੈ। ਤੇ ਦੂਜੇ ਵਿੱਚ ਸੁਪਰੀਓਰਿਟੀ ਕੰਪਲੈਕਸ ਹੈ ਕਿ ਮੈਂ ਸਭ ਕੁਝ ਕਰ ਸਕਣਾ। ਪਿਆਰਿਆ, ਹੁਕਮ ਤੋਂ ਬਾਹਰ ਤੂੰ ਕੁਝ ਨਹੀਂ ਕਰ ਸਕਦਾ। ਤਾਂ ਜਦੋਂ ਕੋਈ ਇਸ ਨੇਮ ਨੂੰ ਸਮਝ ਲਵੇਗਾ, ਨਾ ਕਿਸੇ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਆਏਗਾ, ਨਾ ਕਿਸੇ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਆਏਗਾ। ਇਸ ਸਿਸਟਮ ਨੂੰ ਸਮਝ ਲਵੇਗਾ, ਉਹ ਮੈਂ ਮੇਰੀ ਦੇ ਚੱਕਰ ਵਿੱਚ ਨਹੀਂ ਪਵੇਗਾ। ਉਹ ਕਿਸੇ ਨੂੰ ਦੂਜੇ ਨੂੰ ਨੀਵਾਂ ਔਰ ਆਪਣੇ ਆਪ ਨੂੰ ਬਹੁਤ ਉੱਚਾ ਨਹੀਂ ਵਿਖਾਏਗਾ। ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਮਿਟ ਜਾਣਗੇ। ਉਹ ਰੱਬੀ ਸਿਸਟਮ ਨੂੰ ਫੋਲੋ ਕਰੇਗਾ। ਉਹਦਾ ਜੀਵਨ ਸੁਖੀ ਔਰ ਸ਼ਾਂਤ ਹੋ ਜਾਏਗਾ। ਦੁਨੀਆ ਦੀਆਂ ਸਮੱਸਿਆਵਾਂ ਮੁੱਕ ਜਾਣਗੀਆਂ ਔਰ ਸਮਝ ਆ ਜਾਏਗੀ ਕਿ ਹੁਕਮ ਤੋਂ ਬਾਹਰ ਕੁਛ ਨਹੀਂ, ਸਿਸਟਮ ਤੋਂ ਬਾਹਰ ਕੁਛ ਨਹੀਂ, ਕੁਦਰਤੀ ਨਿਯਮਾਂ ਤੋਂ ਬਾਹਰ ਕੁਛ ਨਹੀਂ, ਲਾ ਆਫ ਨੇਚਰ ਤੋਂ ਬਾਹਰ ਕੁਛ ਨਹੀਂ ਹੋ ਸਕਦਾ। ਨਿਕਾਸ, ਵਿਕਾਸ ਔਰ ਵਿਨਾਸ਼ ਇਸ ਹੁਕਮ ਦੇ ਅੰਦਰ ਹੋ ਰਿਹਾ ਹੈ। ਤਾਂ ਫਿਰ ਹਰ ਬੰਦਾ ਹੁਕਮ ਦੀ ਪਾਲਣਾ ਕਰੇਗਾ। ਉਸ ਹੁਕਮ ਦੇ ਅੰਦਰ ਹਰ ਬੰਦਾ ਉੱਤਮ ਬਣਨ ਦਾ ਯਤਨ ਕਰੇਗਾ, ਬਖਸ਼ਿਸ਼ ਦਾ ਪਾਤਰ ਬਣੇਗਾ, ਵਡਿਆਈਆਂ ਹਾਸਲ ਕਰੇਗਾ, ਸੁਖ ਹਾਸਲ ਕਰੇਗਾ, ਰੱਬ ਵਰਗਾ ਹੋ ਜਾਏਗਾ। ਤੇ ਨਾਲ ਵੀ ਸਮਝ ਪੈ ਜਾਏਗੀ ਕਿ ਜੋ ਨੀਚ ਨੇ, ਨੀਵੀਂ ਬਿਰਤੀ ਦੇ ਨੇ, ਜਾਂ ਜਿਨ੍ਹਾਂ ਦੇ ਅੰਦਰ ਮਾੜੀਆਂ ਬਿਰਤੀਆਂ ਨੇ, ਉਹਨਾਂ ਨੇ ਸਿਸਟਮ ਨੂੰ ਫੋਲੋ ਨਹੀਂ ਕੀਤਾ, ਤਾਂ ਉਹ ਐਸੇ ਹੋ ਗਏ ਨੇ। ਜੇ ਉਹ ਇਸ ਸਿਸਟਮ ਨੂੰ ਫੋਲੋ ਕਰਨ ਤਾਂ ਉਹ ਵੀ ਮਹਾਨ ਹੋ ਸਕਦੇ ਨੇ। ਨਾਨਕ ਨਿਰਗੁਣ ਕਰੇ ਗੁਣਵੰਤਿਆਂ ਗੁਣ ਦੇ। ਜਿਸ ਨੇ ਗੁਣਵਾਨਾਂ ਨੂੰ ਗੁਣ ਦਿੱਤੇ ਨੇ, ਉਸ ਸਿਸਟਮ ਵਿੱਚ ਨਿਰਗੁਣਾਂ ਨੂੰ ਵੀ ਗੁਣ ਮਿਲ ਜਾਣਗੇ। ਤਾਂ ਜ਼ਰੂਰਤ ਹੈ ਇਸ ਚੀਜ਼ ਨੂੰ ਸਮਝਣ ਦੀ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਇਸ ਹੁਕਮ ਨੂੰ ਫੋਲੋ ਕਰੋਗੇ ਫਿਰ ਕੀ ਹੋਏਗਾ? ਸਚਿਆਰ ਹੋ ਜਾਓਗੇ। ਸਚਿਆਰ ਹੋਣਾ ਸਾਡੀ ਜ਼ਿੰਦਗੀ ਦਾ ਏਮ ਹੈ। ਸਚਿਆਰ ਹੋਣ ਦੇ ਨਾਲ ਸਾਡੇ ਜੀਵਨ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ। ਸਚਿਆਰ ਹੋਣ ਦੇ ਨਾਲ ਇਹ ਸੰਸਾਰ ਬੇਗਮਪੁਰਾ ਬਣੇਗਾ। ਸਚਿਆਰ ਮਨੁੱਖ ਹੀ ਇਸ ਸੰਸਾਰ ਨੂੰ ਖੁਸ਼ਹਾਲ ਕਰਨਗੇ। ਸਚਿਆਰ ਜਿਹੜੇ ਨੇ, ਜਿਨ੍ਹਾਂ ਦੇ ਪਰਿਵਾਰ ਵਿੱਚ ਸਚਿਆਰ ਲੋਕ ਹੋਣਗੇ, ਉਹ ਪਰਿਵਾਰ ਸਵਰਗ ਹੋ ਜਾਏਗਾ, ਉਹ ਸਮਾਜ ਸਵਰਗ ਹੋ ਜਾਏਗਾ। ਤੇ ਸਚਿਆਰ ਹੋਣ ਵਾਸਤੇ ਇੱਕ ਸਿਸਟਮ ਨੂੰ ਫੋਲੋ ਕਰਨਾ। ਤਾਂ ਆਪ ਸਾਰੀਆਂ ਵੀਰਾਂ ਦਾ, ਭੈਣਾਂ ਦਾ ਧੰਨਵਾਦ। ਆਪ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਮੇਰੇ ਤੋਂ ਹੋਈਆਂ ਭੁੱਲਾਂ ਦੀ ਮਾਂ। ਅੱਜ ਦਾ ਜੋ ਇਹ ਪੌੜੀ ਹੈ, ਦੂਜੀ ਪੌੜੀ, ਇਹਦੇ ਦਾਇਰੇ ਦੇ ਵਿੱਚ ਰਹਿ ਕੇ ਆਪ ਕੋਈ ਸਵਾਲ, ਜੇ ਕੋਈ ਚੀਜ਼ ਸਮਝ ਨਹੀਂ ਆਈ ਤਾਂ ਮੈਂ ਆਪਣੀ ਜਿੰਨੀ ਮੈਨੂੰ ਮਤਬੁੱਧ ਹੈ, ਮੈਂ ਆਪ ਦੇ ਸਵਾਲਾਂ ਦਾ ਉੱਤਰ ਦੇਣ ਦਾ ਯਤਨ ਕਰਾਂਗਾ। ਕੇਵਲ ਉਹਨਾਂ ਸਵਾਲਾਂ ਦਾ ਜੋ ਅੱਜ ਇਸ ਦੀ ਪੌੜੀ ਦੀ ਵਿਚਾਰ ਦੇ ਨਾਲ ਸੰਬੰਧਿਤ ਹੋਣਗੇ। ਕਿਉਂਕਿ ਜਦੋਂ ਅਸੀਂ ਇਸ ਸੰਬੰਧ ਤੋਂ ਬਾਹਰ ਜਾ ਕੇ ਸਵਾਲ ਕਰਾਂਗੇ ਨਾ, ਤਾਂ ਫਿਰ ਅਸੀਂ ਉਲਝ ਜਾਵਾਂਗੇ, ਸਬਜੈਕਟ ਤੋਂ ਦੂਰ ਚਲੇ ਜਾਵਾਂਗੇ। ਜੇ ਅਸੀਂ ਇਹਨੂੰ ਲੜੀਵਾਰ ਸਮਝਣਾ ਚਾਹੁੰਦੇ ਹਾਂ ਤਾਂ ਕੇਵਲ ਉਸ ਸੰਦਰਭ ਦੇ ਵਿੱਚ ਹੀ ਸਵਾਲ ਕਰਨ ਦੀ ਟਰਾਈ ਕਰੋ ਜੋ ਅਸਾਂ ਅੱਜ ਵਿਚਾਰ ਕੀਤੀ ਹੈ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਧੰਨਵਾਦ ਬਹੁਤ ਬਹੁਤ, ਹਮੇਸ਼ਾ ਦੀ ਤਰ੍ਹਾਂ। ਮੈਂ ਹੁਣੇ ਕਹਿ ਰਿਹਾ ਜੀ ਸਾਰਿਆਂ ਨੂੰ, ਕਿਉਂਕਿ ਮੇਰੇ ਕੋਲ ਜਿਹੜਾ ਕੰਟਰੋਲ ਹੈ ਉਹਦੇ ਵਿੱਚ ਮੈਂ ਤੁਹਾਨੂੰ ਅਨਮਿਊਟ ਨਹੀਂ ਕਰ ਸਕਦਾ। ਤੁਸੀਂ ਆਪਣੇ ਆਪ ਹੀ ਅਨਮਿਊਟ ਹੋ ਜਾਓ ਤੇ ਮੈਂ ਆਪਣੀ ਸਕਰੀਨ ਤੋਂ ਜਿੱਦਾਂ ਜਿੱਦਾਂ ਕੋਈ ਅਨਮਿਊਟ ਹੋਊਗਾ ਉੱਦਾਂ ਮੈਂ ਉਹਨਾਂ ਦੇ ਕੁਐਸਚਨ ਆਪਾਂ ਲੈ ਲਵਾਂਗੇ ਤੇ ਗਿਆਨੀ ਜੀ ਦੇ ਕੋਲ ਅਸੀਂ ਕੁਐਸਚਨ ਦੇਵਾਂਗੇ ਤੇ ਉਹ ਆਨਸਰ ਕਰ ਦਿਆਂਗੇ। ਤੇ ਤੁਸੀਂ ਆਪੇ ਹੋ ਜਾਓ ਜੀ ਪਲੀਜ਼। ਤੇ ਮੈਂ ਨਹੀਂ ਕਰ ਸਕਦਾ। ਹਾਂਜੀ, ਸਤਨਾਮ ਸਿੰਘ ਨਾਗਰਾ, ਤੁਸੀਂ ਹੋ ਗਏ ਆ। 1 ਸਕਿੰਟ ਬਾਅਦ ਮੈਂ ਤੁਹਾਡੇ ਕੋਲ ਆਉਣਾ। ਮੈਂ ਬਾਕੀਆਂ ਨੂੰ ਵੀ ਇਹੀ ਬੇਨਤੀ ਕਰਦਾ ਤੇ ਆਈ ਐਮ ਸ਼ੋਰ ਕਿ ਅੱਜ ਦੇ ਜਿਹੜੇ ਸਵਾਲ ਜਵਾਬ ਹੋਣਗੇ, ਅੱਜ ਦੀ ਜਿਹੜੀ ਵਿਚਾਰਧਾਰਾ ਹੈ ਨਾ, ਉਹਦੇ ਵਿੱਚ ਬਹੁਤ ਗੱਲਾਂ ਕਲੀਅਰ ਹੋ ਗਈਆਂ ਹੁਕਮ ਦੇ ਬਾਰੇ। ਤੇ ਉਹਦੇ ਵਿੱਚ ਕਈ ਜਿਹੜੇ ਸਾਡੇ ਭਰਮ ਭੁਲੇਖੇ ਵੀ ਪਾਏ ਹੋ ਸੀਗੇ ਤੇ ਇਹਨਾਂ ਵਿਚਾਰਾਂ ਦੇ ਨਾਲ ਉਹ ਬਹੁਤ ਕਲੀਅਰ ਹੋ ਗਏ ਹੋਣੇ ਚਾਹੀਦੇ ਆ ਸਾਰਿਆਂ ਦੇ। ਤੇ ਤੁਸੀਂ ਉਹਨਾਂ ਬਾਰੇ ਡਿਸਕਸ ਕਰ ਸਕਦੇ ਆ ਜਿੱਦਾਂ ਜਿੱਦਾਂ ਤੁਹਾਡੇ ਵਿਚਾਰ ਹੈਗੇ ਆ। ਤੇ ਉਹਦੇ ਨਾਲ ਗਿਆਨੀ ਜੀ ਨੂੰ ਵੀ ਪਤਾ ਲੱਗ ਜਾਏਗਾ ਕਿ ਸਾਨੂੰ ਕਿੰਨਾ ਕੁ ਪਤਾ ਲੱਗਾ। ਜਾਂ ਤੁਹਾਡੇ ਹੋਰ ਕੋਈ ਕੁਐਸਚਨ ਹੋਣਗੇ ਤਾਂ ਉਹਨਾਂ ਨੂੰ ਪੁੱਛ ਲਓ। ਸਭ ਤੋਂ ਪਹਿਲਾਂ ਸਤਨਾਮ ਸਿੰਘ ਜੀ ਨਾਗਰਾ, ਤੁਸੀਂ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਚੰਗੀ ਤਰ੍ਹਾਂ ਜੀ ਆਪਨੇ ਕਿਸ ਤਰ੍ਹਾਂ ਆਪਣੇ ਪਹਿਲੀ ਪੌੜੀ 'ਚ ਹੈਗਾ ਹੁਕਮ
ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਦੂਜੀ ਪੌੜੀ ਵਿੱਚ ਹੈਗਾ ਹੁਕਮੀ ਹੋਮਨਕਾਰ ਹੁਕਮ ਨਾ ਕਿਹਾ ਜਾਈ। ਤੇ ਉਹਦੇ ਵਿੱਚ ਹੁਕਮੀ ਜਿਹੜਾ ਮੰਮੇ ਨੂੰ ਸਿਹਾਰੀ ਆ ਤਾਂ ਇੱਕ ਹੁਕਮੇ ਹੁਕਮੇ ਚ ਔਂਕੜ ਆ ਤਾਂ ਮੰਮੇ ਨੂੰ ਵੀ ਔਂਕੜ ਆ ਜੀ। ਤੇ ਇੱਕ ਹੋ ਗਿਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹ ਜਿਹੜਾ ਹਾਹੇ ਨੂੰ ਜਿਹੜਾ ਔਂਕੜ ਆ ਕੱਕਾ ਮੰਮੇ ਨੂੰ ਦੁੱਧ ਲਾਈਆਂ ਜੀ। ਤੇ ਇੱਕ ਹੈਗਾ ਹੁਕਮ ਹਾਹੇ ਨੂੰ ਔਂਕੜ ਆ ਕੱਕਾ ਮਮਾ ਹੁਕਮ। ਇਹ ਚ ਕੀ ਡਿਫਰੈਂਸ ਹੈ ਜੀ ਥੋੜਾ ਬਹੁਤਾ? ਇੱਥੇ ਜਿਹੜਾ ਹੁਕਮ ਦੇ ਮੰਮੇ ਥੱਲੇ ਔਂਕੜ ਹੈ ਉਹ ਕਰਤਾ ਕਾਰਕ ਇੱਕ ਵਚਨ ਪੁਲਿੰਗ ਸ਼ਬਦ ਹੈ, ਸਿੰਗੂਲਰ ਸ਼ਬਦ। ਠੀਕ। ਤੇ ਜਦੋਂ ਹੁਕਮ ਦੇ ਮੰਮੇ ਨਾਲ ਸਿਹਾਰੀ ਆ ਜਾਏਗੀ ਉਹਦਾ ਮਤਲਬ ਹੋ ਜਾਏਗਾ ਹੁਕਮ ਵਿੱਚ। ਠੀਕ ਹੈ ਜੀ। ਹਾਂਜੀ। ਤੇ ਹੁਕਮੇ ਦਾ ਮਤਲਬ ਵੀ ਹੁਕਮ ਵਿੱਚ ਹੋਏਗਾ। ਜਿਹੜੀਆਂ ਹੁਕਮੇ ਦਲਾਵਾਂ ਹੈ ਜੀ ਤੇ ਉਹਦਾ ਹੁਕਮ ਵਿੱਚ ਹੁਕਮ ਉਹ ਵੀ ਹੁਕਮ ਵਿੱਚ ਹੀ। ਹਾਂਜੀ ਠੀਕ ਹੈ। ਤੇ ਉਹ ਜਿਹੜਾ ਹੁਕਮ ਹੈ ਉਹ ਬਹੁਵਚਨ ਹੋ ਗਿਆ। ਸੌਰੀ, ਜਿਹੜਾ ਹੁਕਮੇ ਦੇ ਨਾਲ ਦੁਲਾਵਾਂ ਨੇ ਉਹਦਾ ਮਤਲਬ ਹੁਕਮ ਨੂੰ। ਤੇ ਇੱਕ ਹੈਗਾ ਹੁਕਮ ਸਮਝ ਲਵੇ। ਇੱਕ ਹੈਗਾ ਬਾਹਰ ਹੁਕਮ ਨਾ ਕੋਈ। ਹੁਕਮ ਨੂੰ ਔਂਕੜ ਇਹ ਬਹੁਵਚਨ ਹੋ ਗਿਆ। ਨਾ ਜਿਹਦੇ ਥੱਲੇ ਔਂਕੜ ਹੋਏਗਾ ਸਿੰਗੂਲਰ ਸ਼ਬਦ ਹੋਏਗਾ। ਸਿੰਗੂਲਰ। ਹਾਂਜੀ ਹੋਰ ਕੋਈ? ਹਾਂਜੀ ਸੌਰੀ ਜੀ, ਮੇਰਾ ਜਿਹੜਾ ਇੰਟਰਨੈਟ ਅੱਜ ਥੋੜਾ ਜਿਹਾ ਕਮਜ਼ੋਰ ਆ, ਇਸ ਕਰਕੇ ਨਹੀਂ ਗੱਲ ਬਣ ਰਹੀ ਤੇ ਮੇਰੇ ਫ੍ਰੀਜ਼ ਹੋ ਗਏ ਸੀ। ਹਾਂਜੀ ਇਹਦੇ ਅੱਗੇ ਜੀ ਆਪਣੇ ਜਸਵਿੰਦਰ ਸਿੰਘ। ਹਾਂਜੀ ਜਸਵਿੰਦਰ ਸਿੰਘ ਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਜਿਹੜਾ ਹੁਣ ਜਿਹੜੇ ਹੁਕਮੀ ਉੱਤਮ ਨੀਚ ਹੈ, ਜਿੱਦਾਂ ਸਿੰਗਲਰ ਸ਼ਬਦ ਹੈ, ਜਿੱਦਾਂ ਚੱਚੇ ਥੱਲੇ ਔਂਕੜ ਹੈਗਾ ਤੇ ਹੁਕਮ ਮਗਰੋਂ ਲਿਖਿਆ ਜੇ ਲਿਖ ਦੁੱਖ ਸੁੱਖ ਪਾਈਏ, ਇਹਦਾ ਮਤਲਬ ਇਹ ਬਹੁਤ ਬਚਨ ਸ਼ਬਦ ਹੈ। ਜਿੱਦਾਂ ਵੀ ਇਹ ਤੁਸੀਂ ਬਹੁਤ ਵਧੀਆ ਐਕਸਪਲੇਨ ਕਰ ਦਿੱਤਾ ਵੀ ਜਿਹੜਾ ਜੋ ਕਰਮ ਕਰਦੇ ਆ ਉਹ ਆਪਣੇ ਚੰਗੇ ਜਾਂ ਮਾੜੇ ਸੀ ਆਪ ਲਿਖ ਰਹੇ। ਤੁਸੀਂ ਬਹੁਤ ਵਧੀਆ ਐਕਸਪਲੇਨ ਕਰ। ਭਾਈ ਇਹ ਸਿੰਗੂਲਰ ਸ਼ਬਦ ਹੈ, ਇਹਦੇ ਬਾਰੇ ਐਕਸਪਲੇਨ ਕਰਿਓ। ਹੁਕਮੀ ਉੱਤਮ ਨੀਚ। ਹਾਂਜੀ, ਜਿਹੜਾ ਸਿੰਗੂਲਰ ਸ਼ਬਦ ਹੋਏਗਾ ਨਾ, ਉਸ ਨਾਉਨ ਦੇ ਆਖਰਲੇ ਅੱਖਰ ਥੱਲੇ ਔਂਕੜ ਲੱਗਾ ਹੋਏਗਾ। ਆਖਰਲੇ ਅੱਖਰ ਥੱਲੇ ਔਂਕੜ ਲੱਗਾ ਹੋਏਗਾ। ਜਿਵੇਂ ਭਗਤ ਸ਼ਬਦ ਹੈਗਾ ਭੱਬਾ ਗੱਗਾ ਤੱਤਾ, ਉੱਥੇ ਜਦੋਂ ਔਂਕੜ ਲੱਗ ਜਾਏਗਾ ਤਾਂ ਉਹਦਾ ਮਤਲਬ ਹੈਗਾ ਇੱਕ ਭਗਤ, ਸਿੰਗੂਲਰ ਸ਼ਬਦ। ਔਰ ਜਦੋਂ ਇਹਨੂੰ ਪਲੂਰਲ ਬਣਾਉਣਾ ਹੋਏਗਾ ਉਦੋਂ ਔਂਕੜ ਹਟਾ ਦੇਵਾਂਗੇ। ਤੇ ਜਦੋਂ ਭਗਤ ਦੇ ਤੱਤੇ ਨਾਲ ਸਿਹਾਰੀ ਲੱਗ ਜਾਏਗੀ ਤਾਂ ਉਹ ਇਸਤਰੀ ਲਿੰਗ ਸ਼ਬਦ ਬਣ ਜਾਏਗਾ, ਫੀਮੇਲ ਜੈਂਡਰ। ਜਿਵੇਂ ਰਹਿਰਾਸ ਵਿੱਚ ਅਸੀਂ ਪੜ੍ਹਦੇ ਹਾਂ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਔਰ ਭਗਤ ਦੇ ਤੱਤੇ ਨਾਲ ਸਿਹਾਰੀ ਹੈ। ਪੜਾਂਗੇ ਅਸੀਂ ਭਗਤ, ਲੇਕਿਨ ਇਹਦਾ ਮੀਨਿੰਗ ਹੋਏਗਾ ਭਗਤੀ, ਇਸਤਰੀ ਲਿੰਗ। ਥੱਲੇ ਪੰਕਤੀ ਹੈਗੀ, ਫਿਰ ਦੇਖੋ ਉੱਤੇ ਭਗਤ ਦੇ ਤੱਤੇ ਨਾਲ ਸਿਹਾਰੀ, ਇਹਦਾ ਮਤਲਬ ਫੀਮੇਲ ਜੈਂਡਰ ਭਗਤੀ। ਥੱਲੇ ਵਾਲੀ ਲਾਈਨ ਵਿੱਚ ਹੈਗਾ ਤੇਰੇ ਭਗਤ। ਇੱਥੇ ਤੇਰੇ ਸ਼ਬਦ ਵੀ ਪਲੂਰਲ ਹੈਗਾ ਔਰ ਭਗਤ ਦੇ ਤੱਤੇ ਥੱਲੇ ਔਂਕੜ ਨਹੀਂ ਹੈ, ਤਾਂ ਇਹਦਾ ਮਤਲਬ ਇਹ ਭਗਤ ਸ਼ਬਦ ਬਹੁਵਚਨੀ ਹੈ। ਤੇ ਜਦੋਂ ਭਗਤ ਦੇ ਤੱਤੇ ਥੱਲੇ ਔਂਕੜ ਆ ਜਾਏਗਾ ਤੇਰਾ ਭਗਤ, ਤੇਰਾ ਵੀ ਸਿੰਗੂਲਰ ਹੋ ਜਾਏਗਾ, ਭਗਤ ਦੇ ਤੱਤੇ ਥੱਲੇ ਔਂਕੜ ਆ ਜਾਏਗਾ। ਸਿੰਗੂਲਰ ਸ਼ਬਦ ਨੂੰ ਪਲੂਰਲ ਬਣਾਉਣ ਵਾਸਤੇ ਔਂਕੜ ਹਟਾਇਆ ਜਾਂਦਾ ਹੈ। ਔਰ ਕਈ ਵਾਰ ਮੇਲ ਜੈਂਡਰ ਨੂੰ ਫੀਮੇਲ ਜੈਂਡਰ ਬਣਾਉਣ ਲਈ ਵੀ ਔਂਕੜ ਹਟਾ ਦਿੱਤਾ ਜਾਂਦਾ। ਜਿਵੇਂ ਅਕਾਲ ਮੂਰਤ, ਤਾਂ ਉੱਥੇ ਅਕਾਲ ਨੂੰ ਫੀਮੇਲ ਜੈਂਡਰ ਬਣਾਉਣ ਲਈ ਔਂਕੜ ਹਟਾਇਆ ਗਿਆ। ਕਾਲ ਰਹਿਤ ਹਸਤੀ, ਕਿਉਂਕਿ ਅਕਾਲ ਜਿਹੜਾ ਹੈ ਉਹ ਹਸਤੀ ਦਾ, ਮੂਰਤ ਦਾ ਵਿਸ਼ੇਸ਼ਣ ਹੈ। ਤਾਂ ਜੈਸਾ ਨਾਉਨ ਹੋਏਗਾ ਵੈਸਾ ਹੀ ਵਿਸ਼ੇਸ਼ਣ ਹੋਏਗਾ। ਜੋ ਜੈਂਡਰ ਨਾਉਨ ਦਾ ਹੋਏਗਾ ਉਹ ਵਿਸ਼ੇਸ਼ਣ। ਜਿਵੇਂ ਸਿੱਖ, ਕੱਖੇ ਥੱਲੇ ਔਂਕੜ, ਤਾਂ ਸਿੱਖ ਦਾ ਮਤਲਬ ਇਹ ਪਲੂਰਲ ਸਿੰਗੂਲਰ ਸ਼ਬਦ ਹੈ ਔਰ ਮੇਲ ਜੈਂਡਰ ਹੈ। ਤਾਂ ਇਹਨੂੰ ਪਲੂਰਲ ਬਣਾਉਣ ਵਾਸਤੇ ਵੀ ਔਂਕੜ ਹਟਾਇਆ ਜਾਏਗਾ ਤੇ ਇਹਨੂੰ ਫੀਮੇਲ ਜੈਂਡਰ ਬਣਾਉਣ ਵਾਸਤੇ ਵੀ ਔਂਕੜ ਹਟਾਇਆ ਜਾਏਗਾ। ਮੰਨੇ ਤਰੇ ਤਾਰੇ ਗੁਰਸਿੱਖ, ਗੁਰੂ ਦੀ ਸਿੱਖਿਆ, ਉੱਥੇ ਸਿੱਖ ਫੀਮੇਲ ਜੈਂਡਰ ਹੋ ਜਾਏਗਾ। ਤਾਂ ਇਹ ਨੇਮ ਨੇ ਕਾਫੀ ਸਾਰੇ, 70-80 ਨੇਮ ਨੇ, ਲੇਕਿਨ ਆਪਾਂ ਇਹ ਥੋੜੇ ਜਿਹੇ ਨਿਯਮਾਂ ਦੀ ਵਿਚਾਰ ਕੀਤੇ। ਸਾਨੂੰ ਬਹੁਤ ਜ਼ਿਆਦਿਆਂ ਦੀ ਜ਼ਰੂਰਤ ਨਹੀਂ, ਸਿਰਫ ਥੋੜਿਆਂ ਦੀ। ਜਿਵੇਂ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਲੱਗੇ ਤਾਂ ਬਹੁਵਚਨੀ ਸ਼ਬਦ ਹੋਏਗਾ। ਜਦੋਂ ਅਸੀਂ ਕਿਸੇ ਨਾਉਨ ਨੂੰ ਸੰਬੋਧਨ ਵਾਚਕ ਬਣਾਵਾਂਗੇ ਤੇ ਕੰਨਾ ਲਗਾ ਕੇ, ਤਾਂ ਉੱਥੇ ਬਿੰਦੀ ਨਹੀਂ ਲਗਾਵਾਂਗੇ। ਪਰ ਜਦੋਂ ਅਸੀਂ ਕਿਸੇ ਨਾਉਨ ਨੂੰ ਕੰਨਾ ਲਗਾ ਕੇ ਬਹੁਵਚਨੀ ਬਣਾਵਾਂਗੇ ਤੇ ਬਿੰਦੀ ਲਗਾਵਾਂਗੇ। ਧੰਨਵਾਦ।
ਤੁਸੀਂ ਜਦੋਂ ਕੈਨੇਡਾ ਆਏ ਸਾਨੂੰ ਥੋੜੀ ਜਿਹਾ ਆਪਣੇ ਦਿੱਤੇ ਸੀ ਆਪਣੇ ਨਿਯਮਾਂ ਬਾਰੇ ਇਹਨਾਂ ਦੀ ਜਾਣਕਾਰੀ, ਪਰ ਮੈਂ ਦੇਖੂਗਾ ਹਾਂਜੀ, ਕੋਈ ਨਾ। ਠੀਕ ਹੈ ਜੀ, ਸ਼ੁਕਰੀਆ ਜੀ। ਮਿਹਰਬਾਨੀ ਜੀ। ਹੁਣ ਸਾਡੇ ਨਾਲ ਗੁਰਚਰਨ ਸਿੰਘ ਜੀ ਢੇਸੀ, ਉਹਨਾਂ ਨੇ ਕੁਝ ਪੁੱਛਣਾ ਤੇ ਉਹਦੇ ਬਾਅਦ ਦੇ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਦਾ ਜੀ, ਹੋਰ ਕੋਈ ਨੇ ਕੋਈ ਕੁਐਸਚਨ ਪੁੱਛਣਾ ਹੋਵੇ ਤਾਂ ਤੁਸੀਂ ਅਨਮਿਊਟ ਹੋ ਜਾਓ ਮੇਰੇ ਕੋਲ, ਇਹਦੇ ਬਾਅਦ ਕੋਈ ਅਨਮਿਊਟ ਨਹੀਂ ਹੈਗਾ। ਹਾਂਜੀ ਗੁਰਚਰਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਥੋੜੀ ਸ਼ਲਾਘਾ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਲੇਖਾਂ ਦਾ ਤੇ ਵਡਿਆਈ ਦਾ ਕਨਾ ਐਕਸਪਲੇਨ ਕੀਤਾ ਕਨਾ, ਜਿਹਦੇ ਨਾਲ ਸਰ ਆਇਜ਼ਕ ਨਿਊਟਨ ਲਾਅ ਆਫ ਗ੍ਰੈਵਿਟੀ ਲਿੰਕ ਕੀਤੀ ਕਿ ਨਾ, ਬਹੁਤ ਹੀ ਅੱਛਾ ਲੱਗਾ। ਧੰਨਵਾਦ ਜੀ। ਨੌਲੇਜ ਵੀ ਜਿਹੜੀ ਫਿਜ਼ਿਕਸ ਦੀ ਵੀ ਹੈ ਬੜੀ ਅੱਛੀ ਆ। ਬਹੁਤ ਬਹੁਤ ਮਿਹਰਬਾਨੀ। ਧੰਨਵਾਦ ਧੰਨਵਾਦ ਜੀ। ਠੀਕ ਹੈ ਜੀ, ਮਿਹਰਬਾਨੀ। ਅਰਵਿੰਦ ਸੌਰੀ, ਹਾਂਜੀ ਸਤਿੰਦਰ ਸਿੰਘ ਜੀ। ਸਤਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਭਾਈ ਸਾਹਿਬ ਜੀ, ਇੱਕ ਤੇ ਜਿਹੜਾ ਲਾਅ ਆਫ ਨੇਚਰ ਹੈਗਾ, ਉਹ ਹੈਗਾ ਜੋ ਮੈਂ ਕਿਹਾ ਸੋ ਮੈਂ ਪਾਇਆ। ਹੋਰ ਵੀ ਕੋਈ ਲਾਅ ਆਫ ਨੇਚਰ ਤੁਸੀਂ ਸਾਨੂੰ ਡਿਫਾਈਨ ਕਰ ਸਕਦੇ ਹੋ ਜਿਹੜੇ ਸਾਡੇ ਵਾਸਤੇ ਥੋੜੇ ਜਿਹੇ ਮਤਲਬ ਕੀ ਕਹਿੰਦੇ ਨਾ, ਅਸੀਂ ਕਲੋਜ਼ ਇਨ ਕਰ ਦਿਆਂਗੇ ਵੀ ਸਾਨੂੰ ਇਸ ਤਰ੍ਹਾਂ ਹੀ ਫੋਲੋ ਹੋਣਾ ਚਾਹੀਦਾ ਹੈ, ਕਿਉਂਕਿ ਅਗਰ ਮੈਂ ਆਪਣੇ ਕਰਮਾਂ ਨਾਲ ਕਰਾਂਗਾ ਤਾਂ ਜੋ ਮੈਂ ਕਰਾਂਗਾ ਮੈਂ ਭਰਾਂਗਾ। ਹੋਰ ਵੀ ਕੁਝ ਇਸ ਤਰ੍ਹਾਂ ਦੇ ਲਾਅ ਆਫ ਨੇਚਰ ਹੈਗੇ ਨੇ, ਜਿਹੜੇ ਹੁਕਮ ਹੈਗੇ ਨੇ, ਜਿਹੜੇ ਅਸੀਂ ਓਪਨ ਕਰ ਸਕਦੇ ਹਾਂ ਗੁਰਬਾਣੀ ਦੇ ਅਨੁਸਾਰ? ਵੀਰ ਜੀ, ਜੇ ਤੇ ਅਸੀਂ ਆਪਣੇ ਵੇ ਆਫ ਲਾਈਫ ਵਾਸਤੇ ਆਪਾਂ ਜੇ ਵਿਚਾਰਨਾ ਚਾਹੁੰਦੇ ਹਾਂ, ਹਾਂਜੀ, ਤਾਂ ਉਹ ਤਾਂ ਆਪਾਂ 6 ਗੱਲਾਂ ਪਹਿਲਾਂ ਕੀਤੀਆਂ ਸੀ ਵੀ ਜਿਵੇਂ ਅਸੀਂ ਅੱਖਾਂ ਦੇ ਨਾਲ ਸਭ ਮੈਂ ਜੋਤ ਜੋਤ ਤੇ ਸੋਏ ਵੇਖੀਏ, ਹਾਂਜੀ, ਔਰ ਜਾਤੀ ਵਗੈਰਾ ਨਾ ਵੇਖੀਏ, ਹਰ ਇੱਕ ਧੀ ਭੈਣ ਨੂੰ ਆਪਣੀ ਧੀ ਭੈਣ ਵੇਖੀਏ। ਦੂਜਾ, ਅਸੀਂ ਕੰਨਾਂ ਦੇ ਨਾਲ ਸੱਚ ਸੁਣੀਏ, ਝੂਠ ਨਿੰਦਾ ਨਾ ਸੁਣੀਏ। ਤੀਜਾ, ਅਸੀਂ ਜ਼ਬਾਨ ਦੇ ਨਾਲ ਮਿੱਠੇ ਸੱਚੇ ਔਰ ਪਿਆਰੇ ਬੋਲੀਏ, ਪੋਜ਼ਿਟਿਵ ਬੋਲੀਏ। ਜੀ 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 ਜੀ, ਠੀਕ ਹੈ। ਤੇ ਚੌਥਾ, ਅਸੀਂ ਹੱਥਾਂ ਦੇ ਨਾਲ ਸੱਚੀ ਸੁੱਚੀ ਕਿਰਤ ਕਰੀਏ ਔਰ ਕਿਸੇ ਦੀ ਹੈਲਪ ਜੀ ਕਰੀਏ, ਕਿਸੇ ਦੇ ਹੱਕ ਨਾ ਖਾਈਏ, ਨਸ਼ੇ ਵਗੈਰਾ ਨਾ ਵਰਤੀਏ ਜਾਂ ਮਾੜੇ ਕਰਮ ਨਾ ਕਰੀਏ, ਮੁੱਖ ਦੀ ਗੱਲ। ਬਿਲਕੁਲ। ਤੇ ਪੰਜਵਾਂ ਹੈ ਕਿ ਪੈਰਾਂ ਦੇ ਨਾਲ ਅਸੀਂ ਸਿੱਧੇ ਰਾਹਾਂ ਤੇ ਜਾਈਏ, ਕਿਸ ਦਾ ਕਤਲ ਕਰਨ ਲਈ ਅਸੀਂ ਨਾ ਜਾਈਏ, ਚੋਰੀ ਕਰਨ ਲਈ ਨਾ ਜਾਈਏ, ਸਗੋਂ ਕਿਰਤ ਕਰਨ ਲਈ ਜਾਈਏ ਜਾਂ ਕਿਸ ਦੀ ਹੈਲਪ ਕਰਨ ਲਈ ਜਾਣਾ ਜਾਈਏ, ਸੈਰ ਕਰਨ ਦੇ ਚੰਗੇ ਕਰਮ ਵਾਸਤੇ। ਠੀਕ ਹੈ ਨਾ? ਤੇ ਛੇਵਾਂ ਹੈਗਾ ਕਿ ਅਸੀਂ ਮਨ ਕਰਕੇ ਜੋ ਸੋਚਣਾ ਹੈ, ਪੋਜ਼ਿਟਿਵ ਸੋਚਣਾ, ਅੰਤਰ ਗੁਰ ਆਰਾਧਨਾ। ਫਿਰ ਕੀ ਹੋਏਗਾ? ਦਰਗਾਹ ਪਾਈਏ ਠਾਉ, ਰੱਬੀ ਦਰਗਾਹ ਵਿੱਚ ਥਾਂ ਮਿਲ ਜਾਏ। ਇਹ ਤੇ ਸਾਡੀ ਪਰਸਨਲ ਲਾਈਫ ਵਾਸਤੇ। ਲਾਅ ਆਫ ਨੇਚਰ ਜੇ ਅਸੀਂ ਰਾਜਨੀਤੀ ਦੇ ਵਿੱਚ ਇਹਨੂੰ ਲਾਗੂ ਕਰਦੇ ਹਾਂ ਤਾਂ ਸਾਰਾ ਸੰਸਾਰ ਇੱਕ ਹੈ। ਤਾਂ ਹੁਣ ਅੱਜ ਰਾਜਨੀਤੀ ਦੇ ਵਿੱਚ ਅਸੀਂ ਦੇਸ਼ਾਂ ਨੂੰ ਵੰਡਿਆ ਹੈ ਵੱਖਰਾ ਵੱਖਰਾ। ਇੱਕ ਦੇਸ਼ ਦੇ ਉੱਤੇ ਹਮਲਾਵਰ ਹੈਗਾ 50-60% ਧਨ ਜਿਹੜਾ 70% ਮਾਰੂ ਹਥਿਆਰਾਂ ਤੇ ਖਰਚ ਹੋ ਰਿਹਾ ਹੈ। ਤੇ ਜੇ ਅਸੀਂ ਲਾਅ ਆਫ ਨੇਚਰ ਨੂੰ ਫੋਲੋ ਕਰੀਏ ਵੀ ਸੰਸਾਰ ਤੇ ਇੱਕ ਹੈ, ਅਸੀਂ ਸੀਮਾਵਾਂ ਦੇ ਝਗੜੇ ਕਿਉਂ ਪਾ ਲੈਨੇ? ਇਹਨਾਂ ਦੇਸ਼ਾਂ ਨੂੰ ਖਤਮ ਕਰੋ, ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦੇ ਦਿਓ, ਇੱਕ ਰਾਜਧਾਨੀ ਬਣਾਓ, ਪਾਸਪੋਰਟ ਸਿਸਟਮ ਖਤਮ ਹੋ ਗਿਆ ਤੇ ਕਰੰਸੀ ਇੱਕ ਹੋ ਗਈ, ਕਾਨੂੰਨ ਇੱਕ ਹੋ ਗਿਆ। ਤੇ ਜਿਹੜਾ 60-70% ਆ ਮਾਰੂ ਹਥਿਆਰਾਂ ਤੇ ਲਾ ਰਹੇ ਹੋ, ਮਨੁੱਖਤਾ ਦੇ ਉਥਾਨ ਲਈ ਲਾ ਸਕਦੇ ਹੋ ਨਾ। ਬਿਲਕੁਲ। ਹੁਕਮ ਰਜ਼ਾਈ ਜਿਹੜਾ ਲਾਅ ਆਫ ਨੇਚਰ ਹੈ, ਜੇ ਲਾਅ ਆਫ ਨੇਚਰ ਨੂੰ ਅਸੀਂ ਸਮਾਜ ਵਿੱਚ ਵਰਤੀਏ ਤਾਂ ਦੇਖੋ, ਜੱਟ ਸਿੱਖ, ਨਾਈ ਸਿੱਖ, ਖੱਤਰੀ ਸਿੱਖ, ਮੇਰਾ ਸਿੱਖ, ਕਰੋੜਾ ਸਿੱਖ ਕਿੱਥੋਂ ਆ ਗਏ? ਬਿਲਕੁਲ। ਜਿਵੇਂ ਅਸੀਂ ਛੋਟੀਆਂ ਜਾਤਾਂ ਦੇ, ਜਿਵੇਂ ਅਸੀਂ ਅਖੌਤੀ ਨੀਵੀਆਂ ਜਾਤਾਂ, ਵੱਡੀਆਂ ਜਾਤਾਂ ਕਿੱਥੋਂ ਆ ਗਈਆਂ? ਕਿਉਂਕਿ ਸਭ ਮੈਂ ਜੋਤ ਜੋਤ ਤੇ ਸੋਏ। ਰੱਬ ਨੇ ਤੇ ਬੰਦੇ ਪੈਦਾ ਕੀਤੇ ਨੇ, ਅਵਲ ਅਲਾ ਨੂਰ ਪਾਇਆ। ਤੇ ਜਾਤੀਵਾਦ ਖਤਮ ਹੋ ਕੇ ਇੱਕ ਭਾਈਚਾਰਕ ਸਮਾਜ ਪੈਦਾ ਹੋ ਜਾਏਗਾ। ਜੇ ਲਾਅ ਆਫ ਨੇਚਰ ਨੂੰ ਅਸੀਂ ਆਰਥਿਕ ਦੁਨੀਆ ਵਿੱਚ ਵੰਡੀਏ ਤਾਂ ਫਿਰ ਮੰਨ ਲਓ ਸਪੋਜ਼ ਕਿ ਤੁਹਾਡੇ ਕੋਲ 200-400 ਕਰੋੜ ਰੁਪਇਆ ਪਿਆ ਹੈ, ਬਲੈਕ ਮਨੀ ਹੈ ਤਾਂ ਉਹ ਤੁਹਾਡਾ ਹੀ, ਸਾਨੂੰ ਖੋਣਾ ਨਹੀਂ ਚਾਹੀਦਾ, ਤੁਹਾਡਾ ਹੀ ਹੈ। ਪਰ ਤੁਸੀਂ ਬਲੌਕ ਕਰ ਦਿੱਤਾ, ਉਹਦੇ ਨਾਲ ਹੁਣ ਮਹਿੰਗਾਈ ਵੱਧ ਗਈ। ਜੇ ਲਾਅ ਆਫ ਨੇਚਰ ਨੂੰ ਸਮਝਦੇ ਆ, ਤੁਸੀਂ ਉਸ ਧਨ ਦੀ ਫੈਕਟਰੀ ਲਗਾ ਲਓ, ਕੋਈ ਪੈਸਾ ਫਿਰ ਵੀ ਤੁਹਾਡਾ ਹੀ ਰਹਿਣਾ ਹੈ, ਉਹ ਮਾਰਕੀਟ ਵਿੱਚ ਆ ਜਾਏਗਾ, ਬਹੁਤ ਸਾਰੇ ਲੋਕਾਂ ਨੂੰ ਕਾਰੋਬਾਰ ਮਿਲੇਗਾ, ਤਾਂ ਹਰ ਬੰਦੇ ਦੀ ਰੋਟੀ, ਕੱਪੜੇ, ਮਕਾਨ ਦੀ ਸਮੱਸਿਆ ਪੂਰੀ ਹੋਏਗੀ ਹੱਲ। ਲਾਅ ਆਫ ਨੇਚਰ ਨੂੰ ਜੇ ਅਸੀਂ ਧਰਮ ਦੀ ਦੁਨੀਆ ਵਿੱਚ ਵਰਤੀਏ ਤਾਂ ਅਲੱਗ-ਅਲੱਗ ਧਰਮ ਕਿੱਥੋਂ ਆ ਗਏ?
ਬਿਲਕੁਲ ਇੱਕ ਧਰਮ ਹੈ, ਇੱਕੋ ਧਰਮ ਜਿਹੜੇ ਸੱਚ ਕੋਈ, ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਵਾਸਤੇ ਲਾਅ ਆਫ ਨੇਚਰ ਨੂੰ ਅਸੀਂ ਸਾਇੰਸਦਾਨਾਂ ਨੇ ਤੇ ਵਰਤਿਆ ਹੀ ਹੈ, ਕਿੱਡੀਆਂ ਵੱਡੀਆਂ ਖੋਜਾਂ ਕੀਤੀਆਂ ਨੇ। ਤਾਂ ਉਹ ਮਾਰੂ ਹਥਿਆਰ ਨਾਲ ਖੋਜ ਕੇ ਹੋਰ ਸ਼ਾਂਤੀ ਵਾਲੇ ਪਾਸੇ, ਮਤਲਬ ਉਸ ਪਾਵਰ ਨੂੰ ਹੋਰ ਪਾਸੇ ਯੂਜ਼ ਕਰ ਸਕਦੇ ਨੇ, ਤਾਂ ਪੂਰੀ ਦੁਨੀਆ, ਪੂਰਾ ਜੀਵਨ ਹੀ ਬਦਲ ਸਕਦਾ ਹੈ। ਲਾਅ ਆਫ ਨੇਚਰ ਦੇ ਵਿੱਚ ਹੀ ਸਾਰੀ ਦੁਨੀਆ ਚੱਲ ਰਹੀ, ਸੁੱਖ ਦੁੱਖ ਸਾਰੇ ਇਹਦੇ ਵਿੱਚ ਹੀ ਨੇ। ਠੀਕ 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 ਹੈ ਜੀ। ਮਤਲਬ ਇਸ ਦਾ ਮਤਲਬ ਇਹੀ ਹੋਇਆ ਕਿ ਸਭ ਤੋਂ ਵੱਡਾ ਲਾਅ ਆਫ ਨੇਚਰ ਹੈ ਰਾਈਟ ਅੰਡਰਸਟੈਂਡਿੰਗ। ਹਾਂਜੀ, ਹੈ ਨਾ। ਠੀਕ 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 ਠੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਸਾਹਿਬ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਤੇ ਹੋਰ ਆਪਣੇ ਗੁਰਮੁਖ ਸਿੰਘ ਜੀ, ਜੇ ਤੁਸੀਂ ਕੁਛ ਅੱਜ ਰੈਪ ਅਪ ਕਰ ਦਈਏ, ਫਿਰ ਉਹਦੇ ਬਾਅਦ ਦੇ ਵਿੱਚ ਇੱਕ ਧੰਨਵਾਦ ਕਰਨਾ ਜੀ ਉਹਦੇ ਬਾਅਦ 'ਚ। ਹਾਂਜੀ ਗੁਰਮੁਖ ਸਿੰਘ। ਹਾਂਜੀ, ਆਪਣੇ ਇੱਕ ਹੋਰ ਹੈ ਜੀ, ਆਪਣੇ ਮੇਰੇ ਖਿਆਲ ਨਮਰੀਤਾ ਆਈਫੋਨ, ਉਹਨੇ ਵੀ ਅਨਮਿਊਟ ਕੀਤਾ ਹੈ। ਪਤਾ ਨਹੀਂ ਜੀ ਅਨਮਿਊਟ, ਪਰ ਉਹਨਾਂ ਦੀ ਆਡੀਓ ਦਾ ਕਰ ਲੈਣੇ ਗੱਲ। ਕਨੈਕਟ ਹੋ ਰਿਹਾ, ਆਡੀਓ ਦਾ ਕਨੈਕਟ ਨਹੀਂ ਹੋ ਰਿਹਾ। ਅੱਛਾ ਜੀ, ਪਹਿਲਾਂ ਜੀ ਆਪਣੇ ਗਿਆਨੀ ਜੀ। ਹਾਂ ਠੀਕ ਹੈ ਜੀ। ਅੱਜ ਪਹਿਲਾਂ ਮੈਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਫਤਿਹ ਜੀ। ਹਾਂਜੀ ਹਾਂਜੀ। ਯਾਨੀ ਜੀ ਜਿਹੜਾ ਤੁਸੀਂ ਲਾਅ ਆਫ ਨੇਚਰ, ਬਾਕੀ ਹੁਕਮ ਦਾ, ਦੇਖੋ ਜੀ ਇਹ ਜਿਹੜੇ ਸਾਨੂੰ ਅਸੀਂ 40-50 ਸਾਲਾਂ ਤੋਂ ਗੱਲਾਂ ਸੁਣਦੇ ਹਾਂ। ਹਾਂਜੀ, ਅਸੀਂ ਅੱਗੇ ਇਸ ਹਿਸਾਬ ਨਾਲ ਨਹੀਂ ਸੁਣੀਆਂ, ਤਾਂ ਸਾਨੂੰ ਥੋੜਾ ਜਿਹਾ ਟਾਈਮ ਦਿਓ ਅੰਡਰਸਟੈਂਡ ਕਰਨ ਨੂੰ। ਹਜੇ ਗੱਲ ਤਾਂ ਅਸੀਂ ਸੁਣ ਲੈਂਦੇ ਹਾਂ, ਪਰ ਸਮਝ ਆਉਣ ਨੂੰ ਮੈਂ ਹੈਗਾ ਬਾਕੀ ਦਾ ਥੋੜਾ ਸਲੋ, ਤਾਂ ਮੈਨੂੰ ਥੋੜਾ ਟਾਈਮ ਲੱਗਦਾ। ਤੇ ਇਹਦੇ ਵਿੱਚ ਮੈਂ ਇੱਕ ਖਾਸ ਪੁੱਛੂੰਗਾ, ਜਿਹੜੀ ਤੁਸੀਂ ਹੁਕਮ ਹੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਜਿਹੜੀ ਤੁਸੀਂ ਲਿਖਣ ਦੀ ਗੱਲ ਕੀਤੀ ਹੈ ਜੀ, ਅੱਗੇ ਜਿਹੜਾ ਸਾਨੂੰ ਸਮਝਾਇਆ ਗਿਆ, ਜਿਹੜਾ ਅਸੀਂ ਸਮਝਦੇ ਸੀ, ਉਹ ਇਹੀ ਸੀ ਜਿਹੜਾ ਲਿਖਿਆ ਆ ਵੀ ਇਹ ਮਹਾਰਾਜ ਨੇ ਲਿਖਿਆ ਆ, ਵੀ ਇਹ ਵਾਹਿਗੁਰੂ ਦਾ ਲਿਖਿਆ ਆ। ਤੁਸੀਂ ਅੱਜ ਇਹਨੂੰ ਪੂਰਾ ਅਪਸਾਈਡ ਡਾਊਨ ਕਰਤਾ ਆ। ਹਾਂਜੀ, ਵੀ ਨਹੀਂ ਜੀ ਇਹ ਸਾਡਾ ਆਪਣਾ ਲਿਖਿਆ ਆ। ਹਾਂਜੀ, ਤੇ ਇਹਦੇ ਬਾਰੇ ਦੇਖੋ ਜੀ, ਇਹ ਜਿਹੜੀ ਅਸੀਂ 40-50 ਸਾਲਾਂ ਤੋਂ ਗੱਲਾਂ ਸਮਝਦੇ ਆਏ ਆ, ਇਹ ਇੰਨੀ ਆਪੋਜ਼ਿਟ ਆ ਵੀ ਇਹ ਥੋੜਾ ਜਿਹਾ ਸੋਚ ਕੇ ਸਮਝ ਕੇ ਥੋੜਾ ਔਖੀ ਲੱਗਦੀ ਆ। ਪਰ ਤੁਸੀਂ ਇੱਕ ਵਾਰੀ ਹੋਰ ਤੁਸੀਂ ਏਦਾਂ ਹੀ ਕਿਹਾ ਵੀ ਜਿਹੜੀ ਲਿਖਿਆ ਜਿੱਥੇ ਆਪਣੇ ਲਿਖ ਦੁੱਖ ਸੁੱਖ ਪਾਈਏ। ਹਾਂਜੀ, ਮੇਰੀ ਸਮਝ ਵਿੱਚ ਏਦਾਂ ਹੀ ਤੁਸੀਂ ਕਹਿੰਦੇ ਜਿਹੜੀ ਅਸੀਂ ਆਪ ਜਿਹੜਾ ਆਪਾਂ ਕਰਮ ਕਰਦੇ, ਜਿਹੜੀ ਆਪਾਂ ਚੰਗੀਆਂ ਗੱਲ ਕੰਮ ਕਰਦੇ, ਮਾੜੇ ਕੰਮ ਕਰਦੇ ਆ, ਹਾਂਜੀ ਹਾਂਜੀ, ਵੀ ਇਹੀ ਸਾਡੀ ਲੇਖ ਆ। ਬਿਲਕੁਲ ਬਿਲਕੁਲ, ਹਾਂ, ਸਿੰਪਲ ਵੇ ਨਾਲ ਅਸੀਂ ਐਵੇਂ ਸਮਝ ਸਕਦੇ ਹਾਂ। ਅੱਛਾ ਜੀ, ਦੇਖੋ 2 ਮਿੰਟ ਵਾਸਤੇ ਮੈਂ ਤੇ ਤੁਸੀਂ, ਜੇ ਅਸੀਂ ਆਪਣਾ ਨਾਮ ਲੈ ਗੱਲ ਕਰੀਏ, ਵੀਰ ਗੁਰਮੁਖ ਸਿੰਘ ਦੀ ਔਰ ਮੋਹਰ ਸਿੰਘ ਦੀ, ਹੁਣ ਮੰਨ ਲਓ 2 ਮਿੰਟ ਵਾਸਤੇ ਮੇਰਾ ਔਰ ਤੁਹਾਡਾ ਪ੍ਰੇਮ ਹੈ, ਤਾਂ ਪ੍ਰੇਮ ਅਸੀਂ ਤਾਂ ਹੈ ਕਿ ਮੈਂ ਤੁਹਾਨੂੰ ਵੀਰ ਕਹਿ ਰਿਹਾ, ਤੁਸੀਂ ਮੈਨੂੰ ਵੀਰ ਕਹਿ ਰਹੇ ਹੋ, ਮੈਂ ਤੁਹਾਡੇ ਪੱਖ ਵਿੱਚ ਮੈਂ ਤੁਹਾਡੇ ਭਲੇ ਲਈ ਸੋਚ ਰਿਹਾ, ਤੁਸੀਂ ਮੇਰੇ ਭਲੇ ਲਈ ਸੋਚ ਰਹੇ ਹੋ, ਤਾਂ ਸਾਡਾ ਪ੍ਰੇਮ ਬਣ ਗਿਆ। ਇਹ ਇੱਕ ਨੇਮ ਹੈਗਾ, ਇਹ ਸਾਡਾ ਲਿਖਿਆ ਹੈਗਾ ਆਪਣਾ। ਤੇ ਜੇ ਮੈਂ ਤੁਹਾਡੇ ਖਿਲਾਫ ਚੁਗਲੀਆਂ ਕਰਾਂ, ਤੁਸੀਂ ਮੇਰੇ ਖਿਲਾਫ, ਮੈਂ ਤੁਹਾਡਾ ਨੁਕਸਾਨ ਕਰਾਂ, ਤੁਸੀਂ ਮੇਰਾ ਨੁਕਸਾਨ ਕਰੋ, ਤਾਂ ਸਾਡਾ ਇਹ ਲਿਖਣਾ ਹੋ ਜਾਏਗਾ, ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣ ਜਾਵਾਂਗੇ। ਹੁਣ ਸਾਡੇ ਤੇ ਡਿਪੈਂਡ ਕਰਨਾ ਹੈ ਕਿ ਅਸੀਂ ਦੋਵਾਂ ਨੇ ਵੀਰ ਭਰਾ ਬਣ ਕੇ ਰਹਿਣਾ ਕਿ ਦੁਸ਼ਮਣ ਬਣ ਕੇ। ਤਾਂ ਅਸੀਂ ਜੋ ਕਹਿੰਦੇ ਆ ਨਾ, ਜਿਵੇਂ ਉਹ ਵੀਰ ਜੀ ਆਪਣੇ ਪਹਿਲੋਂ ਕਹਿ ਰਹੇ ਸੀ ਵੀ ਦੱਦੇ ਦੋਸ਼ ਜੋ ਮੈਂ ਕੀਆ ਸੋ ਮੈਂ ਪਾਇਆ, ਇਹਨੂੰ ਲਿਖਣਾ ਕਹਿੰਦੇ ਨੇ ਵੀ ਬੀਜ ਤੇ ਕਿਕਰੀਆਂ ਦੇ ਕੂਰ ਨਹੀਂ ਮਿਲਣੇ। ਲਿਖਣਾ ਦਾ ਮਤਲਬ ਜਿਵੇਂ ਅਸੀਂ ਆਪਣਾ ਚੰਗਾ ਔਰ ਮਾੜਾ ਸੁਭਾਅ ਰੋਜ਼ ਬਣਾਉਂਦੇ ਹਾਂ, ਰੋਜ਼ ਅਸੀਂ ਸੰਸਕਾਰ ਪੈਦਾ ਕਰਦੇ ਹਾਂ, ਸਾਡੀਆਂ ਆਦਤਾਂ ਬਣੀਆਂ, ਉਹ ਤਾਂ ਅਸੀਂ ਲਿਖੀ ਜਾ ਰਹੇ ਹਾਂ, ਸਿਸਟਮ ਹੈ। ਤੇ ਉਹ ਸਿਸਟਮ ਐਸਾ ਹੈ ਕਿ ਜੇ ਅਸੀਂ ਪਿਆਰ ਨਾਲ ਰਹਾਂਗੇ ਤਾਂ ਸਾਡਾ ਪਿਆਰ ਬਣੇਗਾ, ਔਰ ਜੇ ਅਸੀਂ ਇੱਕ ਦੂਜੇ ਨਾਲ ਈਰਖਾ ਕਰਾਂਗੇ ਤੇ ਸਿਸਟਮ ਦੇ ਵਿੱਚ ਅਸੀਂ ਹੋ ਜਾਵਾਂਗੇ। ਇਹ ਸਾਡੇ ਆਪਣੀ ਸੋਚ, ਸਾਡੇ ਆਪਣੇ ਬੋਲ, ਉਹਨਾਂ ਤੇ ਡਿਪੈਂਡ ਕਰੇਗਾ ਕਿ ਅਸੀਂ ਕਿਵੇਂ ਵਰਤਦੇ। ਰੱਬ ਕਿਸੇ ਨੂੰ ਚੰਗਾ ਔਰ ਮਾੜਾ ਨਹੀਂ ਬਣਾਉਂਦਾ, ਉਹਨੇ ਤਾਂ ਦਿਮਾਗ ਦਿੱਤਾ ਹੈ। ਫਾਰ ਐਗਜ਼ਾਮਪਲ, ਮੈਂ ਆਪਣੇ ਬੇਟੇ ਨੂੰ ਮੰਨ ਲਓ ਕਾਰ ਲੈ ਕੇ ਦੇ ਦਿੱਤੀ, ਤੇ ਮੈਂ ਉਹਨੂੰ ਕਾਰ ਇਸ ਕਰਕੇ ਨਹੀਂ ਲੈ ਕੇ ਦਿੱਤੀ ਕਿ ਉਹ ਐਕਸੀਡੈਂਟ ਕਰੇ ਜਾਂ ਕੁਛ ਕਰੇ, ਮੈਨੂੰ ਇਸ ਕਰਕੇ ਲੈ ਕੇ ਦਿੱਤੀ ਵੀ ਉਹ ਆਉਣ ਜਾਣ ਵਾਸਤੇ, ਕਿਤੇ ਭੈਣ ਭਰਾ ਕੋਲ ਆਪਣੇ ਕੰਮ ਵਿੱਚ ਆਉਣਾ ਜਾਣਾ, ਤਾਂ ਉਹਨੂੰ ਸਹੂਲਤ ਹੋ ਜਾਏਗੀ। ਤੇ ਹੁਣ ਮੈਂ ਉਹਦੇ ਨਾਲ ਤੇ ਹਰ ਟਾਈਮ ਰਹਿ ਨਹੀਂ ਸਕਦਾ, ਤੂੰ ਐਵੇਂ ਚਲਾ ਜਾ, ਐਵੇਂ ਚਲਾ। ਪਰ ਜੋ ਐਕਸੀਡੈਂਟ ਕਰਦਾ ਤਾਂ ਉਹਦੇ ਵਿੱਚ ਮੇਰਾ ਦੋਸ਼ ਨਹੀਂ। ਮੈਂ ਤੇ ਕਾਰ ਐਕਸੀਡੈਂਟ ਵਾਸਤੇ ਨਹੀਂ ਸੀ ਨਾ ਲੈ ਕੇ ਦਿੱਤੀ, ਉਹਨਾਂ ਨਿਯਮ ਨੂੰ ਫੋਲੋ ਨਹੀਂ ਕੀਤਾ ਤੇ ਐਕਸੀਡੈਂਟ ਹੋਏਗਾ ਐਵੇਂ। ਇਹ ਤੋਂ ਬਾਅਦ ਮੈਂ ਆਪਣੇ ਹੁਣੇ ਇਸ ਕਾਲ ਤੋਂ ਬਾਅਦ ਮੈਂ ਆਪਣੇ ਕਾਕੇ ਕੋਲ ਜਾਣਾ ਆ, ਮੈਂ ਇਹਨੂੰ ਇਹੀ ਕਹਿਣਾ ਵੀ ਕਾਰ ਮੈਂ ਲੈ ਕੇ ਤੈਨੂੰ ਦਿੱਤੀ ਸੀ, ਮੈਂ ਇਸ ਕੰਮ ਲਈ ਨਹੀਂ ਦਿੱਤੀ, ਇਸ ਕੰਮ ਲਈ ਦਿੱਤੀ ਸੀ। ਨਹੀਂ, ਗੱਲ ਤੁਹਾਡੀ ਵਧੀਆ ਜੀ, ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਿਲਕੁਲ ਸਹੀ ਗੱਲ ਕੀਤੀ ਹੈ ਜੀ, ਵੀ ਜਿਹੜਾ ਹੁਕਮ ਆ ਉਹ ਜਿੱਦਾਂ ਸਾਨੂੰ ਸਮਝਾਇਆ ਗਿਆ ਸੀ ਉਦਾਂ ਨਹੀਂ ਹੈਗਾ। ਲਾਅ ਆਫ ਨੇਚਰ ਤੇ ਜਿਹੜੇ ਕਾਨੂੰਨ ਬਣੇ ਹੋ ਆ, ਉਹਨਾਂ ਨੂੰ ਸਮਝ ਕੇ ਅਸੀਂ ਜੇ ਲਾਗੂ ਕਰ ਲਵਾਂਗੇ ਤਾਂ ਸਾਡੀ ਜ਼ਿੰਦਗੀ ਵਧੀਆ,
ਤੇ ਜੇ ਨਹੀਂ ਲਾਗੂ ਕਰਦੇ ਤਾਂ ਉਸ ਲਈ ਤੁਹਾਨੂੰ ਫਲ ਮਿਲ ਜਾਂਦਾ ਉਹਦਾ, ਚਾਹੇ ਤੁਸੀਂ ਕਾਰ ਚਲਾਉਂਦੇ, ਚਾਹੇ ਕੋਈ ਵੀ ਕੰਮ ਕਰਦੇ ਆ ਆਪਣੀ ਜ਼ਿੰਦਗੀ ਦੇ ਵਿੱਚ, ਤੇ ਉਹਦਾ ਤੁਹਾਨੂੰ ਉਸ ਵੇਲੇ ਫੈਸਲਾ ਹੋ ਜਾਂਦਾ। ਤੇ ਇੱਕ ਵਧੀਆ ਤਰੀਕੇ ਹਾਂਜੀ, ਦੇ ਨਾਲ ਹੁਕਮ ਦਾ ਮਤਲਬ ਇਹਨੂੰ ਹੁਕਮ ਨੂੰ ਤੁਸੀਂ ਸਿਸਟਮ ਸਮਝ ਕੇ ਜੇ ਇਹਨੂੰ ਵਰਤੋਗੇ ਨਾ, ਯੂਜ਼ ਕਰੋਗੇ ਸ਼ਬਦ ਨੂੰ, ਹੁਕਮ ਦਾ ਮਤਲਬ ਸਿਸਟਮ, ਤਾਂ ਫਿਰ ਸਾਰੀ ਗੱਲ ਕਲੀਅਰ ਹੁੰਦੀ ਜਾਏਗੀ ਹੌਲੀ ਹੌਲੀ। ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ। ਸੋ ਧੰਨਵਾਦ ਜੀ ਤੁਹਾਡਾ ਗਿਆਨੀ ਜੀ, ਬਹੁਤ ਬਹੁਤ ਇੱਕ ਨਵੀਂ ਤਰ੍ਹਾਂ ਦੇ ਨਾਲ ਸੋਚ ਦੇਣ ਦਾ। ਜਿਹੜੇ ਸਾਡੇ ਪੁਰਾਣੇ ਤਰ੍ਹਾਂ ਦੇ ਸੋਚ ਸੀਗੀ ਉਹਨਾਂ ਦੇ ਵਿੱਚ, ਜਿੱਦਾਂ ਗੁਰਮੁਖ ਸਿੰਘ ਜੀ ਨੇ ਕਿਹਾ ਵੀ ਕਈ ਵਾਰੀ ਹਜਮ ਹੋਣੀ ਵੀ ਮੁਸ਼ਕਲ ਹੋ ਜਾਂਦੀ, ਕਿਉਂਕਿ ਅਪਸਾਈਡ ਡਾਊਨ ਕਰਤਾ। ਇੱਕ ਪਹਿਲੀ ਵਿਚਾਰ ਕਿਤੇ ਉੱਧਰ ਸੀਗੀ ਤੇ ਦੂਸਰੀ ਵਿਚਾਰ ਉੱਧਰਲੇ ਪਾਸਿਓਂ ਆ ਰਹੀ ਹੈ, ਪਰ ਹੈਗੀ ਇਹ ਵਿਚਾਰ ਸਹੀ ਆ। ਜਿੱਦਾਂ ਮਰਜ਼ੀ ਤੁਸੀਂ ਲਾ ਕੇ ਦੇਖ ਲਓ। ਕੁਲਦੀਪ ਕੌਰ ਜੀ ਅਨਮਿਊਟ ਹੋਏ ਆ, ਤੇ ਤੁਸੀਂ ਕੁਝ ਕਹਿਣਾ ਜੀ? ਹਾਂਜੀ ਕੁਲਦੀਪ ਕੌਰ। ਮੈਂ ਵੀਰ ਜੀ ਗੁਰਮੁਖ ਸਿੰਘ ਨੂੰ ਕਹਿਣਾ ਸੀ, ਮੈਂ ਕਿਹਾ ਤੁਸੀਂ ਬੇਟੇ ਨੂੰ ਏਦਾਂ ਜਾ ਕੇ ਕਹੋਗੇ ਤਾਂ ਉਹਨੇ ਕਹਿਣਾ ਡੈਡੀ ਲੈਸਨ ਲੈਣੇ ਬੰਦ ਕਰ ਦਿਓ, ਤੁਸੀਂ ਹੋਰ ਨਾ ਬਹੁਤਾ ਸਿੱਖ ਜਿਓ ਏਦਾਂ ਦਾ। ਚਲੋ ਇਹ ਤਾਂ ਜੀ ਹੁਣ ਆਪਣੇ ਆਪ ਤੋਂ। ਥੈਂਕ ਯੂ। ਜਸਵਿੰਦਰ ਸਿੰਘ ਜੀ, ਤੁਸੀਂ ਇੱਕ ਵਾਰ ਤੁਸੀਂ ਅਨਮਿਊਟ ਹੋਏ ਆ। ਹਾਂਜੀ ਜਸਵਿੰਦਰ ਸਿੰਘ ਜੀ। ਹਾਂਜੀ, ਮੈਂ ਸੋਚਿਆ ਮੈਂ ਭਾਈ ਸਾਹਿਬ ਤੋਂ ਲਾਹਾ ਲੈ ਲਈਏ। ਭਾਈ ਸਾਹਿਬ, ਜਿਹੜਾ ਹੁਣ ਹੁਕਮ ਆ, ਤਾਂ ਜਿਹੜੀ ਇੱਕ ਦਾ ਕਨਸੈਪਟ ਹੈਗਾ, ਜਿੱਦਾਂ ਅਸੀਂ ਇਹ ਇੱਕ ਨੂੰ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕਦੇ ਹਾਂ, ਜਿੱਦਾਂ ਇੱਕ ਓਂਕਾਰ। ਮੇਰੇ ਹਿਸਾਬ ਜਿਹੜਾ ਹੁਕਮ ਤਾਂ ਇੱਕ ਓਂਕਾਰ ਹੈ, ਇੱਕੋ ਹੀ ਗੱਲ ਆ ਜਾਂ ਫਿਰ ਵੱਖੋ ਵੱਖ ਸਾਨੂੰ ਸਮਝਣਾ ਚਾਹੀਦਾ? ਇੱਕ ਓਂਕਾਰ ਦੇਖੋ, ਉਹ ਵੱਖਰੀ ਚੀਜ਼ ਹੈ। ਇੱਕ ਓਂਕਾਰ ਇੱਕ ਸਰੂਪ ਹੈ ਜਿਹਨੂੰ ਅਸੀਂ ਰੱਬ ਕਹਿੰਦੇ ਆ। ਡੈਫੀਨੇਸ਼ਨ ਸਮਝ ਲਓ, ਅਸੀਂ ਡੈਫੀਨੇਸ਼ਨ ਸ਼ਬਦ ਵਰਤ ਸਕਦੇ ਹਾਂ ਸਮਝਣ ਵਾਸਤੇ ਕਿ ਰੱਬ ਕੀ ਹੈ। ਰੱਬ ਹਰ ਬੰਦੇ ਨੇ, ਹਰ ਧਰਮ ਨੇ ਆਪਣਾ ਆਪਣਾ ਰੱਬ ਆਪਣੇ ਹਿਸਾਬ ਦੇ ਨਾਲ ਮੰਨ ਲਿਆ ਸੀ ਜਾਂ ਮੰਨਿਆ ਹੋਇਆ ਹੈ। ਕਹਿੰਦਾ ਵੀ ਰੱਬ ਸਵਰਗ ਵਿੱਚ ਬੈਠਾ ਹੈ ਤੇ ਉੱਤੇ ਸੰਚਾਲਨ ਕਰਦਾ ਹੈ। ਕੋਈ ਮੰਨਦਾ ਹੈ ਕਿ ਰੱਬ ਜੰਨਤ ਵਿੱਚ ਹੈ, ਕੋਈ ਮੰਨਦਾ ਹੈ ਰੱਬ ਬੈਕੁੰਠ ਵਿੱਚ ਹੈ, ਤੇ ਸਿੱਖਾਂ ਨੇ ਵੀ ਮੰਨ ਲਿਆ ਵੀ ਉੱਤੇ ਸਾਡਾ ਵੀ ਉਹਨਾਂ ਦੀ ਤਰ੍ਹਾਂ ਕੋਈ ਸੱਚਖੰਡ ਵੱਖਰਾ ਹੈਗਾ, ਉੱਥੇ ਰੱਬ ਬੈਠਾ ਹੈ। ਗੁਰੂ ਜੀ ਦਾ ਮੰਨਣਾ ਇਹ ਨਹੀਂ। ਦੇਖੋ, ਰੱਬ ਦੀ ਡੈਫੀਨੇਸ਼ਨ ਨੂੰ ਦੇ ਰਹੇ ਨੇ ਇੱਕ ਓਂਕਾਰ। ਇੱਕ ਦਾ ਮਤਲਬ ਇੱਕ, ਉਹ ਨਾ ਇੱਕ ਜਿਹੜਾ ਹੈ ਈੜੀ ਨਾਲ ਸਿਹਾਰੀ ਪਾ ਕੇ ਔਰ ਕੱਕਾ ਵੀ ਲਿਖ ਸਕਦੇ ਸੀ, ਪਰ ਉਹਨਾਂ ਨੇ ਲਿਖਿਆ ਨਹੀਂ, ਕਿਉਂਕਿ ਵਿਦਵਾਨ ਜਿਹੜੇ ਨੇ ਉਹ ਅੱਖਰਾਂ ਦੇ ਅਰਥ ਬਦਲ ਲੈਂਦੇ ਨੇ ਔਰ ਬਹੁਤ ਸਾਰੇ ਅਰਥ ਬਣ ਜਾਂਦੇ ਨੇ। ਇਸ ਲਈ ਉਹਨਾਂ ਨੇ ਮੈਥ ਵਾਲਾ ਇੱਕ ਵਰਤਿਆ। ਮੈਥ ਵਾਲੇ ਇੱਕ ਦਾ ਮਤਲਬ ਕਿ ਇੱਕ ਦਾ ਮਤਲਬ ਇੱਕ, ਓਂਗ ਦਾ ਮਤਲਬ ਉਤਪਤੀ, ਲੈਤਾ, ਪਾਲਣਾ, ਸੰਚਾਲਨ ਕਰਨ ਵਾਲਾ। ਤੇ ਕਾਰ ਸ਼ਬਦ ਜਿਹੜਾ ਉੱਤੇ ਨਾ, ਕਾਰ, ਉਹਦਾ ਮਤਲਬ ਹੈਗਾ ਕੰਟੀਨਿਊ, ਲਗਾਤਾਰ। ਇਹਦਾ ਮਤਲਬ ਹੋ ਗਿਆ ਵੀ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਉਹ ਰੱਬ ਹੈ ਔਰ ਇੱਕ ਹੈ। ਇਹ ਦੁਨੀਆ, ਇਹ ਸੰਸਾਰ ਉਹਦੇ ਤੋਂ ਵੱਖਰਾ ਨਹੀਂ ਹੈ। ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਇਸ ਸੰਸਾਰ ਤੋਂ ਵੱਖਰਾ ਰੱਬ ਨੂੰ ਮੰਨ ਲਿਆ, ਆਪਣੇ ਤੋਂ ਵੱਖਰਾ ਮੰਨ ਲਿਆ। ਇਹ ਹਉਮੈ ਹੈ। ਜਦੋਂ ਮੈਂ ਰੱਬ ਤੋਂ ਆਪਣੇ ਆਪ ਨੂੰ ਵੱਖਰਾ ਮੰਨ ਲੈਣਾ ਤਾਂ ਮੈਂ ਹਉਮੈ ਵਿੱਚ ਹਾਂ। ਹਉਮੈ ਇਹ ਜਾਤ ਹੈ। ਜਾਤ ਦਾ ਮਤਲਬ ਆਪਣੀ ਵੱਖਰੀ ਹੋਂਦ ਮੰਨ ਲੈਣੀ। ਇੱਕ ਬੁਲਬੁਲਾ ਵੱਖਰਾ ਮੰਨ ਲੈ ਸਮੁੰਦਰ ਤੋਂ, ਤਾਂ ਵੱਖਰਾ ਹੈ ਨਹੀਂ। ਇੱਕ ਲਹਿਰ ਸਮੁੰਦਰ ਤੋਂ ਵੱਖਰੀ ਹੈ ਨਹੀਂ। ਇਹ ਕੜਾ ਜਿਹੜਾ ਹੈ ਸਟੀਲ ਤੋਂ ਵੱਖਰਾ ਨਹੀਂ। ਸੋਨੇ ਦਾ ਕੜਾ ਸੋਨੇ ਤੋਂ ਵੱਖਰਾ ਨਹੀਂ। ਸੋਨਾ ਹੀ ਕੜਾ ਬਣ ਗਿਆ, ਸੋਨਾ ਹੀ ਛਾਪ ਬਣ ਗਿਆ। ਇਸੇ ਤਰ੍ਹਾਂ ਤੇ ਸਰਗੁਣ ਥੀਆ, ਇਸ ਲਈ ਜੋ ਦਿਸੈ ਸੋ ਤੇਰਾ ਰੂਪ। ਜੇ ਅਲੱਗ ਅਲੱਗ ਕਰਕੇ ਵੇਖੋਗੇ ਨਾ, ਫਿਰ ਤੁਹਾਨੂੰ ਧਰਤੀ ਵੱਖਰੀ ਦਿਸੇਗੀ, ਚੰਦਰਮਾ ਵੱਖਰਾ ਦਿਸੇਗਾ, ਕੁਛ ਵੱਖਰਾ ਦਿਸੇਗਾ। ਪਰ ਜੇ ਸਾਰੇ ਨੂੰ ਮਿਲਾ ਕੇ ਵੇਖੋਗੇ, ਰੱਬ ਦਿਸੇਗਾ। ਫਾਰ ਐਗਜ਼ਾਮਪਲ, ਮੈਂ ਤੁਹਾਡੇ ਸਾਹਮਣੇ ਬੈਠਾ, ਮੇਰਾ ਨਾਮ ਹੈਗਾ ਮੋਹਰ ਸਿੰਘ, ਤੁਸੀਂ ਮੈਨੂੰ ਮੋਹਰ ਸਿੰਘ ਕਰਕੇ ਜਾਣਦੇ ਹੋ। ਮੋਹਰ ਸਿੰਘ ਤੁਹਾਡੇ ਸਾਹਮਣੇ ਬੈਠਾ ਹੈ, ਕਿਉਂਕਿ ਮੇਰੇ ਸਾਰੇ ਸਰੀਰ ਨੂੰ ਇਕੱਠਾ ਵੇਖ ਰਹੇ ਹੋ ਤੇ ਮੋਹਰ ਸਿੰਘ ਹੈ। ਹੁਣ ਐਨੇ ਕੁ ਨੂੰ ਦੇਖੋ, ਜੇ ਤੁਹਾਡੇ ਤੋਂ ਪੁੱਛੀ ਪਈ ਕੀ, ਤੇ ਤੁਸੀਂ ਕਹੋਗੇ ਇਹ ਸਿਰ ਹੈ, ਨੱਕ, ਮੂੰਹ ਹੈ। ਮੋਹਰ ਸਿੰਘ ਤੇ ਨਹੀਂ ਹੈਗਾ ਨਾ। ਤੁਸੀਂ ਕਹੋਗੇ ਨਹੀਂ, ਇਹ ਤੇ ਮੋਹਰ ਸਿੰਘ ਦਾ ਸਿਰ ਹੈ। ਇਹ ਕੀ ਨੇ? ਇਹ ਬਾਹਾਂ ਨੇ, ਮੋਹਰ ਸਿੰਘ ਤੇ ਨਹੀਂ। ਇਹ ਕੀ? ਇਹ ਧੜ, ਮੋਹਰ ਸਿੰਘ ਤੇ ਨਹੀਂ। ਨਹੀਂ ਤੇ ਥੱਲੇ ਲੱਤਾਂ, ਮੋਹਰ ਸਿੰਘ ਤੇ ਨਹੀਂ। ਫਿਰ ਮੋਹਰ ਸਿੰਘ ਕਿੱਥੇ ਗਿਆ? ਸਾਰੇ ਨੂੰ ਮਿਲਾ ਕੇ ਵੇਖੋਗੇ ਮੋਹਰ ਸਿੰਘ ਹੈ,
ਕੱਲੇ ਨੂੰ ਮਿਲਾ ਕੇ ਕੱਲੇ ਨੂੰ ਵੇਖੋਗੇ ਪੰਜਾ ਹੈ, ਹੱਥ ਹੈ, ਕਲੀ ਹੈ, ਅਰਕ ਹੈ, ਬਾਂਹ ਨੇ, ਗੋਡੇ ਨੇ ਵਗੈਰਾ ਵਗੈਰਾ। ਇਸੇ ਤਰ੍ਹਾਂ ਜਿਵੇਂ ਤੁਹਾਡਾ ਘਰ ਹੈ, ਸਾਰੇ ਨੂੰ ਮਿਲਾ ਕੇ ਵੇਖੋਗੇ ਤੇ ਘਰ, ਤੇ ਜਦੋਂ ਅਲੱਗ-ਅਲੱਗ ਵੇਖੋਗੇ ਤੁਸੀਂ ਕਹਿਣਾ ਇਹ ਰਸੋਈ ਹੈ, ਇਹ ਦਿਸੇਗੀ। ਸਾਰੇ ਨੂੰ ਮਿਲਾ ਕੇ ਦੇਖੋਗੇ ਘਰ ਦਿਸੇਗਾ। ਇਸੇ ਤਰ੍ਹਾਂ ਜੇ ਸਾਰੇ ਬ੍ਰਹਿਮੰਡ ਨੂੰ ਮਿਲਾ ਕੇ ਵੇਖੋਗੇ ਰੱਬ ਦਿਸੇਗਾ। ਜੇ ਕੱਲੇ ਨੂੰ ਦੇਖੋਗੇ ਬੁਲਬੁਲੇ, ਲਹਿਰਾਂ, ਧਰਤੀ, ਆਕਾਸ਼ ਵੱਖਰਾ ਵੱਖਰਾ ਦਿਸੇਗਾ। ਇਹ ਸਮਝਣ ਵਿੱਚ ਪ੍ਰੋਬਲਮ ਆਈ ਹੈ। ਤਾਂ ਇੱਕ ਓਂਕਾਰ ਜਿਹੜਾ ਉਹ ਰੱਬ ਦਾ ਸਰੂਪ ਹੈ ਤੇ ਉਹਦਾ ਜੋ ਸੰਚਾਲਨ ਕਰਨ ਦਾ ਹੁਕਮ ਦਾ ਮਤਲਬ ਸਿਸਟਮ, ਉਹ ਸਿਸਟਮ ਤੋਂ ਬਾਹਰ ਕੁਝ ਨਹੀਂ ਹੈ। ਜੇ ਉਸ ਸਿਸਟਮ ਵਿੱਚ ਵੇਖੋਗੇ ਤੇ ਹਰ ਬੰਦਾ ਰੱਬ ਦਾ ਰੂਪ ਦਿਸੇਗਾ ਔਰ ਰੱਬ ਰੂਪ ਬਣ ਜਾਓਗੇ। ਸਿਸਟਮ ਨੂੰ ਫੋਲੋ ਨਹੀਂ ਕਰੋਗੇ। ਮੈਨੂੰ ਐਵੇਂ ਸਮਝ ਆਉਂਦੀ। ਜੀ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਪਰਵਿੰਦਰ ਸਿੰਘ ਜੀ ਸਾਡੇ ਨਾਲ ਅਨਮਿਊਟ ਹੋਏ ਆ ਜੀ, ਤੁਸੀਂ ਕੁਝ ਕਹਿਣਾ? ਪਰਵਿੰਦਰ ਸਿੰਘ ਜੀ। ਹਾਂਜੀ ਪਰਵਿੰਦਰ ਸਿੰਘ ਜੀ। ਨਹੀਂ ਜੀ, ਬਸ ਫਤਿਹ ਬੁਲਾਣੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਧੰਨਵਾਦ ਜੀ ਬਹੁਤ ਬਹੁਤ। ਤੇ ਮੈਂ ਸਾਡੇ ਨਾਲ ਅੱਜ ਇੱਕ ਪੁਨੀਤ ਕੌਰ ਜੀ ਜੁੜੇ ਸੀਗੇ ਅਤੇ ਉਹ ਅਜੇ ਵੀ ਹੈਗੇ ਆ, ਪਰ ਉਹਨਾਂ ਨੂੰ ਥੋੜੀ ਡਿਫਿਕਲਟੀ ਆਈ ਹੈ ਅੱਜ ਜੁਆਇਨ ਹੋਣ ਤੇ। ਉਹਨਾਂ ਦੀ ਆਡੀਓ ਨਹੀਂ ਸੀ ਚੱਲਦੀ ਤੇ ਸੰਗਤਾਂ ਦੇ ਵਿੱਚੋਂ ਕਿਸੇ ਨੇ ਉਹਨਾਂ ਨੂੰ ਠੀਕ ਕਰ ਦਿੱਤੀ ਸੀਗੀ, ਉਹਨਾਂ ਦੀ ਆਡੀਓ ਠੀਕ ਕਰਤੀ ਤੇ ਅਸੀਂ ਮਾਫੀ ਮੰਗਦੇ ਹਾਂ ਵੀ ਉਹਨਾਂ ਦਾ ਨਹੀਂ ਚੱਲਿਆ ਸਿਸਟਮ ਪਹਿਲਾਂ। ਤੇ ਤੁਸੀਂ ਵੈਲਕਮ ਹੈ ਜੀ। ਤੁਸੀਂ ਕੱਲ ਨੂੰ ਹੋ ਸਕਦਾ ਤੁਹਾਨੂੰ ਇਹ ਡਿਫਿਕਲਟੀ ਨਾ ਆਵੇ, ਤੇ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਕੱਲ ਜੁਆਇਨ ਕਰੋਗੇ ਤਾਂ ਪਹਿਲਾਂ ਚੈੱਕ ਕਰਵਾ ਲਿਓ ਸਾਡੇ ਕੋਲ, ਤੁਸੀਂ ਆਪ ਚੈੱਕ ਕਰ ਲਿਓ ਐਕਚੁਅਲੀ ਜਿਹੜਾ ਸਿਸਟਮ ਤੁਹਾਨੂੰ ਦੱਸਿਆ ਸੀਗਾ ਬਾਅਦ 'ਚ। ਤੇ ਗੁਰਮੁਖ ਸਿੰਘ ਜੀ, ਜੇ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ ਤਾਂ ਤੁਸੀਂ ਟੇਕ ਓਵਰ ਕਰ ਲਓ, ਕਿਉਂਕਿ ਮੇਰਾ ਸਪੀਕਰ ਨਹੀਂ ਚੱਲ ਰਿਹਾ ਇਸ ਵੇਲੇ। ਠੀਕ ਹੈ ਜੀ, ਆਪਣੇ ਤੁਹਾਡੀ ਆਵਾਜ਼ ਆਉਂਦੀ ਹੈ ਜੀ। ਅੱਛਾ, ਮੇਰੇ ਖਿਆਲ ਨਾਲ ਹੋਰ ਤੇ ਕੋਈ ਅਨਮਿਊਟ ਹੈ ਨਹੀਂ ਜੀ। ਮੇਰੇ ਖਿਆਲ ਆਪਾਂ ਇੱਥੇ ਸਮਾਪਤੀ ਕਰ ਦਈਏ ਜੀ। ਹਾਂਜੀ ਸਮਾਪਤੀ ਠੀਕ ਹੈ ਜੀ। ਮੇਰੀ ਆਵਾਜ਼ ਆ ਰਹੀ ਹੈ ਨਾ, ਤਾਂ ਸਮਾਪਤੀ ਕਰ ਦਿੰਦੇ ਹਾਂ। ਆ ਰਹੀ ਹੈ ਜੀ। ਠੀਕ ਹੈ ਜੀ। ਤਾਂ ਧੰਨਵਾਦ ਜੀ ਸਾਰੀਆਂ ਸੰਗਤਾਂ ਦਾ ਵੀ, ਤੇ ਸਾਰੇ ਆਪਣੇ ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਜਿਨ੍ਹਾਂ ਨੇ ਕੁਐਸਚਨ ਪੁੱਛੇ ਆ, ਤੇ ਕੱਲ ਨੂੰ ਸਾਡੇ ਕੋਲ ਹੋਰ ਵੀ ਬਹੁਤ ਕੁਐਸਚਨ ਹੋਣਗੇ ਆਮ ਸ਼ੋਰ ਕੱਲ ਦੀ ਕਥਾ ਦੇ ਵਿੱਚ। ਤੇ ਕੱਲ ਨੂੰ ਇਸੇ ਤਰ੍ਹਾਂ ਜੁੜਾਂਗੇ ਜੀ। ਤੇ ਇੱਥੇ ਫਤਿਹ ਬੁਲਾ ਦਿੰਦੇ ਆ ਜੀ। ਅੱਜ ਇੰਟਰਨੈਟ ਥੋੜਾ ਜਿਹਾ ਖਰਾਬ ਸੀਗਾ ਤੇ ਉਮੀਦ ਹੈ ਵੀ ਕੱਲ ਨੂੰ ਠੀਕ ਹੋਊਗਾ। ਤੇ ਸਾਰਿਆਂ ਨੂੰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।